ਪ੍ਰਾਈਮ ਏਸ਼ੀਆ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪ੍ਰਾਈਮ ਫੋਕਸ ਵਿੱਚ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਤੇ ਅੱਜ ਅਸੀਂ ਤੁਹਾਡਾ ਸਵਾਗਤ ਐਨ ਜ਼ਮੀਨ ਤੋਂ ਨਹੀਂ ਸਗੋਂ ਪਾਣੀਆਂ ਦੇ ਵਿੱਚ ਐਨ ਸਾਡੀ ਬੋਟ ਤੁਰਦੀ ਫਿਰਦੀ ਨਜ਼ਰ ਤੁਹਾਨੂੰ ਆ ਰਹੀ ਹੋਣੀ ਹੈ ਉਸ ਦੇ ਵਿੱਚੋਂ ਕਰ ਰਹੇ ਹਾਂ। ਤੇ ਅੱਜ ਅਸੀਂ ਕੈਨੇਡਾ ਦੇ ਪ੍ਰੋਵਿੰਸ ਬ੍ਰਿਟਿਸ਼ ਕੋਲੰਬੀਆ ਤੇ ਉਹਦਾ ਸ਼ਹਿਰ ਹੈ ਅਸੋਈਅਸ ਦੀ ਇੱਕ ਲੇਕ ਦੇ ਵਿੱਚੋਂ ਪ੍ਰੋਗਰਾਮ ਪੇਸ਼ ਕਰਨਾ ਹੈ। ਅੱਜ ਤੱਕ ਆਮ ਤੌਰ ਤੇ ਜਾਂ ਤਾਂ ਬਹੁਤੇ ਪ੍ਰੋਗਰਾਮ ਅਸੀਂ ਸਟੂਡੀਓ ਦੇ ਵਿੱਚੋਂ ਪੇਸ਼ ਕੀਤੇ ਹੈ ਜਾਂ ਫਿਰ ਕੁਝ ਪ੍ਰੋਗਰਾਮ ਅਸੀਂ ਵੱਖੋ-ਵੱਖ ਰਮਣੀਕ ਸਥਾਨਾਂ ਤੇ ਜਾ ਕੇ ਵੀ ਪੇਸ਼ ਕਰਦੇ ਰਹੇ ਹਾਂ, ਪਰ ਜਿਹੜੇ ਅਸੀਂ ਸਟੂਡੀਓ ਤੋਂ ਬਾਹਰੋਂ ਪ੍ਰੋਗਰਾਮ ਪੇਸ਼ ਕੀਤੇ ਤੁਹਾਡਾ ਹੁੰਗਾਰਾ ਬੜਾ ਵਧੀਆ ਮਿਲਦਾ ਰਿਹਾ ਅਤੇ ਖਾਸ ਕਰਕੇ ਤੁਹਾਡੇ ਮੈਸੇਜ ਟਿੱਪਣੀਆਂ ਆਉਂਦੀਆਂ ਰਹੀਆਂ ਕਿ ਅਸੀਂ ਦੁਨੀਆ ਦੇ ਹੋਰਨਾਂ ਮੁਲਕਾਂ ਵਿੱਚ ਬੈਠ ਕੇ ਕੈਨੇਡਾ ਦੀ ਖੂਬਸੂਰਤੀ ਦਾ ਆਨੰਦ ਮਾਣਨਾ ਚਾਹੁੰਦੇ ਹਾਂ। ਅੱਜ ਉਸੇ ਹੀ ਇੱਕ ਲੜੀ ਅਤੇ ਕੜੀ ਨੂੰ ਹੋਰ ਅੱਗੇ ਵਧਾਉਂਦਿਆਂ ਅੱਜ ਅਸੀਂ ਅਸੋਈਅਸ ਦੇ ਵਿੱਚ ਹਾਂ। ਸੋ ਇਸ ਵਕਤ ਮੇਰੇ ਨਾਲ ਨੇ ਅਸੋਈਅਸ ਦੇ ਵਿੱਚ ਲੰਬੇ ਸਮੇਂ ਤੋਂ ਰਹਿਣ ਵਾਲੇ ਸਵਰਨ ਚਾਹਲ ਅਤੇ ਮੇਰੇ ਸਹਿਯੋਗੀ ਪਰਮਵੀਰ ਬਾਟ ਸਾਹਿਬ। ਆਓ ਸਭ ਤੋਂ ਪਹਿਲਾਂ ਇਹਨਾਂ ਦੋਵਾਂ ਵੀਰਾਂ ਦਾ ਸਵਾਗਤ ਕਰੀਏ। ਬਾਟ ਸਾਹਿਬ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਬਹੁਤ ਸ਼ੁਕਰੀਆ। ਚਾਹਲ ਸਾਹਿਬ ਸਤਿ ਸ੍ਰੀ ਅਕਾਲ ਜੀ। ਸੋ ਬਾਟ ਸਾਹਿਬ ਦੇਖੋ ਆਪਾਂ ਰੋਜ਼ਾਨਾ ਪ੍ਰੋਗਰਾਮ ਪੇਸ਼ ਕਰਦੇ ਹਾਂ ਪਰ ਆ ਜ਼ਮੀਨ ਤੋਂ ਨਹੀਂ ਪਾਣੀਆਂ ਦੇ ਵਿੱਚੋਂ ਪਹਿਲੀ ਵਾਰੀ ਪ੍ਰੋਗਰਾਮ ਪੇਸ਼ ਹੋ ਰਿਹਾ। ਬਿਲਕੁਲ ਬੈਨੀਪਾਲ ਸਾਹਿਬ ਦੇਖੋ ਕਿਆ ਆਨੰਦ ਵਾਲੀਆਂ ਬਾਤਾਂ, ਕਿਉਂਕਿ ਇਹ ਜਿਹੜਾ ਅਸੋਈਅਸ ਆ ਜੀ ਇੱਕ ਤਾਂ ਖੇਤੀਬਾੜੀ ਲਈ ਬਾਗਾਂ ਲਈ ਮਸ਼ਹੂਰ ਹੈ ਜੀ। ਆਪਣੇ ਪੰਜਾਬੀਆਂ ਨੇ ਸੁਖਨਾ ਵਾਹਵਾ ਇੱਥੇ ਰਾਜ ਕੀਤਾ ਖੇਤੀਬਾੜੀ ਵਾਲੇ ਕੰਮ ਦੇ ਵਿੱਚ। ਚਹਿਲ ਸਾਹਿਬ ਅੱਗੇ ਦੱਸਣਗੇ ਕਿ ਕਿੰਨੇ ਕੁ ਪੰਜਾਬੀ ਕੰਮ ਕਰਦੇ ਆ, ਪਰ ਅੱਧਿਓਂ ਵੱਧ ਪੰਜਾਬੀ ਜ਼ਰੂਰ ਹੋਣਗੇ ਜਿਨ੍ਹਾਂ ਦੇ ਫਾਰਮ ਆ। ਦੂਸਰੀ ਗੱਲ ਬੈਨੀਪਾਲ ਸਾਹਿਬ, ਜਿਹੜੇ ਪਾਣੀ ਦੇ ਵਿੱਚ ਇਸ ਵੇਲੇ ਆਪਣੀ ਇਹ ਕਿਸ਼ਤੀ ਤੈਰ ਰਹੀ ਹੈ ਜੀ, ਇਸ ਪਾਣੀ ਦੇ ਵਿੱਚ ਕਿਉਂਕਿ ਕੈਨੇਡਾ ਦਾ ਪਾਣੀ ਹੈ ਬਿਲਕੁਲ, ਪਰ ਜੇ 2-4 ਮਿੰਟ ਕਿਸ਼ਤੀ ਅੱਗੇ ਨੂੰ ਜਾਵੇ ਤਾਂ ਅਮਰੀਕਾ ਦਾ ਪਾਣੀ ਹੋ ਜਾਣਾ, ਪਰ ਆਪਾਂ ਜਾਣਾ ਨਹੀਂ ਕਿਉਂਕਿ ਬਾਰਡਰ ਬੰਦ ਆ। ਹੱਦਾਂ ਨਹੀਂ ਟੱਪਣੀਆਂ ਤੇ ਆਪਾਂ ਹੱਦਾਂ ਦੇ ਅੰਦਰ ਰਹਿ ਕੇ ਗੱਲ ਕਰਨੀ ਆ। ਬਾਕੀ ਟਿੱਪਣੀਆਂ ਆਪਾਂ ਆਪਣੇ ਦਰਸ਼ਕਾਂ ਤੋਂ ਵੀ ਲੈ ਲੈਣੀਆਂ ਕਿ ਤੁਹਾਨੂੰ ਆਲੇ ਦੁਆਲੇ ਦਾ ਇਲਾਕਾ ਕਿਵੇਂ ਦਾ ਲੱਗ ਰਿਹਾ, ਕਿਉਂਕਿ ਕੁਝ ਲੋਕਾਂ ਦੇ ਪ੍ਰਾਈਵੇਟ ਘਰ ਵੀ ਨੇ, ਇਹਦੇ ਤੋਂ ਇਲਾਵਾ ਕੁਝ ਹੋਟਲ ਵੀ ਨੇ ਤੇ ਨਾਲ ਦੀ ਨਾਲ ਇਦਾਂ ਦੀਆਂ ਕੁਝ ਕਿਸ਼ਤੀਆਂ ਤੁਹਾਨੂੰ ਹੋਰ ਨਜ਼ਰ ਜਿਹੜੀਆਂ ਆ ਸਕਦੀਆਂ। ਪਰ ਅਸੀਂ ਯਤਨ ਕੀਤਾ ਸੀ ਕਿ ਜਿੱਥੇ ਜਿੱਥੇ ਅਸੀਂ ਘੁੰਮੀਏ ਪਰਛਾਵੇਂ ਵਾਂਗ ਸਾਡੇ ਸਾਰੇ ਦਰਸ਼ਕ ਬੈਨੀਪਾਲ ਸਾਹਿਬ ਨਾਲ ਰਹਿਣ। ਬਿਲਕੁਲ। ਹੋਰ ਦੇਖੋ ਕਿ ਆਮ ਤੌਰ ਦੇ ਉੱਤੇ ਕੈਨੇਡਾ ਦੇ ਬਾਰੇ ਇਹ ਮੰਨਿਆ ਜਾਂਦਾ ਹੁੰਦਾ ਕਿ ਟਰੱਕ ਟੈਕਸੀ ਇਦਾਂ ਦੇ ਕਾਰੋਬਾਰ, ਰੈਸਟੋਰੈਂਟ ਵਾਲਾ ਕਾਰੋਬਾਰ ਉੱਥੇ ਪੰਜਾਬੀਆਂ ਦੀ ਬੱਲੇ ਬੱਲੇ ਆ ਜੀ। ਤਾਂ ਜੇ ਖੇਤੀਬਾੜੀ ਵਾਲੀ ਗੱਲ ਵੀ ਚੱਲੇ ਤਾਂ ਵੈਨਕੂਵਰ, ਸਰੀ ਦੇ ਆਸ-ਪਾਸ, ਐਬਟਸਫੋਰਡ ਦੇ ਆਸ-ਪਾਸ ਇੱਥੇ ਦੀਆਂ ਗੱਲਾਂ। ਪਰ ਇੱਥੇ ਜਿਹੜਾ ਰੰਗ ਬੰਨਿਆ ਹੋਇਆ ਨਾ ਪੰਜਾਬੀਆਂ ਨੇ, ਐਂ ਲੱਗਦਾ ਕਿ ਪੰਜਾਬ ਦੇ ਕਿਸੇ ਪਿੰਡ 'ਚ ਆ ਕੇ ਬੈਠੇ ਆ, ਐਂ ਲੱਗਦਾ ਕਿ ਆਪਣੇ ਸਕਿਆਂ 'ਚ ਆ ਕੇ ਬੈਠੇ ਆ। ਪੇਸ਼ ਕੀਤੇ ਹੈ ਜਾਂ ਫਿਰ ਕੁਝ ਪ੍ਰੋਗਰਾਮ ਅਸੀਂ ਵੱਖੋ-ਵੱਖ ਰਮਣੀਕ ਸਥਾਨਾਂ ਤੇ ਜਾ ਕੇ ਵੀ ਪੇਸ਼ ਕਰਦੇ ਰਹੇ ਹਾਂ, ਪਰ ਜਿਹੜੇ ਅਸੀਂ ਸਟੂਡੀਓ ਤੋਂ ਬਾਹਰੋਂ ਪ੍ਰੋਗਰਾਮ ਪੇਸ਼ ਕੀਤੇ ਤੁਹਾਡਾ ਹੁੰਗਾਰਾ ਬੜਾ ਵਧੀਆ ਮਿਲਦਾ ਰਿਹਾ ਅਤੇ ਖਾਸ ਕਰਕੇ ਤੁਹਾਡੇ ਮੈਸੇਜ ਟਿੱਪਣੀਆਂ ਆਉਂਦੀਆਂ ਰਹੀਆਂ ਕਿ ਅਸੀਂ ਦੁਨੀਆ ਦੇ ਹੋਰਨਾਂ ਮੁਲਕਾਂ ਵਿੱਚ ਬੈਠ ਕੇ ਕੈਨੇਡਾ ਦੀ ਖੂਬਸੂਰਤੀ ਦਾ ਆਨੰਦ ਮਾਣਨਾ ਚਾਹੁੰਦੇ ਹਾਂ। ਅੱਜ ਉਸੇ ਹੀ ਇੱਕ ਲੜੀ ਅਤੇ ਕੜੀ ਨੂੰ ਹੋਰ ਅੱਗੇ ਵਧਾਉਂਦਿਆਂ ਅੱਜ ਅਸੀਂ ਅਸੋਈਅਸ ਦੇ ਵਿੱਚ ਹਾਂ। ਸੋ ਇਸ ਵਕਤ ਮੇਰੇ ਨਾਲ ਨੇ ਅਸੋਈਅਸ ਦੇ ਵਿੱਚ ਲੰਬੇ ਸਮੇਂ ਤੋਂ ਰਹਿਣ ਵਾਲੇ ਸਵਰਨ ਚਾਹਲ ਅਤੇ ਮੇਰੇ ਸਹਿਯੋਗੀ ਪਰਮਵੀਰ ਬਾਟ ਸਾਹਿਬ। ਆਓ ਸਭ ਤੋਂ ਪਹਿਲਾਂ ਇਹਨਾਂ ਦੋਵਾਂ ਵੀਰਾਂ ਦਾ ਸਵਾਗਤ ਕਰੀਏ। ਬਾਟ ਸਾਹਿਬ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਬਹੁਤ ਸ਼ੁਕਰੀਆ। ਚਾਹਲ ਸਾਹਿਬ ਸਤਿ ਸ੍ਰੀ ਅਕਾਲ ਜੀ। ਸੋ ਬਾਟ ਸਾਹਿਬ ਦੇਖੋ ਆਪਾਂ ਰੋਜ਼ਾਨਾ ਪ੍ਰੋਗਰਾਮ ਪੇਸ਼ ਕਰਦੇ ਹਾਂ ਪਰ ਆ ਜ਼ਮੀਨ ਤੋਂ ਨਹੀਂ ਪਾਣੀਆਂ ਦੇ ਵਿੱਚੋਂ ਪਹਿਲੀ ਵਾਰੀ ਪ੍ਰੋਗਰਾਮ ਪੇਸ਼ ਹੋ ਰਿਹਾ। ਬਿਲਕੁਲ ਬੈਨੀਪਾਲ ਸਾਹਿਬ ਦੇਖੋ ਕਿਆ ਆਨੰਦ ਵਾਲੀਆਂ ਬਾਤਾਂ, ਕਿਉਂਕਿ ਇਹ ਜਿਹੜਾ ਅਸੋਈਅਸ ਆ ਜੀ ਇੱਕ ਤਾਂ ਖੇਤੀਬਾੜੀ ਲਈ ਬਾਗਾਂ ਲਈ ਮਸ਼ਹੂਰ ਹੈ ਜੀ। ਆਪਣੇ ਪੰਜਾਬੀਆਂ ਨੇ ਸੁਖਨਾ ਵਾਹਵਾ ਇੱਥੇ ਰਾਜ ਕੀਤਾ ਖੇਤੀਬਾੜੀ ਵਾਲੇ ਕੰਮ ਦੇ ਵਿੱਚ। ਚਹਿਲ ਸਾਹਿਬ ਅੱਗੇ ਦੱਸਣਗੇ ਕਿ ਕਿੰਨੇ ਕੁ ਪੰਜਾਬੀ ਕੰਮ ਕਰਦੇ ਆ, ਪਰ ਅੱਧਿਓਂ ਵੱਧ ਪੰਜਾਬੀ ਜ਼ਰੂਰ ਹੋਣਗੇ ਜਿਨ੍ਹਾਂ ਦੇ ਫਾਰਮ ਆ। ਦੂਸਰੀ ਗੱਲ ਬੈਨੀਪਾਲ ਸਾਹਿਬ, ਜਿਹੜੇ ਪਾਣੀ ਦੇ ਵਿੱਚ ਇਸ ਵੇਲੇ ਆਪਣੀ ਇਹ ਕਿਸ਼ਤੀ ਤੈਰ ਰਹੀ ਹੈ ਜੀ, ਇਸ ਪਾਣੀ ਦੇ ਵਿੱਚ ਕਿਉਂਕਿ ਕੈਨੇਡਾ ਦਾ ਪਾਣੀ ਹੈ ਬਿਲਕੁਲ, ਪਰ ਜੇ 2-4 ਮਿੰਟ ਕਿਸ਼ਤੀ ਅੱਗੇ ਨੂੰ ਜਾਵੇ ਤਾਂ ਅਮਰੀਕਾ ਦਾ ਪਾਣੀ ਹੋ ਜਾਣਾ, ਪਰ ਆਪਾਂ ਜਾਣਾ ਨਹੀਂ ਕਿਉਂਕਿ ਬਾਰਡਰ ਬੰਦ ਆ। ਹੱਦਾਂ ਨਹੀਂ ਟੱਪਣੀਆਂ ਤੇ ਆਪਾਂ ਹੱਦਾਂ ਦੇ ਅੰਦਰ ਰਹਿ ਕੇ ਗੱਲ ਕਰਨੀ ਆ। ਬਾਕੀ ਟਿੱਪਣੀਆਂ ਆਪਾਂ ਆਪਣੇ ਦਰਸ਼ਕਾਂ ਤੋਂ ਵੀ ਲੈ ਲੈਣੀਆਂ ਕਿ ਤੁਹਾਨੂੰ ਆਲੇ ਦੁਆਲੇ ਦਾ ਇਲਾਕਾ ਕਿਵੇਂ ਦਾ ਲੱਗ ਰਿਹਾ, ਕਿਉਂਕਿ ਕੁਝ ਲੋਕਾਂ ਦੇ ਪ੍ਰਾਈਵੇਟ ਘਰ ਵੀ ਨੇ, ਇਹਦੇ ਤੋਂ ਇਲਾਵਾ ਕੁਝ ਹੋਟਲ ਵੀ ਨੇ ਤੇ ਨਾਲ ਦੀ ਨਾਲ ਇਦਾਂ ਦੀਆਂ ਕੁਝ ਕਿਸ਼ਤੀਆਂ ਤੁਹਾਨੂੰ ਹੋਰ ਨਜ਼ਰ ਜਿਹੜੀਆਂ ਆ ਸਕਦੀਆਂ। ਪਰ ਅਸੀਂ ਯਤਨ ਕੀਤਾ ਸੀ ਕਿ ਜਿੱਥੇ ਜਿੱਥੇ ਅਸੀਂ ਘੁੰਮੀਏ ਪਰਛਾਵੇਂ ਵਾਂਗ ਸਾਡੇ ਸਾਰੇ ਦਰਸ਼ਕ ਬੈਨੀਪਾਲ ਸਾਹਿਬ ਨਾਲ ਰਹਿਣ। ਬਿਲਕੁਲ। ਹੋਰ ਦੇਖੋ ਕਿ ਆਮ ਤੌਰ ਦੇ ਉੱਤੇ ਕੈਨੇਡਾ ਦੇ ਬਾਰੇ ਇਹ ਮੰਨਿਆ ਜਾਂਦਾ ਹੁੰਦਾ ਕਿ ਟਰੱਕ ਟੈਕਸੀ ਇਦਾਂ ਦੇ ਕਾਰੋਬਾਰ, ਰੈਸਟੋਰੈਂਟ ਵਾਲਾ ਕਾਰੋਬਾਰ ਉੱਥੇ ਪੰਜਾਬੀਆਂ ਦੀ ਬੱਲੇ ਬੱਲੇ ਆ ਜੀ। ਤਾਂ ਜੇ ਖੇਤੀਬਾੜੀ ਵਾਲੀ ਗੱਲ ਵੀ ਚੱਲੇ ਤਾਂ ਵੈਨਕੂਵਰ, ਸਰੀ ਦੇ ਆਸ-ਪਾਸ, ਐਬਟਸਫੋਰਡ ਦੇ ਆਸ-ਪਾਸ ਇੱਥੇ ਦੀਆਂ ਗੱਲਾਂ। ਪਰ ਇੱਥੇ ਜਿਹੜਾ ਰੰਗ ਬੰਨਿਆ ਹੋਇਆ ਨਾ ਪੰਜਾਬੀਆਂ ਨੇ, ਐਂ ਲੱਗਦਾ ਕਿ ਪੰਜਾਬ ਦੇ ਕਿਸੇ ਪਿੰਡ 'ਚ ਆ ਕੇ ਬੈਠੇ ਆ, ਐਂ ਲੱਗਦਾ ਕਿ ਆਪਣੇ ਸਕਿਆਂ 'ਚ ਆ ਕੇ ਬੈਠੇ ਆ, ਐਂ ਲੱਗਦਾ ਕਿ ਆਪਣੇ ਚਾਚੇ ਤਾਇਆਂ 'ਚ ਆ ਕੇ ਬੈਠੇ ਆ। ਤੇ ਇਦਾਂ ਦਾ ਤੁਹਾਨੂੰ ਮਹਿਸੂਸ ਹੋਇਆ ਕਿ ਨਹੀਂ? ਬਿਲਕੁਲ ਬਾਟ ਸਾਹਿਬ, ਜਦੋਂ ਆਪਾਂ ਗੱਲ ਪੰਜਾਬ ਦੀ ਆਮ ਤੌਰ ਤੇ ਕਰਦੇ ਹੁੰਦੇ ਕਿ ਸਾਡੇ ਚਾਰ ਚਫੇਰੇ ਹਰਿਆਲੀ, ਖੁੱਲੇ ਦਿਲ ਦਰਿਆਵਾਂ ਵਰਗੇ ਜੀ। ਆਹ ਦੇਖੋ ਆਲੇ ਦੁਆਲੇ ਜਦੋਂ ਨਜ਼ਰ ਮਾਰਦੇ ਆ ਹਰਿਆਲੀ ਨਜ਼ਰ ਆਉਂਦੀ ਹੈ, ਕਿਸੇ ਪਾਸੇ ਸੇਬ ਦੀ ਖੁਸ਼ਬੂ ਆ ਰਹੀ ਹੈ ਤੇ ਕਿਸੇ ਪਾਸੇ ਚੈਰੀਜ਼, ਕਿਸੇ ਪਾਸੇ ਕੋਈ ਫਰੂਟ ਬੈਲਟ ਹੈ ਜੀ। ਹੁਣ ਆਪਣੇ ਨਾਲ ਸਵਰਨ ਚਾਹਲ ਜੀ ਨੇ। ਚਾਹਲ ਸਾਹਿਬ ਮੈਨੂੰ ਇਹ ਦੱਸਿਓ
ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਇਸ ਧਰਤੀ ਤੇ ਰਹਿੰਦੇ ਆ ਤੇ ਕੈਨੇਡਾ ਆਇਆਂ ਨੂੰ ਕਿੰਨਾ ਟਾਈਮ ਹੋਇਆ ਜੀ? 1983 ਤੋਂ ਇੱਥੇ ਰਹਿ ਰਹੇ ਹਾਂ ਜੀ, ਉਦੋਂ ਹੀ ਉਸ ਸਾਲ ਹੀ ਇੰਡੀਆ ਤੋਂ ਆਏ ਹਾਂ। ਤੇ ਮੁੱਖ ਖੇਤੀਬਾੜੀ ਦਾ ਧੰਦਾ ਹੀ ਅਪਣਾ ਕੇ ਰੱਖਿਆ ਜਾਂ ਕੁਝ ਹੋਰ ਵੀ ਨਾਲ ਕਾਰੋਬਾਰ? ਮੁੱਖ ਖੇਤੀਬਾੜੀ ਤੇ ਰੱਖਿਆ ਜੀ, ਤੇ ਉਹ ਥੋੜਾ ਜਿਹਾ ਡਿਵੈਲਪਮੈਂਟ ਦਾ ਕੰਮ ਵੀ ਕਰਦੇ ਆ ਜੀ, ਥੋੜਾ ਘਰਾਂ ਦਾ ਘਰ ਪਾਉਣੇ ਜੀ ਹੋਰ, ਤੇ ਜ਼ਿਆਦਾ ਜਿਹੜੀ ਮੇਨ ਆਪਣਾ ਜਿਹੜਾ ਹੈਗਾ ਉਹ ਖੇਤੀ ਦਾ ਹੀ ਹੈ। ਪਰ ਅਸੀਂ ਇਹ ਦੇਖਿਆ ਅੱਜ ਅਸੀਂ ਜਿੰਨਾ ਕੁ ਸਮਾਂ ਵੀ ਤੁਹਾਡੇ ਨਾਲ ਜਾਂ ਹੋਰ ਨਾਲ ਸੱਜਣਾ ਮਿੱਤਰਾਂ ਨਾਲ ਦੇਖਿਆ, ਆਮ ਤੌਰ ਤੇ ਪੰਜਾਬ 'ਚ ਹੁੰਦਾ ਹਾਂ ਵੀ ਕੇਰ ਸਿਆਂ ਕੀ ਹਾਲ ਚਾਲ, ਉਧਰ ਨੂੰ ਸ਼ੀਸ਼ਾ ਕਾਰ ਦਾ ਹੇਠਾਂ ਕਰਕੇ ਹਾਂ ਵੀ ਪਰਮਵੀਰ ਸਿਆਂ ਕੀ ਹਾਲ ਹੈ, ਹਾਂ ਵੀ ਦਵਿੰਦਰ ਸਿਆਂ ਕੀ ਹਾਲ ਹੈ। ਇਹ ਟਾਊਨ ਛੋਟਾ, ਮੈਂ ਦੇਖਿਆ ਸਾਰੇ ਇੱਕ ਦੂਸਰੇ ਨੂੰ ਹੱਥ ਖੜਾ ਕਰਕੇ ਲੰਘਦੇ ਆ, ਜਾਣਦੇ ਆ ਜੀ ਸਾਰੇ ਫਿਰ ਇੱਕ ਦੂਜੇ ਨੂੰ ਜਾਣਦੇ ਆ ਜੀ। ਛੋਟਾ ਪਿੰਡ ਹੈ, ਪਿੰਡਾਂ ਵਾਂਗੂ ਹੈਗਾ ਆਪਣਾ ਮਾਹੌਲ ਸਾਰਾ, ਤੇ ਇੱਕ ਦੂਜੇ ਨੂੰ ਜਾਣਦੇ ਕਰਕੇ ਹਰੇਕ ਬੰਦਾ ਤੁਹਾਨੂੰ ਜਦੋਂ ਵੀ ਕੋਈ ਪੰਜਾਬੀ ਦੇਖਦਾ ਤਾਂ ਜ਼ਰੂਰ ਹੱਥ ਖੜਾ ਕਰਦਾ ਜੀ। ਸਾਰੇ ਜਾਣਦੀ ਆ ਲਗਭਗ? ਹਾਂਜੀ ਮੇਨ ਜਾਣਦੇ। ਤੇ ਮੁੱਖ ਕਿੱਤਾ ਕੀ ਕਰਦੇ ਜੀ ਲੋਕ ਇੱਥੋਂ? ਮੁੱਖ ਕਿੱਤਾ ਖੇਤੀਬਾੜੀ ਹੈ ਜੀ। ਅੱਛਾ ਹਾਂਜੀ, ਬਾਕੀ ਉਹ ਨਹੀਂ ਹੈਗਾ ਇਕੱਲਾ ਖੇਤੀ ਤੋਂ ਬਗੈਰ, ਨਾਲ ਹੋਟਲ ਵੀ ਹੈਗੇ ਆ, ਵਾਈਨਰੀਆਂ ਹੈਗੀਆਂ ਜੀ ਆਪਣੀਆਂ ਜਿਹੜੀ ਵਾਈਨ ਬਣਾਉਂਦੀਆਂ ਹੈਗੀਆਂ, ਉਹ ਵੀ ਹੈਗੀਆਂ 6-7 ਵਾਈਨਰੀ ਆਪਣੀਆਂ ਪੰਜਾਬੀਆਂ ਦੀਆਂ, ਤੇ ਫਰੂਟ ਪੈਕਿੰਗ ਪਲਾਂਟ ਵੀ ਹੈਗੇ ਆ ਜਿਹੜੇ ਕਿ ਫਰੂਟ ਪੈਕ ਕਰਕੇ ਗਾਹਾਂ ਹੋਲਸੇਲਰਾਂ ਨੂੰ ਜਾਂ ਸਟੋਰਾਂ ਨੂੰ ਵੇਚਦੇ ਆ। ਤੇ ਆ ਜਿਸ ਪਾਣੀਆਂ ਦੇ ਵਿੱਚ ਆਪਾਂ ਤੈਰਦੇ ਨਜ਼ਰ ਆ ਰਹੇ ਹਾਂ, ਜਿਸ ਤਰ੍ਹਾਂ ਬਾਟ ਸਾਹਿਬ ਦੱਸ ਰਹੇ ਸੀ ਕਿ 5-7 ਮਿੰਟ ਅੱਗੇ ਜਾਈਏ ਤੇ ਅਮਰੀਕਾ ਆ ਜਾਣਾ, ਯੂਨਾਈਟਡ ਸਟੇਟਸ ਆਫ ਅਮਰੀਕਾ। ਹਾਂਜੀ ਬਿਲਕੁਲ। ਤੇ ਆ ਲੇਕ ਕਿਹੜੀ ਹੈ ਜੀ? ਲੇਕ ਓਕਨਾਗਨ। ਓਕਨਾਗਨ ਵੈਲੀ ਦੇ ਵਿੱਚ ਓਕਨਾਗਨ ਲੇਕ। ਜੀ ਚਹਿਲ ਸਾਹਿਬ ਇਹ ਦੱਸਿਓ ਕਿ ਇਹ ਲੇਕ ਜਿਹੜੀ ਆ, ਹਾਂਜੀ, ਇਹ ਲੇਕ ਕਿੰਨੀ ਕੁ ਮਹੱਤਵਪੂਰਨ ਹੈ? ਕਿਉਂਕਿ ਟੂਰਿਸਟ ਵੀ ਬਥੇਰੇ ਆਉਂਦੇ ਹੋਣੇ ਆ ਖੇਤੀਬਾੜੀ ਨੂੰ, ਜੇ ਇਹ ਲੇਕ ਇੱਥੇ ਨਾ ਹੋਵੇ ਤਾਂ ਇਦਾਂ ਦੀ ਹੋਂਦ ਇਸ ਇਲਾਕੇ ਦੀ ਹੋਵੇ? ਨਹੀਂ ਜੀ, ਲੇਕ ਤੋਂ ਬਿਨਾਂ ਨਹੀਂ ਹੋ ਸਕਦੀ। ਲੇਕ ਤਾਂ ਬਹੁਤ ਜ਼ਿਆਦਾ ਇੰਪੋਰਟੈਂਟ ਜੀ। ਤੇ ਇਹ ਕੀ ਕਾਰਨ ਹੈ ਕਿ ਭਾਈ ਇੱਥੇ ਲੇਕ ਦੇ ਆਲੇ ਦੁਆਲੇ ਦੇਖੋ ਮੁੱਢ ਘਰ ਨੇ? ਹਾਂਜੀ, ਹੁਣ ਘਰ ਨੇ ਪਰ ਕੋਈ ਲਿਫਾਫਾ, ਕੋਈ ਇਦਾਂ ਦੀ ਚੀਜ਼ ਇੱਕ ਵੀ ਨਹੀਂ ਹੈਗੀ ਡਿੱਗੀਓ, ਕਿਉਂਕਿ ਘਰ 'ਚ ਨਿੱਕੇ ਨਿਆਣੇ ਵੀ ਹੋਣਗੇ, ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ, ਪਰ ਲੋਕ ਬਹੁਤ ਸਾਫ਼ ਸਫਾਈ ਰੱਖਦੇ ਬਹੁਤ ਜ਼ਿਆਦਾ ਜੀ। ਤੇ ਚਹਿਲ ਸਾਹਿਬ ਹੁਣ ਇੱਕ ਸਵਾਲ ਜਿਹੜਾ, ਕਿਉਂਕਿ ਤੁਸੀਂ ਦੱਸਿਆ ਕਿ 1980 ਤੋਂ ਛੇਤੀ ਬਾਅਦ ਤੁਸੀਂ ਇੱਥੇ ਆ ਗਏ, 83 'ਚ ਆ ਗਏ, ਲੰਬਾ ਸਮਾਂ ਹੋ ਗਿਆ, ਅੱਜ 2020 ਆ। ਇੰਨੇ ਲੰਬੇ ਸਮੇਂ ਦੇ ਵਿੱਚ ਤੁਸੀਂ ਬਹੁਤ ਸਾਰੇ ਪੜਾਅ 37 ਸਾਲਾਂ 'ਚ ਦੇਖੇ ਹੋਣੇ ਆ। ਅਮਰੀਕਾ ਦੇ ਵਿੱਚ ਹੁਣ ਨਾ ਇੱਕ ਪੱਖਪਾਤ ਦਾ, ਨਸਲਵਾਦ ਦਾ ਮੁੱਦਾ ਚੱਲਦਾ। ਜਦੋਂ ਤੁਸੀਂ ਨਵੇਂ ਆਏ ਸੀ, ਉਦੋਂ ਇੱਥੇ ਜਿਹੜੇ ਲੋਕ ਰਹਿੰਦੇ ਸੀ ਉਹਨਾਂ ਦਾ ਨਵੇਂ ਆਇਆ ਲੋਕਾਂ ਪ੍ਰਤੀ ਦ੍ਰਿਸ਼ਟੀਕੋਣ ਕਿੱਦਾਂ ਦਾ ਸੀ? ਕੋਈ ਭੇਦਭਾਵ ਤਾਂ ਨਹੀਂ ਸੀ? ਕਿੱਦਾਂ ਦੀਆਂ ਗੱਲਾਂ ਬਾਤਾਂ ਸੀ ਤੇ ਅੱਜ ਫਰਕ ਕਿੰਨਾ ਕੁ? ਜੇ ਹੋਊਗਾ ਜੀ, ਥੋੜਾ ਬਹੁਤ ਹੋਊਗਾ, ਬਹੁਤ ਜ਼ਿਆਦਾ ਨਹੀਂ ਸੀ। ਸਾਰੇ ਬੰਦੇ ਜਿੰਨੇ ਵੀ ਹੈਗੇ ਆ ਜੀ, ਤੁਸੀਂ ਗੁਰਦੁਆਰਾ ਦੀ ਕਮਿਊਨਿਟੀ ਜੋ ਨਾਲ ਅਸੀਂ ਸਾਰੇ ਹੁਣ ਤੱਕ ਉਹਨਾਂ ਲਈ ਕੰਮ ਕੀਤਾ ਪਹਿਲਾਂ ਜੀ, ਤੇ ਕੋਈ ਨਹੀਂ ਜੀ ਕੋਈ ਇਹੋ ਜਿਹੀ ਤਕਲੀਫ ਨਹੀਂ ਆਈ। ਇਦਾਂ ਦੀ ਤਕਲੀਫ ਕਦੇ ਨਹੀਂ? ਹਾਂਜੀ, ਉਹ ਵੀ ਬਹੁਤ ਹੀ ਨਾਈਸ ਬੰਦੇ ਆ ਜੀ। ਤੇ ਚਹਿਲ ਸਾਹਿਬ ਇਹ ਵੀ ਦੱਸਿਓ, ਜਦੋਂ ਤੁਸੀਂ ਨਵੇਂ ਇੱਥੇ ਆਏ ਸੀ, ਅੱਜ ਤਾਂ ਆਪਾਂ ਦੇਖਿਆ ਕਿ ਆਪਣੇ ਪੰਜਾਬੀਆਂ ਦੇ ਆਪਣੇ ਫਾਰਮ ਨੇ, ਉਹ ਮਾਲਕ ਨੇ, ਇੱਥੋਂ ਤੱਕ ਕਿ ਹੋਰ ਜਿਹੜੇ ਕਾਰੋਬਾਰ ਇੱਥੇ ਹੈਗੇ ਉਹਦੇ ਵੀ ਉਹ ਮਾਲਕ ਬਣ ਗਏ, ਪਰ ਉਦੋਂ ਸਥਿਤੀ ਕਿੱਦਾਂ ਦੀ ਸੀ? ਕਿੰਨੇ ਕੁ ਪਰਿਵਾਰ ਸੀ ਇੱਥੇ? ਉਦੋਂ ਤੇ ਜਦੋਂ ਮੈਂ ਆਇਆ ਜੀ, ਉਦੋਂ 10-12 ਪਰਿਵਾਰ ਹੋਣਗੇ ਬਸ ਆਪਣੇ ਪੰਜਾਬੀਆਂ ਦੇ। ਹਾਂਜੀ, ਤੇ ਮੋਸਟਲੀ ਅਸੀਂ ਜਿਹੜੀ ਜ਼ਿਆਦਾ ਕੰਮ ਫਾਰਮਾਂ ਦੇ ਵਿੱਚ ਹੀ ਕਰਦੇ ਸੀਗੇ, ਤੇ ਪਹਿਲਾਂ ਫਾਰਮਾਂ ਦੇ ਵਿੱਚ ਕੰਮ ਕੀਤਾ, ਕੰਮ ਕਰਕੇ ਹੌਲੀ ਉਹਦੇ ਨਾਲ ਆਪਦੇ ਫਾਰਮ ਲੈ ਲਏ, ਤੇ ਫਿਰ ਉਦੋਂ ਬਾਅਦ ਪਾਪੂਲੇਸ਼ਨ ਵੀ ਆਪਣੀ ਵਧਣ ਲੱਗੀ, ਹੋਰ ਬੰਦੇ ਵੀ ਆਪਣੇ ਪੰਜਾਬੀ ਘਰ ਵੱਧ ਗਏ ਜੀ। ਤੇ ਜਦੋਂ ਤੁਸੀਂ ਆ ਕੇ ਤੁਸੀਂ ਫਾਰਮ ਦੇ ਵਿੱਚ ਕੰਮ ਸ਼ੁਰੂ ਕੀਤਾ? ਫਾਰਮ ਦੇ ਵਿੱਚ। ਅੱਛਾ, ਕਿੰਨੀ ਕੁ ਦੇਰ ਬਾਅਦ ਸੋਚਣਾ ਸ਼ੁਰੂ ਕਰ ਦਿੱਤਾ ਸੀ? ਕਿਉਂਕਿ ਇੱਕ ਜੱਟ ਦਾ ਪੁੱਤ, ਇੱਕ ਕਿਸਾਨ ਦਾ ਪੁੱਤ ਕੈਨੇਡਾ 'ਚ ਆਵੇ, ਕਿੰਨੀ ਕੁ ਦੇਰ ਬਾਅਦ ਇਹ ਸੁਪਨੇ ਲੈਣੇ ਸ਼ੁਰੂ ਕਰ ਦਿੱਤੇ ਸੀ ਯਾਰ ਫਾਰਮ 'ਚ ਤਾਂ ਕੰਮ ਨਹੀਂ ਕਰਨਾ, ਫਾਰਮ ਆਪਦਾ ਲੈਣਾ? ਇਹ ਤਾਂ ਜੀ ਤੁਹਾਨੂੰ ਪਤਾ, ਜਦੋਂ ਪੰਜਾਬੀ ਜਿੱਥੇ ਵੀ ਹੋਵੇ, ਜਦੋਂ ਵੀ ਹੋਵੇ, ਤਾਂ ਜਦੋਂ ਹੀ ਕਿਸੇ ਆਪਾਂ ਕੰਮ 'ਚ ਪੈਂਦੇ ਆ ਤਾਂ ਉਦੋਂ ਹੀ ਸੋਚਣ ਲੱਗ ਜਾਂਦੇ ਆ। ਹਾਂਜੀ, ਬਹੁਤ ਛੇਤੀ ਜਲਦੀ ਸੋਚਣ ਲੱਗ ਗਏ ਵੀ ਹਾਂਜੀ ਵੀ ਆਪਣਾ ਵੀ ਫਾਰਮ ਹੋਵੇ ਤੇ ਹੋਰ ਹੋਵੇ। ਤੇ ਬਾਕੀ ਪਹਿਲਾਂ ਅਸੀਂ ਟਮਾਟਰਾਂ ਦਾ ਕੰਮ ਸ਼ੁਰੂ ਕੀਤਾ ਜੀ, ਆਪਣੇ ਸਬਜ਼ੀ ਬੀਜੀ। ਅੱਛਾ ਜੀ। ਹਾਂਜੀ, ਉਹ ਤੋਂ ਸ਼ੁਰੂ ਕਰਕੇ ਫਿਰ ਹੌਲੀ ਪਹਿਲਾਂ ਜਿਹੜੇ ਟਮਾਟਰਾਂ, ਜਿਹੜੇ ਹੋਰ ਵੈਜੀਟੇਬਲ ਦਾ ਫਾਰਮ ਸੀਗਾ ਜਿਹਦੇ ਵਿੱਚ ਅਸੀਂ ਆਪ ਕੰਮ ਕਰਦੇ ਸੀ, ਫਿਰ ਆਪ ਦੀ ਬੀਜਣ ਲੱਗੇ ਜੀ। ਅੱਛਾ ਜੀ, ਮਾਮਲੇ ਦੀ ਜ਼ਮੀਨ ਲੈ ਕੇ। ਅੱਛਾ, 83 'ਚ ਤੁਸੀਂ ਆਏ ਹੋ? ਹਾਂਜੀ। ਆ ਜਿਹੜਾ ਟਮਾਟਰਾਂ ਵਾਲਾ ਕੰਮ, ਹਾਂਜੀ, ਭਾਵੇਂ ਲੀਜ਼ ਤੇ ਲੈ ਕੇ, ਠੇਕੇ ਤੇ ਲੈ ਕੇ, ਆਪਾਂ ਠੇਕੇ ਤੇ ਪੰਜਾਬ 'ਚ ਵੀ ਜ਼ਮੀਨਾਂ ਲੈਣੀਆਂ, ਹਾਂਜੀ, ਕਿੰਨੇ ਕੁ ਸਾਲਾਂ ਬਾਅਦ ਕੀਤਾ? 3 ਸਾਲ ਬਾਅਦ ਕਰਤਾ ਸੀ, 86 ਤੋਂ। ਹਾਂਜੀ। ਤੇ ਅੱਜ ਵੀ ਉਹ ਟਮਾਟਰਾਂ ਵਾਲਾ ਚੱਲਦਾ ਜੀ ਕੰਮ? ਹਾਂਜੀ, ਚੱਲਦਾ ਕੰਮ। ਕੀ ਨਾਂ ਰੱਖਿਆ ਜੀ ਉਹਦਾ? ਉਹਦਾ ਕਿੰਗ ਟੋਮੈਟੋ ਫਾਰਮ। ਅੱਛਾ ਚਹਿਲ ਸਾਹਿਬ ਇਹ ਦੱਸਿਓ, ਕਿਉਂਕਿ ਕਹਾਣੀ ਬੜੀ ਇੰਟਰਸਟਿੰਗ ਹੋ ਜਾਂਦੀ ਹੈ ਨਾ, ਕਈ ਵਾਰੀ ਇਹ ਹੁੰਦਾ ਕਿ ਪੰਜਾਬ 'ਚ ਖੇਤੀਬਾੜੀ 'ਚੋਂ ਬਚਦਾ ਕੁਝ ਨਹੀਂ। ਹਾਂਜੀ, ਇਹ ਗੱਲ ਸਾਰੇ ਕਹਿੰਦੇ ਆ। ਤੇ ਇੱਥੇ ਖੇਤੀਬਾੜੀ 'ਚੋਂ ਕੁਝ ਬਚਦਾ, ਜਾਨੀ ਘਾਟਾ ਘੂਟਾ ਤਾਂ ਨਹੀਂ ਪੈਂਦਾ ਕਦੇ? ਸਰਕਾਰ ਸਾਰਾ ਕੁਝ ਖਰੀਦ ਕੇ ਆਪ ਲੈ ਜਾਂਦੀ ਆ? ਸਰਕਾਰ ਨਹੀਂ ਲੈ ਜਾਂਦੀ ਜੀ, ਇਹ ਤੁਹਾਨੂੰ ਮਾਰਕੀਟਿੰਗ ਤੁਹਾਡੀ ਆਪਦੀ ਆ, ਤੇ ਜਾਂ ਕੋਆਪ ਸਿਸਟਮ ਹੈਗਾ, ਜਿਹੜੀ ਫਰੂਟ ਪੈਕਿੰਗ ਹਾਊਸ ਹੈਗੇ ਆ ਉਹ ਲੈਂਦੇ ਆ। ਪਰ ਇਹ ਜਿਹੜਾ ਵਾਈਨ ਦਾ ਸਿਸਟਮ ਆ, ਜਿਹੜੇ ਅੰਗੂਰ ਆ, ਉਹਨਾਂ ਦੇ ਤੁਹਾਡੇ ਕੰਟਰੈਕਟ ਹੈਗੇ ਆ ਜੀ ਵਾਈਨਰੀਆਂ ਦੇ ਨਾਲ। ਮਾਰੇ ਵਾਈਨ ਕਿੱਥੋਂ ਆ ਗਈ ਵਿੱਚ?
ਅਜੇ ਤਾਂ ਗੱਲ ਟਮਾਟਰ ਦੀ ਚੱਲਦੀ ਸੀ, ਅਜੇ ਤਾਂ ਗੱਲ ਮਾੜੀ ਮੋਟੀ ਬੇਰੀਆਂ ਦੀ ਇਹ ਗੱਲ ਗ੍ਰੇਪਸ ਤੇ ਆਈ ਹੈ ਨਾ। ਅੱਛਾ, ਹੁਣ ਖੋਲ ਕੇ ਦੱਸੋ ਕਿ ਵਾਈਨ ਦਾ ਜਾਨੀ ਇੱਥੇ ਕੀ ਰੌਲਾ? ਵਾਈਨ ਦਾ ਰੌਲਾ ਕਿ ਇਹ ਹੈ ਜੀ, ਵਾਈਨ ਦਾ ਬਿਜ਼ਨਸ ਤਾਂ ਤੁਸੀਂ ਸਾਰਾ ਜ਼ਿਆਦਾ ਦੇਖਦੇ ਹੋ ਕਿਉਂਕਿ ਵਾਈਨ ਦੇ ਨਾਲ ਜਿਹੜੀ ਵਿਨਯਾਰਡ ਆ ਇਹਨਾਂ ਦੇ ਕੋਲੇ ਕੰਟਰੈਕਟ ਆ ਵਾਈਨਰੀਆਂ ਦੇ ਨਾਲ। ਇੱਥੇ ਹੈਗੀਆਂ ਵਾਈਨਰੀਆਂ ਬਹੁਤ ਆ ਜੀ, ਆਪਣੇ ਬੰਦਿਆਂ ਦੀਆਂ ਵੀ ਹੈਗੀਆਂ, 6-7 ਵਾਈਨਰੀਆਂ ਆਪਣੇ ਬੰਦਿਆਂ ਦੀ ਮਾਲਕ ਨੇ। ਨਾਲੇ ਜਿਹੜਾ ਓਲੀਵਰ ਸਿਟੀ ਹੈ WhatsApp ਆਪਾਂ ਅਸੋਈਅਸ ਤੋਂ ਮੇਰਾ ਖਿਆਲ ਹੈ ਕੋਈ ਅੱਧੇ ਕੁ ਘੰਟੇ ਦੀ ਵਾਟ ਹੋਣੀ ਹੈ ਮੈਕਸਿਮਮ। ਹਾਂਜੀ ਬਿਲਕੁਲ। ਉਹਨੂੰ ਜੇ ਆਪਾਂ ਕਹਿ ਦਈਏ, ਜਿਵੇਂ ਆਪਾਂ ਕਹਿੰਦੇ ਆ ਕਿ ਬੰਬੇ ਹੈ ਨਾ ਜੀ, ਉਹ ਆਰਥਿਕ ਤੌਰ ਤੇ ਰਾਜਧਾਨੀ ਹੈ ਇੰਡੀਆ ਦੀ। ਕੈਨੇਡਾ ਦੀ ਆਪਾਂ ਵਾਈਨਰੀ ਦੀ ਰਾਜਧਾਨੀ ਜਾਂ ਵਾਈਨ ਦੀ ਰਾਜਧਾਨੀ ਆਖਦੇ ਆ ਓਲੀਵਰ ਨੂੰ। ਵਾਈਨ ਕੈਪੀਟਲ ਕੈਨੇਡਾ ਵੱਜਦੀ ਹੈ ਜੀ ਉਹ। ਬਿਲਕੁਲ। ਸੋ ਬਹੁਤ ਸਾਰੀਆਂ ਵਾਈਨਰੀਆਂ ਤੁਸੀਂ ਦੇਖਿਆ ਹੋਣਾ, ਗ੍ਰੇਪਸ ਬਹੁਤ ਲੱਗੇ ਹੋਏ ਨੇ, ਅੰਗੂਰਾਂ ਦੇ ਬਾਗ ਦੂਰ ਦੂਰ ਤੱਕ ਨਜ਼ਰ ਆਉਂਦੇ ਨੇ। ਅੱਜ ਕੱਲ੍ਹ ਚੱਲ ਸਭ ਕੀ ਕਿਹੜੇ ਫਿਰ ਫਸਲ ਤੁਸੀਂ ਬੀਜੀ ਹੋਈ? ਸਾਡੇ ਕੋਲੇ ਹੁਣ ਮੇਰੇ ਕੋਲ ਫਰੂਟ ਨਹੀਂ ਹੈ ਕੋਈ ਵੀ, ਇਕੱਲੇ ਵਾਈਨ ਦਾ ਬਿਜ਼ਨਸ ਹੈ ਜੀ। ਵਾਈਨ ਦੇ ਗ੍ਰੇਪਸ। ਅੱਛਾ। ਵਾਈਨਰੀ ਨਹੀਂ ਹੈ ਆਪਣੀ ਆਪ ਦੀ, ਆਪਾਂ ਵਾਈਨਰੀਆਂ ਨੂੰ ਵੇਚਦੇ ਹਾਂ ਉਹ। ਅੱਛਾ ਜੀ। ਉਹਦੀ ਮਾਰਕੀਟਿੰਗ ਸਕਾਲੀ ਹੋ ਜਾਂਦੀ ਹੈ ਜੀ? ਬਹੁਤ ਵਧੀਆ ਜੀ। ਹਾਂਜੀ। ਅੱਛਾ, ਇਸ ਵਕਤ ਟੌਪ ਤੇ ਆ ਜੀ ਜਾਂਦੀ ਇਹਦੀ ਮਾਰਕੀਟਿੰਗ ਤੇ ਇੰਨੀ ਹੈਗੀ, ਇਹਦੀ ਡਿਮਾਂਡ ਹੈਗੀ ਆ ਤੇ ਸਾਰੀਆਂ ਵਾਈਨਰੀਆਂ ਤੇ ਵਾਈਨ ਮਸ਼ਹੂਰ ਬਹੁਤ ਜ਼ਿਆਦਾ ਹੋ ਗਈ ਹੈ ਜੀ। ਇਹ ਜਿਵੇਂ ਆਪਾਂ USA ਸੁਣਦੇ ਹੁੰਦੇ ਸੀ, ਨਾਪਾ ਵੈਲੀ ਤੁਸੀਂ ਸੁਣੀ ਹੋਊਗੀ ਬਈ, ਬੜੀ ਜੀ ਵਾਈਨਰੀ ਦਾ ਉਹਨਾਂ ਦਾ ਬਹੁਤ ਵਾਈਨ ਵੱਡਾ ਬਿਜ਼ਨਸ ਪ੍ਰਸਿੱਧ ਆ। ਇਹ ਤੁਸੀਂ ਕਹਿ ਦਿਓ ਵੀ ਹੁਣ ਨਾਪਾ ਨਾਰਥ ਕਹਿ ਸਕਦੇ ਹੋ ਇਹਨੂੰ। ਅੱਛਾ, ਮੈਨੂੰ ਇਹ ਦੱਸਿਓ, ਜਿਸ ਤਰ੍ਹਾਂ ਹੁਣ ਤੁਸੀਂ ਕਿਹਾ ਕਿ ਆਪਣੇ ਕੋਲ ਫਰੂਟ ਨਹੀਂ, ਹਾਂਜੀ, ਪਰ ਵਾਈਨ ਵਾਲੇ ਇਹਦਾ ਮਤਲਬ ਜਿਹੜੇ ਉਹ ਅੰਗੂਰ ਨੇ ਜਿਹੜੇ ਆਪਾਂ ਗੁੱਛੇ ਵਾਲੇ ਆ ਲੱਗੇ ਦੇਖਦੇ ਆ ਵੀ, ਉਹ ਜਿਹੜੀ ਕਹਿੰਦੀ ਸੀ ਲੂੰਬੜੀ ਕਹਿੰਦੀ ਸੀ ਹੁਣ ਅੰਗੂਰ ਮਿੱਠੇ ਨਹੀਂ, ਜਿਹੜੇ ਉਹ ਆਮ ਆਪਾਂ ਅੰਗੂਰ ਲੈ ਕੇ ਖਾਂਦੇ ਆ, ਹਾਂਜੀ, ਤੇ ਵਾਈਨ ਬਣਾਉਣ ਵਾਲੇ ਅੰਗੂਰ ਨੇ, ਇਹਨਾਂ 'ਚ ਫਰਕ ਆ ਜੀ? ਹਾਂਜੀ, ਬਹੁਤ ਫਰਕ ਆ। ਅੱਛਾ। ਚਹਿਲ ਸਾਹਿਬ, ਇੱਕ ਗੱਲ ਇੱਥੇ ਹੋਰ ਜ਼ਰੂਰ ਦੱਸਿਓ ਕਿ ਤੁਸੀਂ ਕਿਸਾਨ ਹੋ। ਹਾਂਜੀ। ਫਾਰਮ ਤੁਹਾਡਾ ਆਪਣਾ। ਹਾਂਜੀ। ਹੋਰ ਬਹੁਤ ਸਾਰੇ ਪੰਜਾਬੀ ਕਿਸਾਨ ਨੇ ਇੱਥੇ। ਟੋਟਲ ਜਿੰਨੇ ਕੁ ਕਿਸਾਨ ਹੈਗੇ ਆ, ਜਿੰਨੇ ਕੁ ਦੇ ਬਾਗ ਨੇ ਜਾਂ ਖੇਤ ਨੇ, ਉਹਨਾਂ ਦੇ ਵਿੱਚੋਂ ਪੰਜਾਬੀ ਭਾਈਚਾਰੇ ਦੇ ਕੋਲ ਕਿੰਨਾ ਕੁ ਕੰਮ? ਮੈਂ ਕਹੂੰਗਾ ਜੀ 60-65% ਪੰਜਾਬੀਆਂ ਦੇ ਕੋਲ ਹੋਊਗਾ। ਇਹ ਸ਼ੁਰੂ ਤੋਂ ਹੀ ਇਦਾਂ ਸੀ ਕਿ ਹੌਲੀ ਹੌਲੀ ਖਰੀਦਿਆ? ਹੌਲੀ ਮਿਹਨਤ ਕਰਨੀ ਪਈ? ਮਿਹਨਤ ਕਰਨ ਦੇ ਨਾਲ। ਨਹੀਂ, ਹੁਣ ਚਲੋ ਮਿਹਨਤ ਕਰਨੀ ਪਈ। ਦੱਸੋ, ਜਦੋਂ ਨਾ ਕੋਈ ਕੈਨੇਡਾ ਤੋਂ ਜਾਂਦਾ ਆ, ਦੇਖੋ ਕੋਟ ਕਾਟ ਪਾਏ ਹੁੰਦੇ ਆ, ਟਾਈ ਲੱਗੀ ਹੁੰਦੀ ਆ, 2 ਟੈਚੀ ਹੁੰਦੇ। ਸਾਡੇ ਮਨ 'ਚ ਤਸਵੀਰ ਇਹੀ ਆ ਕਿ ਉਹਦੇ ਤੋਂ ਬਾਅਦ ਫਿਰ ਉੱਥੇ ਕੋਠੀ ਵੀ ਪਾਈ ਜਾਂਦੀ ਆ, ਉੱਥੇ ਕਾਰ ਦੇ ਵਿੱਚ ਘੁੰਮਣਾ ਵੀ, ਕਿਉਂਕਿ ਮਿਹਨਤ ਕਰਦੇ ਹੋ। ਪਰ ਕੀ ਇੱਥੇ ਹੁਣ ਕਿਸਾਨ ਕੀ ਮਿਹਨਤ ਕਰਨੀ ਪੈਂਦੀ? ਜਾਨੀ ਤੁਸੀਂ ਟਰੈਕਟਰ ਚਲਾਉਂਦੇ ਹੋ, ਜਾਨੀ ਹੱਥੀਂ ਵੀ ਕੋਈ ਕੰਮ ਕਰ? ਸਾਡੇ ਉੱਥੇ ਸਿਰਫ ਟਰੈਕਟਰ ਚਲਾਉਣ ਨੂੰ ਕਹਿੰਦੇ ਨੇ, ਬੰਦਾ ਮਿਹਨਤ ਕਰਦਾ। ਹਾਂਜੀ। ਨਹੀਂ, ਹੁਣ ਤੁਸੀਂ ਕੰਮ ਬਿਲਕੁਲ ਫਾਰਮਾਂ ਦੇ ਵਿੱਚ ਫਰੂਟ ਤੋੜਦੇ ਆ ਜੀ। ਖੋਲ ਕੇ ਦੱਸਿਓ, ਜਾਨੀ ਵੀ ਅੱਜ ਕੱਲ ਕੀ ਸਾਰਾ ਦਿਨ ਕਰਨਾ ਪੈਂਦਾ? ਸਾਰਾ ਅੱਜ ਕੱਲ ਤਾਂ ਚੈਰੀ ਦਾ ਸੀਜ਼ਨ ਆ ਜੀ, ਹੁਣ ਚੈਰੀ ਟੁੱਟਦੀ ਆ। ਹੁਣ ਤੁਹਾਨੂੰ ਦੇਖਿਆ ਹੀ ਸੀ ਆਪਾਂ ਜਦੋਂ ਮਿੱਠੂ ਦੇ ਘਰੇ ਸੀ, ਦੇਖਿਆ ਜੀ ਸਾਰਾ ਟੱਬਰ ਬਿਜੀ ਸੀ, ਬੱਚੇ ਤੋਂ ਲੈ ਕੇ ਕੋਈ ਪੈਕ ਕਰ ਰਿਹਾ, ਕੋਈ ਤੋੜ ਲਿਆ, ਕੋਈ ਚੱਕ ਕੇ ਲਿਆ ਰਿਹਾ ਖੇਤ ਦੇ ਵਿੱਚੋਂ। ਹੱਥ ਲਾਉਣੇ ਪੈਂਦੇ ਆ। ਮੈਂ ਕਿਹਾ ਛੱਤ ਪੂਰੇ ਹੱਥ ਲਾਉਣੇ ਪੈਂਦੇ ਜੀ। ਅੱਛਾ, ਜੇ ਇੱਥੇ ਵੀ ਕਿਸਾਨ ਆਪਣੇ ਪੰਜਾਬੀ ਜਿਹੜੇ ਹੈਗੇ ਆ, ਜੇ ਉਹ ਆਪ ਨਾਲ ਚੈਰੀ ਨਾ ਤੋੜਨ, ਨਾ ਪੈਕ ਕਰਨ, ਇਹ ਕਹਿਣ ਕਿ ਭਾਈ ਮੈਂ ਜੇਬਾਂ ਦੇ ਵਿੱਚ ਹੱਥ ਪਾ ਕੇ ਤਾਈ ਦਾ ਬਹਿਣਾ, ਫੇਰ ਕੁਝ ਬਚਣਾ? ਨਹੀਂ ਜੀ, ਉਹ ਮੁਸ਼ਕਲ ਹੈ ਜੀ, ਕਿਉਂਕਿ ਜਿਵੇਂ ਆਪਣੇ ਕੋਲੇ ਹੁਣ ਆਪਾਂ ਗੱਲ ਕਰਦੇ ਸੀਗੇ ਵੀ ਜਿਹੜੇ ਫਾਰਮ ਆ ਜੀ, ਜ਼ਿਆਦਾ 10 ਏਕੜ ਫਾਰਮ ਆ ਤੇ ਕੁਝ ਵੱਡੇ ਫਾਰਮ ਵੀ ਹੈਗੇ ਆ ਉਹਨੇ, ਜਿਹੜੇ ਹੁਣ ਉਹ ਫਾਰਮ ਦੇ ਵਿੱਚ ਜੇ ਪਰਿਵਾਰ ਆਪ ਕੰਮ ਨਹੀਂ ਕਰਦਾ ਤਾਂ ਤੁਹਾਨੂੰ ਪਤਾ ਫਿਰ ਉਹਦੇ ਵਿੱਚ ਬਚਤ ਉਨੀ ਨਹੀਂ ਹੁੰਦੀ ਜੀ। ਹਾਂਜੀ, ਜੇ ਆਪ ਤੁਸੀਂ ਕਰ ਲੈਂਦੇ ਹੋ ਫਿਰ ਇੱਕ ਇਹ ਚੈਰੀ ਦਾ ਕੰਮ ਆ ਜੀ, ਇਸ ਵਕਤ ਹੁਣ ਐਂਕੀ ਚੈਰੀ ਦੀ ਕਰਾਪ ਬਹੁਤ ਖਰਾਬ ਹੋ ਗਈ ਆ ਜੀ, ਕਿਉਂਕਿ ਮੀਂਹਾਂ ਦੇ ਨਾਲ ਪਹਿਲਾਂ ਤਾਂ ਫਸਲ ਘੱਟ ਲੱਗੀ, ਫਿਰ ਹੁਣ ਮੀਂਹ ਪੈ ਗਏ ਜ਼ਿਆਦਾ, ਮੀਂਹ ਪੈਣ ਦੇ ਨਾਲ ਉਹਨਾਂ ਦੀ ਉਹ ਪਾੜ ਜਾਂਦੀ ਹੈ ਜੀ ਚੈਰੀ ਜੀ, ਉੱਪਰ ਉਹ ਚੈਰੀ ਵੀ ਵਿਕਦੀ ਨਹੀਂ, ਉਹਦੀ ਕੋਈ ਮਾਰਕੀਟਿੰਗ ਨਹੀਂ ਹੁੰਦੀ। ਜਾਨੀ ਕੁਦਰਤੀ ਕਰੋਪੀ ਜੇ ਪੰਜਾਬ 'ਚ ਹੁੰਦੀ ਆ ਤਾਂ ਇੱਥੇ ਵੀ ਹੁੰਦੀ ਆ। ਬਿਲਕੁਲ ਜੀ, ਖੇਤੀ ਜਿੱਥੇ ਮਰਜ਼ੀ ਦੁਨੀਆ ਚਲੇ ਜਾਓ ਸੇਮ ਗੱਲ ਹੀ ਹੈ। ਬੈਨੀਪਾਲ ਸਾਹਿਬ, ਬੱਟਾਂ ਦੇ ਉੱਤੇ ਤੁਸੀਂ ਵੀ ਪੰਜਾਬ 'ਚ ਬੜਾ ਘੁੰਮੇ ਨਹੀਂ ਜੀ, ਕੰਮ ਵੀ ਹੱਥੀਂ ਡਾਢਾ ਕੀਤਾ, ਕਰਨਾ ਹੀ ਪੈਂਦਾ। ਜਾਨੀ ਜੇ ਦੇਖੋ ਜੀ, ਰੋਟੀ ਖਾਣੀ ਆ ਤਾਂ ਭਾਵੇਂ ਇੱਥੇ ਭਾਵੇਂ ਉੱਥੇ ਕੰਮ ਕਰਨਾ ਪੈਣਾ। ਹੁਣ ਬੈਨੀਪਾਲ ਸਾਹਿਬ, ਮੇਰੇ ਮਨ 'ਚ ਇੱਕ ਸਵਾਲ ਆਉਂਦਾ, ਤੁਸੀਂ ਦੱਸ ਦਿਓ ਸਵਾਲ ਠੀਕ ਆ ਕਿ ਗਲਤ ਆ। ਉਹ ਸਵਾਲ ਇਹ ਆ ਕਿ ਪੰਜਾਬੀ ਜਿਹੜੇ ਆ ਇੱਥੇ ਆਏ, ਪਹਿਲਾਂ ਫਾਰਮਾਂ ਦੇ ਮਾਲਕ ਨਹੀਂ ਸੀ ਹੁੰਦੇ, ਹੌਲੀ ਹੌਲੀ ਫਾਰਮਾਂ ਦੇ ਮਾਲਕ ਬਣੇ ਜੀ। ਹੁਣ ਅੱਜ 65% ਤਕਰੀਬਨ ਚਾਹਲ ਸਾਹਿਬ ਨੇ ਦੱਸਿਆ ਕਿ ਪੰਜਾਬੀ ਆ ਜੀ। ਵਾਈਨਰੀਆਂ ਖੁੱਲ ਗਈਆਂ, ਉਹਨਾਂ ਦੇ ਕੁਝ ਮਾਲਕ ਵੀ ਪੰਜਾਬੀ ਆ ਜੀ। ਹੋਰ ਕੋਈ ਭਾਈਚਾਰਾ ਫਿਰ ਨਹੀਂ ਹੋਣਾ, ਕਿਸੇ ਨਾਲ ਕੰਪੀਟੀਸ਼ਨ ਥੋੜੀ ਹੋਣਾ, ਤਾਂ ਹੀ ਖਰੀਦ ਲਈਆਂ, ਨਹੀਂ ਤਾਂ ਕੋਈ ਹੋਰ ਖਰੀਦ ਲੈਂਦਾ। ਤੁਹਾਨੂੰ ਕੀ ਲੱਗਦਾ ਜੀ? ਨਹੀਂ ਜੀ, ਇਹ ਵੀ ਕਹਿ ਸਕਦੇ ਆ ਆਪਾਂ, ਪੰਜਾਬੀ ਮਿਹਨਤ ਵੀ ਬਹੁਤ ਕਰਦੇ ਆ ਜੀ, ਤੇ ਇੱਕ ਸਾਡੇ ਹੱਡਾਂ 'ਚ ਵੀ ਹੈ ਕਿਸਾਨੀ। ਹਾਂਜੀ, ਇਹ ਖੇਤੀ ਦਾ ਕੰਮ ਆ, ਤੁਹਾਨੂੰ ਜਲਦੀ ਆਪਾਂ ਚੰਗਾ ਵੀ ਸਮਝਦੇ ਆ ਜੀ। ਹਾਂਜੀ, ਤੇ ਕਿੱਤਾ ਵੀ ਵਧੀਆ ਹੈਗਾ ਜੀ, ਲਾਈਫ ਸਟਾਈਲ ਬਹੁਤ ਵਧੀਆ ਹੈ। ਲਾਈਫ ਸਟਾਈਲ। ਅੱਛਾ ਚਾਹਲ ਸਾਹਿਬ, ਇਹ ਤੋਂ ਪਹਿਲਾਂ ਕਿ ਬੈਨੀਪਾਲ ਸਾਹਿਬ ਆਪਣੇ ਸਵਾਲਾਂ ਵਾਲਾ ਪਟਾਰਾ ਖੋਲਣ, ਹਾਂਜੀ, ਇੱਕ ਸਵਾਲ ਮੇਰੇ ਕੋਲੇ ਹੋਰ ਹੈਗਾ। ਛੋਟਾ ਪਿੰਡ ਆ, ਹਾਂਜੀ, ਠੀਕ ਹੈ ਜੀ, ਸਮੱਸਿਆਵਾਂ ਵੀ ਕਈ ਹੈਗੀਆਂ, ਅੱਗੋਂ ਜਾ ਕੇ ਤੁਹਾਨੂੰ ਪੁੱਛਣੀਆਂ, ਮੇਰੇ ਕੋਲ ਨੋਟ ਕੀਤੀਆਂ ਪਈਆਂ। ਠੀਕ ਹੈ ਜੀ। ਕਦੇ ਜੀ ਨਹੀਂ ਕੀਤਾ 37 ਸਾਲ ਹੋ ਗਏ ਕਿ ਭਾਈ ਟੋਰਾਂਟੋ ਰਹੀਏ, ਸਰੀ ਰਹੀਏ, ਉਹ ਪਰਲੇ ਪਾਸੇ ਜਾ ਕੇ ਅਲਬਰਟਾ ਦੇ ਵਿੱਚ 2-3 ਵੱਡੇ ਸ਼ਹਿਰ ਹੈਗੇ ਨੇ, ਉੱਥੇ ਰਹੀਏ, ਲਾਈਫ ਸਟਾਈਲ ਵਧੀਆ ਹੋਵੇ, ਐਨ ਉੱਥੇ ਗਹਿਮਾ ਗਹਿਮੀ ਹੋਵੇ, ਕਦੀ ਇਦਾਂ ਜੀ ਨਹੀਂ ਕੀਤਾ?
ਦੇਖੋ ਬਾਠ ਸਾਹਿਬ, ਮੈਂ ਆਪਦੀ ਜ਼ਿੰਦਗੀ ਵਿੱਚ ਬਹੁਤ ਦੇਸ਼ਾਂ 'ਚ ਗਿਆ ਜੀ, ਇਹ ਜਲਦੀ ਬਹੁਤ ਕੰਟਰੀ ਦੇਖੇ ਆ, ਸਾਰੇ ਕੈਨੇਡਾ 'ਚ ਵੀ ਘੁੰਮੇ ਫਿਰੇ ਆ ਜੀ, ਪਰ ਜਣਦੀ ਓਕੇਨਾਗਨ ਤੋਂ ਵਧੀਆ ਨਹੀਂ ਲੱਗਿਆ। ਕਿਆ ਬਾਤਾਂ ਬੈਨੀਪਾਲ ਸਾਹਿਬ ਆ ਜਾਓ। ਦੇਖੋ ਬਾਠ ਸਾਹਿਬ, ਇੱਕ ਗੱਲ ਤਾਂ ਮੰਨਣੀ ਪਊਗੀ ਕਿ ਜਿੱਥੇ ਆਪਾਂ ਰਹਿੰਦੇ ਹੋਈਏ, ਇੱਕ ਤਾਂ ਉਹਦਾ ਵਾਤਾਵਰਣ, ਇੱਕ ਭਾਈਚਾਰਾ, ਇੱਕ ਉੱਥੇ ਦੀਆਂ ਆਲੇ ਦੁਆਲੇ ਦੀਆਂ ਕਦਰਾਂ ਕੀਮਤਾਂ, ਉਹ ਸਾਰਾ ਕੁਝ ਤੁਹਾਡੇ ਹੱਡਾਂ 'ਚ ਰਚ ਜਾਂਦਾ। ਹੁਣ 37 ਸਾਲ ਇਹਨਾਂ ਨੂੰ ਇੱਥੇ ਰਹਿੰਦਿਆਂ ਨੂੰ ਹੋ ਗਏ। ਮੇਰੇ ਖਿਆਲ ਦੇ ਵਿੱਚ ਇੰਨੀ ਉਮਰ ਤਾਂ ਬੰਦਾ ਜੇ ਕਿਤੇ ਵੀ ਰਹਿ ਲੈ ਜੀ, ਉਹ ਉੱਥੋਂ ਦਾ ਹੋ ਕੇ ਰਹਿ ਜਾਂਦਾ। ਹੁਣ ਦੂਸਰੀ ਗੱਲ ਇਹ ਹੈ ਕਿ ਆਪਾਂ ਵੀ ਅੱਜ ਇਹਨਾਂ ਨੇ ਆਪਾਂ ਨੂੰ ਲਗਭਗ ਕਾਫੀ ਸਮਾਂ ਘੁਮਾਇਆ, ਕਦੇ ਇੱਧਰ ਨੂੰ ਕਦੇ ਉੱਧਰ ਨੂੰ, ਹਲੇ ਵਿਊ ਪੁਆਇੰਟ ਜਾਣਾ ਆਪਾਂ, ਜਿੱਥੇ ਚਾਹ ਬਣਾ ਲੈਂਦੇ ਨੇ ਬਹੁਤ ਸਾਰੇ ਲੋਕ ਬੈਠ ਕੇ। ਪਰ ਇਹ ਦੇਖੋ ਵੀ ਜੇ ਆਪਾਂ ਨਵੇਂ ਆਇਆਂ ਨੂੰ ਇਹ ਖੂਬਸੂਰਤ ਏਰੀਆ ਲੱਗ ਰਿਹਾ, ਤੇ ਦੂਸਰੀ ਗੱਲ ਇਹ ਹੈ ਕਿ ਕੈਨੇਡਾ ਦਾ ਭਾਵੇਂ ਕੋਈ ਵੀ ਹਿੱਸਾ ਹੈ, ਜਿਹੜਾ ਬੰਦਾ ਹੱਥੀਂ ਮਿਹਨਤ ਕਰਦਾ ਹੈ ਉਹਦਾ ਮੁੱਲ ਤਾਂ ਪੈਂਦਾ ਹੀ ਹੈ, ਪਰ ਇਹ ਇਕੱਲੀ ਕੈਨੇਡਾ 'ਚ ਨਹੀਂ ਜੀ, ਬਹੁਤ ਸਾਰੇ ਮੁਲਕਾਂ ਦੇ ਵਿੱਚ ਜਿੱਥੇ ਵੀ ਲੋਕ ਕਮਾਉਂਦੇ ਨੇ, ਜਿੰਨਾ ਕਮਾਉਂਦੇ ਨੇ ਉਨਾ ਖਾਂਦੇ ਆ। ਪਰ ਇੱਕ ਗੱਲ ਹੈਗੀ ਆ, ਜੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਕਿ ਪੰਜਾਬ ਦੀ ਕਿਸਾਨੀ ਲਗਾਤਾਰ ਘਾਟੇ 'ਚ ਜਾ ਰਹੀ ਆ, ਡੁੱਬਦੀ ਜਾ ਰਹੀ ਹੈ, ਉਹਦੇ ਦੋ ਵੱਡੇ ਕਾਰਨ ਮੈਂ ਤਾਂ ਸਮਝਦਾ। ਜੇ ਇਹਦੇ 'ਚ ਕੋਈ ਕਰੈਕਟ ਕਰਨ ਵਾਲੀ ਗੱਲ ਹੋਈ ਤੁਹਾਨੂੰ ਖੁੱਲੀ ਛੁੱਟੀ ਹੈ ਜੀ। ਇੱਕ ਤਾਂ ਇਹ ਹੈ ਕਿ ਅਸੀਂ ਹੱਥੀਂ ਕੰਮ ਕਰਨਾ ਬਹੁਤ ਘਟਾ ਦਿੱਤਾ। ਮਸ਼ੀਨਰੀ ਜਿੰਨੀ ਚਾਹੀਦੀ ਸੀ ਸਾਨੂੰ, ਉਹ ਤੋਂ ਲੋੜੋਂ ਵੱਧ ਅਸੀਂ ਮਸ਼ੀਨਰੀ ਵੀ ਲਿਆਂਦੀ। ਜਿਹੋ ਜਿਹੀ ਮਸ਼ੀਨਰੀ ਦੀ ਸਾਨੂੰ ਸਾਡੇ ਫਾਰਮ ਦੇ ਹਿਸਾਬ ਨਾਲ ਜਾਂ ਜ਼ਮੀਨ ਦੇ ਹਿਸਾਬ ਨਾਲ ਲੋੜ ਸੀ, ਉਹ ਤੋਂ ਵੱਧ ਮਹਿੰਗੀ ਵੀ ਲਿਆਂਦੀ। ਦੂਸਰੀ ਗੱਲ, ਸਾਨੂੰ ਚਿੱਟੇ ਕੁੜਤੇ ਪਜਾਮਿਆਂ ਨੇ ਵੀ ਪੱਟਿਆ, ਜਿਹੜਾ ਹੱਥੀਂ ਕੰਮ ਕਰਨਾ ਛੱਡ ਦਿੱਤਾ। ਹੁਣ ਇਹਨਾਂ ਨੇ ਕਿਹਾ ਕਿ ਬਹੁਤੇ ਕਿਸਾਨਾਂ ਕੋਲ ਇੱਥੇ 10-10 ਏਕੜ ਦੇ ਫਾਰਮ ਨੇ। ਛੋਟੀ ਕਿਸਾਨੀ ਕਹਿ ਲਓ। ਉਹ 10-10 ਏਕੜਾਂ ਵਾਲੇ ਜਿਸ ਤਰ੍ਹਾਂ ਆਪਾਂ ਵੇਖ ਰਹੇ ਸੀ ਸੰਧੂ ਸਾਹਿਬ ਹੋਰਾਂ ਨੂੰ, ਉਹ ਆਪ ਕੰਮ ਕਰ ਰਹੇ ਸੀ, ਉਹਨਾਂ ਦੇ ਵਾਈਫ ਵੀ ਕੰਮ ਕਰ ਰਹੇ ਸੀ, ਉਹਨਾਂ ਦੇ ਬੱਚੇ ਕੰਮ ਕਰ ਰਹੇ ਸੀ। ਜੇ ਇੰਨਾ ਕੰਮ ਨਾ ਪੰਜਾਬ ਦੇ ਵਿੱਚ ਵੀ ਅਸੀਂ ਇਕੱਲਾ ਇਹ ਨਹੀਂ ਕਿ ਯਾਰ ਉਹ ਫਲਾਣਾ ਤਾਂ ਕਰਦਾ, ਉਹਨੂੰ ਕੋਈ ਵਸਦਾ ਨਹੀਂ। ਜਦੋਂ ਉੱਥੇ ਰੀਤ ਹੀ ਨਹੀਂ, ਉਹਨੂੰ ਅਸੀਂ ਵੀ ਨਹੀਂ ਕਰਨ ਦਿੰਦੇ। ਲੈ ਇਹ ਨਾਲ ਲੈ ਕੇ ਜਾਊ, ਇੱਕ ਤੇ ਧਰ ਕੇ ਲੈ ਜਾਊ। ਯਾਰ ਇਹਨੂੰ ਅਸੀਂ ਕਦੇ ਚੰਗਾ ਖਾਂਦੇ ਨੂੰ ਨਹੀਂ ਦੇਖਿਆ, ਚੰਗਾ ਪੀਂਦੇ ਨੂੰ ਨਹੀਂ ਦੇਖਿਆ। ਕਾਰਨ ਕਹਿਣ ਦਾ ਇਹ ਹੈ ਕਿ ਜੇਕਰ ਅਸੀਂ ਸਾਰੇ ਹੱਥੀਂ ਕਿਰਤ ਕਰਨ ਲੱਗੀਏ ਨਾ, ਮਿਹਨਤ ਦਾ ਮੁੱਲ ਭਾਵੇਂ ਕਿਤੇ ਘੱਟ ਮਿਲਦਾ ਹੋ, ਪਰ ਮਿਲਦਾ ਤਾਂ ਹੈ। ਚੱਲ ਸਾਹਿਬ, ਹੁਣ ਇਹ ਦੱਸਿਓ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ 37 ਸਾਲ ਹੋ ਗਏ, 3 ਸਾਲਾਂ ਬਾਅਦ ਤੁਸੀਂ ਆਪਣੇ ਸੁਪਨੇ ਸਾਕਾਰ ਕਰਨੇ ਸ਼ੁਰੂ ਕਰ ਦਿੱਤੇ। ਤੇ ਉਹਦੇ ਤੋਂ ਬਾਅਦ, ਕਿਉਂਕਿ ਪਹਿਲਾਂ ਤਾਂ ਤਜਰਬਾ ਕੋਈ ਨਹੀਂ ਹੁੰਦਾ, ਕਿਉਂਕਿ ਪੰਜਾਬ 'ਚ ਭਾਵੇਂ ਆਪਾਂ ਘਰਦਿਆਂ ਨਾਲ ਖੇਤੀ ਕਰਾਉਂਦੇ ਆਉਂਦੇ ਆ, ਉੱਥੇ ਜ਼ਮੀਨ ਅਸਮਾਨ ਦਾ ਫਰਕ ਹੈ। ਦਿਨ ਰਾਤ ਦਾ ਤਾਂ ਵੈਸੇ ਹੀ ਫਰਕ ਹੈ ਕੈਨੇਡਾ ਤੇ ਇੰਡੀਆ ਦਾ। ਤੇ ਸਿਸਟਮ ਦਾ ਤਾਂ ਕੋਈ ਬਾਹਲਾ ਪਤਾ ਨਹੀਂ ਹੋਣਾ। ਨਹੀਂ ਜੀ, ਕੋਈ ਪਤਾ ਨਹੀਂ ਸੀ। ਖੇਤੀ ਦਾ ਕੰਮ ਇੱਥੇ, ਜਿਹੜੇ ਇਸ ਖੇਤੀ ਦਾ ਕੰਮ ਇੱਥੇ ਆ ਕੇ ਸਿੱਖੇ, ਇੱਥੇ ਆ ਕੇ ਸਿੱਖਦੇ ਆ। ਤੇ ਫਿਰ ਉਹ ਕਿਵੇਂ ਵਿੱਚ ਨੂੰ ਦੱਸਦੇ ਗਏ? ਬਸ ਹੌਲੀ ਹੌਲੀ ਜੀ ਕੰਮ ਕਰਦੇ ਗਏ। ਜਦੋਂ ਦੇਖਦੇ ਰਹੇ, ਤੁਹਾਨੂੰ ਪਤਾ ਪੰਜਾਬੀ ਫਿਰ ਵੀ ਧਿਆਨ ਵੀ ਬਹੁਤ ਰੱਖਦਾ। ਹਰੇਕ ਬੰਦਾ ਜਾਂਦੀ ਖੇਤੀ ਕਿਵੇਂ ਹੁੰਦੀ ਹੈ ਜੀ, ਇਹਦੇ 'ਚ ਕਿਹੜੀ ਚੀਜ਼ ਦੀ ਜ਼ਿਆਦਾ ਲੋੜ ਪੈਂਦੀ ਹੈ, ਕਿਉਂਕਿ ਸਪਰੇਆਂ ਦਾ ਡਿਫਰੈਂਟ ਆ, ਮਸ਼ੀਨਰੀ ਡਿਫਰੈਂਟ ਆ, ਉਹ ਵੀ ਬਹੁਤ ਫਰਕ ਆ। ਸਪਰੇਹਾਂ ਕਿੰਨੀਆਂ ਕਰਦੇ ਹੋ? ਸਪਰੇਹਾਂ ਕਿਹਾ ਕਿ ਪੰਜਾਬ 'ਚ ਤਾਂ ਆਪਾਂ ਬਹੁਤ ਕਰਦੇ ਹਾਂ। ਹਾਂਜੀ, ਕਰਦੇ ਆ, ਪਰ ਜੀ ਇੱਥੇ ਜਿਹੜੀਆਂ ਇੱਥੇ ਸਪਰੇਆਂ ਹੁੰਦੀਆਂ ਨਾ, ਇੱਥੇ ਅੱਜ ਕੱਲ੍ਹ ਬਹੁਤ ਸੇਫ ਸਪਰੇਆਂ, ਕਿਉਂਕਿ ਗੌਰਮੈਂਟ ਬਹੁਤ ਧਿਆਨ ਰੱਖਦੀ ਹੈ ਇਹਦੇ ਵਿੱਚ। ਐਗਰੀਕਲਚਰ ਮਹਿਕਮਾ ਧਿਆਨ ਰੱਖਦਾ ਜੀ, ਕੋਈ ਸੇਫ ਸਪਰੇਆਂ ਕੀਤੀਆਂ ਜਾਣ। ਜੇ ਤੁਹਾਡੇ ਕੋਲੋਂ ਗਲਤ ਸਪਰੇਅ ਕੀਤੀ ਹੋਈ ਫਾਰਮ ਵਿੱਚ ਦੇ ਟੈਸਟਿੰਗ ਦੇ ਵਿੱਚ ਆ ਗਈ, ਜਾਂ ਵਾਈਨਰੀ ਵਾਲਿਆਂ ਨੇ ਤੁਹਾਡਾ ਚੈੱਕ ਕਰ ਲਿਆ ਵੀ ਟੈਸਟ ਕਰਦੇ ਰਹਿੰਦੇ ਜੀ, ਟੈਸਟ ਕਰਦੇ ਨੇ ਬਿਲਕੁਲ। ਵਾਈਨਰੀ ਵਾਲੇ ਤੋਂ ਰੈਕਟ ਲੈਂਦੇ ਨੇ ਜੀ, ਉਹ ਪੁੱਛਦੇ ਨੇ ਵੀ ਤੁਹਾਨੂੰ, ਤੁਸੀਂ ਵੀ ਕਿੰਨੀਆਂ ਸਪਰੇਆਂ ਕੀਤੀਆਂ, ਕਿਹੜੀਆਂ ਕੀਤੀਆਂ, ਕਿਹੜੇ ਟਾਈਮ ਤੇ ਕੀਤੀਆਂ। ਅੱਛਾ ਜੀ। ਤੇ ਉਹਦੇ ਵਿੱਚ ਤੁਸੀਂ ਹਾਰਵੈਸਟ ਤੋਂ ਪਹਿਲਾਂ, ਟੋਣ ਤੋਂ ਪਹਿਲਾਂ ਕਿੰਨੇ ਦਿਨ ਪਹਿਲਾਂ ਸਪਰੇਅ ਕੀਤੀ। ਅੱਛਾ। ਜੇ ਉਹਨਾਂ ਦਾ ਹੈਗਾ ਵੀ ਆਹ ਸਪਰੇਅ ਤੁਸੀਂ 2 ਹਫ਼ਤੇ ਪਹਿਲਾਂ ਨਹੀਂ ਹੋ ਸਕਦੀ, ਉਹ ਨਹੀਂ ਹੋ ਸਕਦੀ। ਅੱਛਾ ਜੀ। ਜੀ, ਅੱਛਾ, ਮੈਂ ਬੈਨੀਪਾਲ ਸਾਹਿਬ ਇੱਕ ਤੁਹਾਡੇ ਨਾਲ ਲਾਉਣ ਲੱਗਾ। ਆਜੋ। ਤੁਸੀਂ ਇੱਕ ਗੱਲ ਇਹ ਨਾ ਸਮਝੋ ਕਿ ਕੈਨੇਡਾ ਦੇ ਵਿੱਚ ਸਾਰਾ ਕੁਝ ਵਧੀਆ ਜਾਂ ਸਾਰਾ ਕੁਝ ਮਾੜਾ ਹੈ। ਹੁਣ ਦੇਖੋ, ਪੰਜਾਬ ਦੇ ਕਿਸਾਨ, ਹੋ ਸਕਦਾ ਸਾਡੇ ਤੇ ਟਿੱਪਣੀਆਂ ਆਉਣੀਆਂ ਬਹੁਤ ਸਾਰੀਆਂ, ਕੈਨੇਡਾ ਦੇ ਵਿੱਚ ਬਹਿ ਗੱਲਾਂ ਕਰਦੇ ਆ, ਕਿਸ਼ਤੀ 'ਚ ਬੈਠੇ ਆ, ਸੋਹਣਾ ਪਾਣੀ ਆ, ਤੇ ਉੱਥੇ ਜਾ ਕੇ ਪੰਜਾਬ ਦੇ ਕਿਸਾਨਾਂ ਨੂੰ ਸਲਾਹਾਂ ਦਿੰਦੇ। ਅਸੀਂ ਸਲਾਹਾਂ ਨਹੀਂ ਦਿੰਦੇ, ਇੱਕ ਥੋੜੀ ਜਿਹੀ ਗੱਲ ਰਿਲਾਈਜ਼ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਦੋਂ ਆਪਾਂ ਚਾਹਲ ਸਾਹਿਬ ਦੀ ਗੱਡੀ 'ਚ ਬੈਠੇ, ਇਹਦੇ ਤੋਂ ਪਹਿਲਾਂ ਸੰਧੂ ਸਾਹਿਬ ਦੀ ਗੱਡੀ ਦੇ ਵਿੱਚ ਵੀ ਬੈਠੇ, ਜਾਣੀ ਜਿੱਥੇ ਕੋਈ ਗਿੱਲ ਸਾਹਿਬ ਨਾਲ ਬੈਠੇ, ਜਿਹੜੇ ਬੰਦੇ ਇੱਥੇ ਦੇ ਕਿਸਾਨ ਨੇ, ਉਹਨਾਂ ਦੀਆਂ ਗੱਡੀਆਂ ਦੇ ਵਿੱਚ, ਕਾਰਾਂ ਦੇ ਵਿੱਚ ਵੀ ਕਿਤੇ ਹੋ ਸਕਦਾ ਪੱਲੀ ਲਪੇਟੀ ਪਈ ਹੋਵੇ, ਹੋ ਸਕਦਾ ਕੋਈ ਹੋਰ ਸਮਾਨ ਪਿਆ ਹੋਵੇ, ਹੋ ਸਕਦਾ ਸੀਟ ਸਾਫ਼ ਨਾ ਹੋਵੇ, ਕਿਉਂਕਿ ਅਗਲੇ ਕੰਮ ਕਰਦੇ ਆ, ਖੇਤੀ ਕਰਦੇ ਆ, ਤਾਂ ਫਿਰ ਖੇਤੀ ਕਰਦੇ ਆ ਤਾਂ ਮਿੱਟੀ ਨਾਲ ਮਿੱਟੀ ਤਾਂ ਹੋਣਾ ਹੀ ਪੈਣਾ। ਹੁਣ ਬੈਨੀਪਾਲ ਸਾਹਿਬ, ਇੱਥੇ ਇੱਕ ਮਸਲਾ ਜਿਹੜਾ ਮੈਨੂੰ ਹੋਰ ਲੱਗਾ ਕਿ ਜ਼ਰੂਰੀ ਨਹੀਂ ਆਲੇ ਦੁਆਲੇ ਪਹਾੜ ਬਹੁਤ ਸੋਹਣੇ ਦੀਦੇ ਹੋਣੇ ਆ ਸਾਰਿਆਂ ਨੂੰ, ਆ ਪਾਣੀ ਵੀ ਸੋਹਣਾ ਦੀਦਾ, ਇੱਥੇ ਲੋਕ ਵੀ ਸੋਹਣੇ ਸੁਨੱਖੇ ਨਜ਼ਰ ਆਉਂਦੇ ਹੋਣੇ ਆ, ਸਾਰੀਆਂ ਗੱਲਾਂ ਬਾਤਾਂ ਵਧੀਆ ਨੇ, ਪਰ ਕੁਝ ਸਮੱਸਿਆਵਾਂ ਵੀ ਹੈਗੀਆਂ। ਚਾਹਲ ਸਾਹਿਬ, ਹੁਣ ਮੈਂ ਸਿੱਧਾ ਹੋਣ ਲੱਗਾ। ਪਹਿਲੀ ਗੱਲ ਇਹ, ਮੈਂ ਸਿੱਧਾ ਹੀ ਲੱਗਦਾ ਹੁਣ। ਨਹੀਂ, ਮੈਂ ਚਾਹਲ ਸਾਹਿਬ ਨੂੰ ਸਿੱਧਾ ਹੋਣ ਲੱਗਾ ਹੀ ਨਾ। ਹੁਣ ਸਿੱਧਾ ਮੈਂ ਹੋਣ ਲੱਗਾ ਸੀ। ਬਹੁਤ ਵੱਡੀ ਇੱਕ ਲੋੜ ਹੁੰਦੀ ਆ ਭਾਸ਼ਾ ਦੀ। ਸਾਡੀ ਪੰਜਾਬੀਆਂ ਦੀ ਖਾਸ ਤੌਰ ਦੇ ਉੱਤੇ ਇਹ ਮਨਸ਼ਾ ਹੁੰਦੀ ਆ ਕਿ ਸਾਡੀ ਅਗਲੀ ਪੀੜ੍ਹੀ, ਅਸੀਂ ਜਿੱਥੇ ਮਰਜ਼ੀ ਰਹੀਏ, ਪੰਜਾਬੀ ਭਾਸ਼ਾ ਸਾਡੇ ਅੰਗ ਸੰਗ ਰਹੇ। ਸਾਡੇ ਨਿੱਕੇ ਨਿਆਣੇ, ਪੋਤੇ ਪੋਤੀਆਂ, ਪੁੱਤ ਜਿਹੜੇ ਹੈਗੇ ਆ, ਧੀਆਂ, ਉਹ ਪੰਜਾਬੀ ਸਿੱਖਣ।
ਪਰ ਇੱਥੇ ਜਦੋਂ ਤੁਸੀਂ ਸਕੂਲ ਦੇ ਵਿੱਚ ਬੱਚੇ ਨੂੰ ਪੜ੍ਹਾਉਂਦੇ ਹੋ, ਹਾਂਜੀ, ਸ਼ਾਇਦ ਅਜੇ ਪੰਜਾਬੀ ਪੜ੍ਹਾਉਣ ਦਾ ਪ੍ਰਬੰਧ ਹੈ ਨਹੀਂ। ਨਹੀਂ ਜੀ, ਹਲੇ ਕੋਈ ਖਾਸ ਨਹੀਂ ਹੈਗਾ ਜੀ। ਉਹ ਇੱਕ ਬਹੁਤ ਵੱਡੀ ਸਮੱਸਿਆ ਹੈਗੀ। ਤੇ ਉਹਦੇ ਲਈ ਯਤਨ ਕੀ ਆ ਵੀ ਆਪਾਂ ਘਰ ਦੇ ਵਿੱਚ ਹੀ ਯਤਨ ਕਰਦੇ ਆ ਜਾਂ ਫਿਰ ਸਰਕਾਰ ਕੋਲੋਂ ਕਦੀ ਮੰਗ ਕਰਦੇ ਜਾਂ ਕੀ ਪ੍ਰਬੰਧ ਨੇ ਉਹ? ਘਰ ਦੇ ਵਿੱਚ ਤੁਹਾਨੂੰ ਕੋਈ, ਤੁਸੀਂ ਇੱਥੇ ਬੱਚੇ ਕੋਲੇ ਚਲੇ ਜਾਓ ਪਿੰਡ 'ਚ, ਜਿਹੜਾ ਮਰਜ਼ੀ ਜਿਹਦੇ ਮਰਜ਼ੀ ਘਰੇ ਚਲੇ ਜਾਓ, ਹਰੇਕ ਬੱਚਾ ਪੰਜਾਬੀ ਪੜ੍ਹ ਤਾਂ ਨਹੀਂ ਸਕਦਾ, ਬੋਲੂਗਾ ਜ਼ਰੂਰ, ਉਹ ਪਿਓਰ ਪੰਜਾਬੀ। ਜਾਨੀ ਕਿ ਘਰ ਦੇ ਵਿੱਚ ਮਾਹੌਲ ਹੀ ਇਦਾਂ ਦਾ ਬਣਾਤਾ ਜਾਂਦਾ ਹੈ। ਠੀਕ ਹੈ। ਅੱਛਾ, ਚਾਹ ਦੂਸਰੀ ਗੱਲ, ਮੰਨ ਲਓ ਨਿੱਕੇ ਨਿਆਣੇ ਨੂੰ ਪੰਜਾਬੀ ਤੁਸੀਂ ਸਿਖਾਤੀ ਆ। ਮੈਂ ਇਹ ਗੱਲਾਂ ਤਾਂ ਕਰਨ ਲੱਗਿਆ ਕਿ ਇਹ ਨਹੀਂ ਹੈ ਕਿ ਇੱਥੇ ਸਾਰਾ ਕੁਝ ਹੀ ਠੀਕ ਆ, ਉਦੋਂ ਵੀ ਇਹਨਾਂ ਨੂੰ ਬਹੁਤ ਕਰਨੇ ਪੈਂਦੇ ਆ। ਜਦੋਂ ਆ ਹੁਣ ਫਸਲਵਾੜੀ ਦਾ ਕੰਮ ਚੱਲਦਾ ਹੈ, ਬਾਗਾਂ ਦਾ ਕੰਮ ਚੱਲਦਾ ਹੈ, ਬੈਨੀਪਾਲ ਸਾਹਿਬ ਆਪਾਂ ਰਾਤੀ ਆ ਕੇ ਸੌਂ ਗਏ, ਸਵੇਰੇ ਸੁੱਤੇ ਹੀ ਸੀ, ਸਾਰਾ ਟੱਬਰ ਕੰਮ ਤੇ ਲੱਗਾ ਹੋਇਆ ਸੀ। ਇੱਕ ਇਹਦੇ ਨਾਲ ਹੋਰ ਜ਼ਿਕਰ ਕਰ ਦਈਏ ਜੀ, ਮੇਰੇ ਖਿਆਲ ਜਿੰਨੇ ਦਰਸ਼ਕ ਵੇਖ ਰਹੇ ਉਹਨਾਂ ਨੇ ਕਈ ਵਾਰੀ ਦੂਰੋਂ ਹਰੀ ਅੰਗੂਰੀ ਉਹ ਲੱਗਦੀ ਹੈ ਜੀ। ਉਹਨਾਂ ਦੇ ਇੱਕ ਵਿਅਕਤੀ ਕੰਮ ਕਰਦਾ ਰੂਬੀ, ਹੈਰਾਨੀ ਹੋਈ ਕਿਉਂਕਿ ਚੈਰੀ ਦਾ, ਜਿਸ ਤਰ੍ਹਾਂ ਚਾਹਲ ਸਾਹਿਬ ਵੀ ਦੱਸ ਰਹੇ ਨੇ ਕਿ ਇਸ ਵਕਤ ਚੈਰੀ ਟੁੱਟ ਰਹੀ ਹੈ। ਉਹਨਾਂ ਨੂੰ ਪੁੱਛਿਆ ਗਿਆ ਕਿ ਉਹ ਕਹਿੰਦੇ ਰਾਤ ਨੂੰ ਆਪਾਂ 10 ਕੁ ਵੱਜ ਗਏ ਸੀ, ਗੱਲਾਂ ਬਾਤਾਂ ਕਰਦਿਆਂ ਲਗਭਗ 12 ਹੀ ਵੱਜ ਗਏ ਜੀ। ਉਹ ਕਹਿੰਦੇ ਵੀ ਅੱਜ ਰਾਤ ਦੇ 11-12 ਵਜੇ ਬਹੁਤ ਦੇਰ ਬਾਅਦ ਦੇਖੇ ਨੇ। ਅਸੀਂ ਕਿਹਾ ਵੀ ਇਹ ਕੀ ਗੱਲ? ਉਹ ਕਹਿੰਦੇ ਅਸੀਂ ਤਾਂ 8 ਵਜੇ ਨੂੰ ਸੌਂ ਜਾਂਦੇ ਆ ਤੇ ਜਿਹੜਾ ਬੰਦਾ ਰੂਬੀ ਹੈ ਜੀ ਰਾਤ ਨੂੰ 2 ਵਜੇ ਉੱਠ ਕੇ ਚੈਰੀ ਤੋੜਨ ਲੱਗ ਪੈਂਦਾ। ਨਹੀਂ, ਪੈਰ ਦੇ ਤੜਕੇ, ਪੈਰ ਦਾ ਤੜਕਾ ਕਹ ਲਓ। ਰਾਤ ਦੇ ਕਿਉਂਕਿ ਮੈਂ ਇਸ ਕਰਕੇ ਕਿਹਾ, ਹੋ ਸਕਦਾ ਕਈਆਂ ਨੂੰ ਪੈਰ ਦਾ ਤੜਕਾ ਨਾ ਪਤਾ ਹੋਵੇ। ਜਿੰਨੇ ਕੁ ਵਜੇ ਵੱਡੇ ਸ਼ਹਿਰਾਂ 'ਚ ਲੋਕ ਸੌਂਦੇ ਨੇ ਉਹਨੇ ਵੇਲੇ ਉਹ ਚੈਰੀ ਉੱਠ ਕੇ ਦੁਬਾਰਾ ਤੋੜਨ ਲੱਗ ਪੈਂਦਾ। ਇਹਦਾ ਮਤਲਬ ਇਹ ਨਹੀਂ ਕਿ 2 ਵਜੇ ਉਹ ਚੈਰੀ ਉੱਠ ਕੇ ਤੋੜਨ ਲੱਗੇ ਕਿ ਸਵੇਰ ਨੂੰ ਜਦ ਨੂੰ 4 ਵਜੇ ਨੂੰ ਜਾਂ 5 ਵਜੇ ਨੂੰ ਫੇਰ ਘਰਾੜੇ ਚੱਲ ਰਹੇ ਸੀ। ਜਦ ਆਪਾਂ ਦੁਬਾਰਾ 3 ਵਜੇ 4 ਵਜੇ ਵਾਪਸ ਆਏ ਸੀ, ਉਹ ਉਸ ਵਕਤ ਵੀ ਚੈਰੀ ਤੋੜ ਰਿਹਾ ਸੀ ਕਿਉਂਕਿ ਉਹਦਾ ਸੀਜ਼ਨ ਸੀ। ਉਹ ਕਹਿੰਦਾ ਆਹੀ ਆ ਜਿਹੜਾ 5-4 ਮਹੀਨੇ ਨੇ ਜਿਹੜੇ ਸੀਜ਼ਨ ਦੇ ਮੈਂ ਦੱਬ ਕੇ ਲਾਉਣੇ ਨੇ ਤੇ ਫਿਰ ਦੱਬ ਕੇ ਖਾਵਾਂਗੇ। ਕਹਿਣ ਦਾ ਭਾਵ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਰਾਤ ਦੇ ਹਨੇਰੇ 'ਚ ਚੈਰੀ ਕਿਵੇਂ ਤੋੜਦੇ ਹੋ? ਉਹ ਕਹਿੰਦੇ ਜਿਵੇਂ ਇੱਕ ਘੜੀ ਸਾਜ਼ ਜਾਂ ਆਪਰੇਸ਼ਨ ਕਰਨ ਵਾਲੇ ਇੱਥੇ ਆਪਣੇ ਲਾਈਟ ਲਾਉਂਦੇ ਨੇ। ਹਾਂਜੀ, ਮਾਈਨਿੰਗ ਦੀ ਲਾਈਟ ਕਹਿੰਦੇ ਆ ਜੀ। ਮਾਈਨਿੰਗ ਲਾਈਟ ਜੀ। ਉਹ ਮੈਂ ਇਸੇ ਕਰਕੇ ਮੈਂ ਕਿਹਾ ਉਹ ਘੜੀ ਸਾਜ਼ ਨਾਲ ਸੁਖਾਲਾ ਸਮਝ ਜਾਣਾ। ਉਹ ਪਾਣੀ 'ਚ ਵੀ ਕਈ ਡੁਬਕੀਆਂ ਲਾਉਂਦੇ, ਉਹਨਾਂ ਦੀ ਵੀ ਇੱਥੇ ਹੁੰਦੀ ਲਾਈਟ ਲੱਗੀ। ਤੁਸੀਂ ਦੇਖੋ ਵੀ ਰਾਤ ਦੇ 2-2 ਵਜੇ ਉੱਠ ਕੇ ਚੈਰੀ ਤੋੜਨ ਲੱਗ ਪੈਂਦੇ ਆ। ਇਹਦਾ ਮਤਲਬ ਕੈਨੇਡਾ ਦੇ ਵਿੱਚ ਸਖਤ ਮਿਹਨਤ ਕਰਨੀ ਪੈਂਦੀ ਆ, ਪਰ ਉਹਨੇ ਹੀ ਨਜ਼ਾਰੇ ਨਾਲ ਵੱਢਣੀ ਵੀ ਪੈਂਦੀ ਹੈ। ਅੱਛਾ, ਹੁਣ ਇਹ ਦੱਸੋ, ਜਿਸ ਤਰ੍ਹਾਂ ਇਹਨਾਂ ਨੇ ਬਹੁਤ ਕਮਾਲ ਦਾ ਸਵਾਲ ਕੀਤਾ ਹੈ ਕਿ ਬੱਚਿਆਂ ਨੂੰ ਸਾਡੇ ਨੂੰ ਸੈਕੰਡ ਲੈਂਗੁਏਜ ਦੇ ਵਿੱਚ ਸਮੱਸਿਆ ਤੇ ਆਉਂਦੀ ਹੈ। ਹਾਂਜੀ, ਪਰ ਜਦੋਂ ਆਪਾਂ ਕੋਈ ਕਿੱਤਾ ਕਰਨ ਲੱਗਦੇ ਆ, ਕਈ ਸਾਡੇ ਭੈਣ ਭਰਾ ਆਉਂਦੇ ਆ, ਉਹਨਾਂ ਨੂੰ ਅੰਗਰੇਜ਼ੀ ਆਉਂਦੀ ਨਹੀਂ, ਪਰ ਮਿਹਨਤੀ ਬਹੁਤ ਹੁੰਦੇ ਨੇ। ਹਾਂਜੀ, ਉਹੋ ਜਿਹੇ ਬੰਦੇ ਵੀ ਹੈਗੇ ਨੇ ਜਿਨ੍ਹਾਂ ਨੇ ਬਹੁਤ ਤਰੱਕੀਆਂ ਕਰ ਲਈਆਂ, ਇੱਥੇ ਵੱਡੇ ਫਾਰਮਰ ਬਣ ਗਏ ਹੁਣ। ਬਹੁਤ ਤਰੱਕੀਆਂ ਕਰ ਲਈਆਂ, ਬਹੁਤ ਵੱਡੇ ਫਾਰਮਰ ਬਣ ਗਏ। ਹਾਂਜੀ, ਜਿਹਨੂੰ ਹਲੇ ਵੀ ਅੰਗਰੇਜ਼ੀ ਨਹੀਂ ਆਉਂਦੀ। ਅੰਗਰੇਜ਼ੀ ਤਾਂ ਮੋਸਟਲੀ ਜਦੋਂ ਇੱਥੇ ਜਿਹੜੇ ਹੁਣ ਪੁਰਾਣੇ ਬੰਦੇ ਆਏ ਹੋਏ ਆ ਜੀ, ਜਾਂ ਜਿਵੇਂ ਵੀ ਅੱਜ ਕੱਲ੍ਹ ਨਵੇਂ ਬੱਚੇ ਵੀ ਪੜ੍ਹੇ ਲਿਖੇ ਆਉਂਦੇ ਆ ਜੀ ਇੰਡੀਆ ਤੋਂ ਵੀ, ਤੇ ਉਹਨਾਂ ਨੂੰ ਵੀ ਅੰਗਰੇਜ਼ੀ ਬਹੁਤ ਵਧੀਆ ਆਉਂਦੀ ਆ। ਤੇ ਅੱਗੇ ਨੂੰ ਤਾਂ ਅੰਗਰੇਜ਼ੀ ਦੀ ਸਮੱਸਿਆ ਅੱਗੇ ਨੂੰ ਬਹੁਤ ਘੱਟ ਹੋਇਆ ਜੀ। ਪਰ ਉਹ 37-40 ਸਾਲ ਪੁਰਾਣੀ ਗੱਲ ਕਰਦਾ। ਹਾਂਜੀ, ਉਦੋਂ ਸੀਗੀ। ਅੱਛਾ, ਕਿਵੇਂ ਸਾਰਦੇ ਸੀ? ਬਸ ਔਖਾ ਹੀ ਸਾਰਦੇ ਸੀ ਪਹਿਲਾਂ ਤਾਂ। ਜਿਹੜੀ 2 ਸਾਲ ਤਾਂ ਬਹੁਤ ਜ਼ਿਆਦਾ ਔਖਾ, ਇਸ਼ਾਰਿਆਂ ਨਾਲ ਕੰਮ ਚਲਾਉਣਾ, ਜਾਂ ਦੱਸਣਾ ਜਾਂ ਪਤਾ ਨਾ ਲੱਗਣਾ। ਨਹੀਂ, ਨਹੀਂ ਚਹਿਲ ਸਾਹਿਬ, ਗੱਲ ਸੁਣੋ, ਹੁਣ ਕੋਈ ਘਟਨਾ ਪੁਰਾਣੀ ਹੈਗੀ ਆ ਤਾਂ ਸੁਣਾ ਦਿਓ, ਜਾਨੀ ਮਾੜੀ ਮੋਟੀ ਚੇਤੇ ਕਰ ਲਓ। ਕਦੇ ਹੁੰਦਾ ਨਵੇਂ ਜਦੋਂ ਬੰਦੇ ਆਉਂਦੇ ਆ ਤੇ ਉਦੋਂ ਕਈ ਵਾਰੀ ਕੋਈ ਗੱਲ ਨਾ ਦੱਸਣੀ ਆਈ ਹੋਵੇ ਉਦੋਂ, ਕਿਉਂਕਿ ਹੁਣ ਤਾਂ ਮੈਂ ਦੇਖਿਆ ਤੁਸੀਂ ਫਰਾਟੇ ਮਾਰਦੇ ਹੋ ਅੰਗਰੇਜ਼ੀ। ਨਹੀਂ, ਹੁਣ ਤਾਂ ਫਿਰ ਥੋੜਾ ਟਾਈਮ ਹੋ ਗਿਆ ਤੇ ਗੋਰਿਆਂ ਦੇ ਨਾਲ ਕੰਮ ਕਰਨਾ ਜਾਂ ਉਹਨਾਂ ਦੇ ਨਾਲ ਫਿਰ ਸਿੱਖ ਜਾਂਦਾ ਬੰਦਾ ਜੀ ਹੌਲੀ ਹੌਲੀ, ਕਿਉਂਕਿ ਪੜ੍ਹਨ ਤੇ ਬੋਲਣ ਦੇ ਵਿੱਚ ਫਰਕ ਹੈ ਜੀ। ਹਾਂਜੀ, ਆ ਬਈ ਇਹਦਾ ਕਾਫੀ ਫਰਕ ਰਹਿੰਦਾ ਜੀ। ਘਬਰਾਉਣਾ ਨਹੀਂ, ਮਾੜੀ ਮੋਟੀ ਜਿਹੜੀਆਂ ਪਾਣੀ ਦੀਆਂ ਛੱਲਾਂ ਹੋਵਣ, ਪਤਾ ਨਹੀਂ ਕੌਣ, ਮੈਂ ਹੋਵਾਂ ਬੈਨੀਪਾਲ ਹੋਵੇ ਤਾਂ ਚਾਲ ਸਾਹਿਬ ਹੋਣ, ਅਸੀਂ ਹੋਈਏ, ਸਾਰੇ ਹੋਈਏ। ਚਲੋ ਤੁਸੀਂ ਸਾਰੇ ਨਾਲ ਹੋ। ਅੱਛਾ, ਚਲੋ ਹੁਣ ਅੱਗੇ ਚਾਲ ਸਾਹਿਬ, ਜਿਹੜੀ ਇੱਕ ਸਮੱਸਿਆ, ਕਿਉਂਕਿ ਉੱਥੇ ਵੀ ਕਈ ਵਾਰੀ ਪੰਜਾਬ 'ਚ ਵੀ ਸਮੱਸਿਆ ਆਉਂਦੀ ਹੁੰਦੀ ਕਿ ਬਹੁਤ ਸਾਰੇ ਲੋਕ ਪੰਜਾਬ ਦੇ ਪਿੰਡ ਤੋਂ ਸ਼ਹਿਰ ਨੂੰ ਜਾਂਦੇ ਆ ਕਿ ਨਿੱਕੇ ਨਿਆਣਿਆਂ ਤੋਂ ਬਾਅਦ ਜਦੋਂ ਵੱਡੇ ਹੋ ਕੇ ਉਹਨਾਂ ਨੇ ਪੜ੍ਹਨਾ ਤਾਂ ਕਾਲਜ ਯੂਨੀਵਰਸਿਟੀ ਨੇੜੇ ਨਹੀਂ। ਹੁਣ ਇੱਥੇ ਵੀ ਮੈਂ ਦੇਖਿਆ ਸੀ ਕਿ ਯੂਨੀਵਰਸਿਟੀ ਨੇੜੇ ਤੋਂ ਨੇੜੇ ਸ਼ਾਇਦ 2-2.5 ਘੰਟੇ ਦੀ ਦੂਰੀ ਤੇ ਹੈ। ਬਿਲਕੁਲ, ਕਲੋਨਾ ਦੇ ਵਿੱਚ ਵੱਡੀ ਯੂਨੀਵਰਸਿਟੀ ਆ, ਪੈਂਟੈਕਟਨ ਦੇ ਵਿੱਚ ਹੈਗੀ ਆ ਛੋਟੇ ਕੋਰਸ ਮਿਲ ਜਾਂਦੇ। ਉਹ ਕੋਈ ਬਹੁਤ ਵੱਡੀ ਮਜਬੂਰੀ ਤਾਂ ਨਹੀਂ ਬਣ ਜਾਂਦੀ? ਛੋਟੇ ਜਦੋਂ ਬੱਚੇ ਹੁੰਦੇ ਬਾਅਦ ਚ ਸੋਚ ਤਾਂ ਨਹੀਂ ਆਉਂਦੀ ਮਨ 'ਚ, ਯਾਰ ਇੱਥੇ ਬੈਠੇ ਆ, ਕੰਮ ਧੰਦਾ ਤਾਂ ਚਲੋ ਚੰਗਾ, ਪਰ ਭਲਕ ਨੂੰ ਨਿਆਣਿਆਂ ਦੀ ਪੜ੍ਹਾਈ ਦਾ ਔਖਾ ਹੋਊ। ਪੜ੍ਹਾਈ ਦਾ ਤਾਂ ਹੈ ਜੀ, ਪਰ ਬੱਚੇ ਤੁਹਾਨੂੰ ਪਤਾ ਇੱਥੇ ਫਿਰ ਵੀ ਇਹ ਹੁਸ਼ਿਆਰ ਆ ਜੀ, ਇਹ ਕਰ ਲੈਂਦੇ ਆ ਜੀ, ਕਰ ਲੈਂਦੇ ਆ। ਅੱਛਾ, ਇਹ ਵੀ ਗੱਲ ਦੱਸਿਓ ਕਿ ਪਿਛਲੀ ਵਾਰ ਵੀ ਜਦੋਂ ਤੁਹਾਡੇ ਨਾਲ ਮੁਲਾਕਾਤ ਹੋਈ ਸੀ, ਗੱਲਬਾਤ ਹੋਈ ਸੀ, ਪ੍ਰਾਈਮ ਏਸ਼ੀਆ ਟੀਵੀ ਤੇ ਪਸੰਦ ਵੀ ਕੀਤੀ ਸੀ ਆਪਣੇ ਦਰਸ਼ਕਾਂ ਨੇ, ਜਿਹੜੇ ਨਿਆਣੇ ਨੇ ਜਦੋਂ ਵੱਡੇ ਹੋ ਜਾਂਦੇ ਆ, ਯੂਨੀਵਰਸਿਟੀਆਂ ਕਾਲਜਾਂ 'ਚ ਜਾਂਦੇ ਆ, ਬੈਨੀਪਾਲ ਸਾਹਿਬ ਸੁਣਨ ਵਾਲਾ ਸਵਾਲ ਆ, ਹੈ ਨਾ, ਵੱਡੇ ਸ਼ਹਿਰਾਂ ਵਾਲਿਆਂ ਲਈ ਖਾਸ ਤੌਰ ਤੇ, ਉਹ ਜਿਹੜੇ ਨਿਆਣੇ ਨੇ ਜਦੋਂ ਥੋੜੇ ਜਿਹਾ ਵੱਡੇ ਹੋ ਗਏ
ਬੱਚੇ ਵੱਡੇ ਹੋ ਗਏ ਤਾਂ ਕੀ ਉਹ ਆਣ ਕੇ ਖੇਤੀਬਾੜੀ ਦੇ ਕੰਮ 'ਚ ਹੱਥ ਵਟਾਉਂਦੇ? ਆਮ ਤੌਰ ਤੇ ਹੁੰਦਾ ਕਿ ਅਸੀਂ ਤਾਂ ਹੁਣ ਪਾਪਾ ਜੀ ਪੜ੍ਹਨ ਲੱਗ ਪਏ ਆ, ਅਸੀਂ ਥੋੜ੍ਹਾ ਹੁਣ ਕੰਮ ਕਰਾਉਣਾ, ਕੋਈ ਹੋਰ ਕੰਮ ਬਾਹਰਲੇ ਵੱਡੇ ਸ਼ਹਿਰ ਜਾ ਕਰਦੇ ਆ। ਇਹ ਪਹਿਲੇ ਟਾਈਮ ਦੇ ਵਿੱਚ ਜੇ ਆਪਾਂ ਕਾਫੀ ਚਿਰ ਪਹਿਲਾਂ ਗੱਲ ਕਰੀਏ, ਆਪਾਂ 15 ਸਾਲ ਦੀ ਗੱਲ ਕਰੀਏ ਦੇ ਵਿੱਚ ਗੱਲ ਕਰੀਏ, ਉਦੋਂ ਆਪਣੇ ਬੱਚੇ ਬਹੁਤ ਘੱਟ ਖੇਤੀ ਵੱਲ ਨੂੰ ਕੋਈ ਬੱਚਾ ਨਹੀਂ ਆਉਂਦਾ ਸੀਗਾ, ਜਾਣੀ ਇਹਨੂੰ ਕਹਿੰਦੇ ਸੀ ਵੀ ਔਖਾ ਕੰਮ ਆ। ਪਰ ਹੁਣ ਆਪਣੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਆ, ਉਹਨਾਂ ਨੇ ਵੀ ਖੇਤੀ ਸਟਾਰਟ ਕਰ ਦਿੱਤੀ ਹੈ, ਜਾਨੀ ਹੁਣ ਕੋਈ ਬਹੁਤਾ ਫਰਕ ਰਿਹਾ ਨਹੀਂ। ਬਿਜ਼ਨਸ ਦੇ ਵਿੱਚ ਆਪਦੇ ਮਾਪਿਆਂ ਦੇ ਨਾਲ ਕਰਨ ਲੱਗੇ ਜੀ ਉਹਨਾਂ ਦਾ, ਤੇ ਉਹ ਤੇ ਅੱਜ ਕੱਲ੍ਹ ਖੇਤੀ ਵੀ ਤੁਹਾਨੂੰ ਪਤਾ ਹੀ ਇਹ ਬਹੁਤ ਪੜ੍ਹੇ ਲਿਖੇ ਦੀ ਹੋ ਗਈ। ਇਹ ਤਾਂ ਪੰਜਾਬ 'ਚ ਵੀ ਸੇਮ ਹੀ ਹੈ। ਹਾਂਜੀ। ਆਓ ਬੈਨੀਪਾਲ ਸਾਹਿਬ ਹੁਣ। ਸੋ ਬਿਲਕੁਲ ਇੱਕ ਹੁਣ ਮੈਨੂੰ ਇਹ ਦੱਸਿਓ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਖੂਬਸੂਰਤ ਏਰੀਆ, ਅੱਜ ਬਹੁਤ ਖੂਬਸੂਰਤ ਮੌਸਮ ਆ, ਉਹ ਕਿਤੇ ਕਿਤੇ ਤਰਖੰਬੀ ਬੱਦਲ, ਕਪਾਹੀ ਬੱਦਲ ਕਿਤੇ ਨਜ਼ਰ ਆ ਰਹੇ ਨੇ ਜੀ। ਆਲੇ ਦੁਆਲੇ ਖੂਬਸੂਰਤ ਵਾਦੀਆਂ ਨੇ, ਵਿਚਕਾਰ ਆ ਬਹੁਤ ਖੂਬਸੂਰਤ ਓਕਨਾਗਨ ਲੇਕ ਹੈ। ਆਮ ਤੌਰ ਤੇ ਮੌਸਮ ਕਿਹੋ ਜਿਹਾ ਰਹਿੰਦਾ ਜੀ ਇੱਥੇ? ਬਹੁਤ ਵਧੀਆ ਰਹਿੰਦਾ, ਗਰਮੀਆਂ ਨੂੰ ਤਾਂ ਬਹੁਤ ਇਸ ਸਾਲ ਦੇ ਵਿੱਚ ਹੀ ਥੋੜੀ ਜਿਹੀ ਠੰਡ ਜ਼ਿਆਦਾ ਰਹੀ ਹੈ, ਮੀਂਹ ਵੀ ਵੱਧ ਪਏ ਆ ਤੇ ਕੂਲ ਵੀ ਥੋੜਾ ਜਿਹਾ ਜ਼ਿਆਦਾ ਹੈ। ਨਹੀਂ ਤਾਂ ਹੁਣ ਜੂਨ ਦੇ ਮਹੀਨੇ ਅੱਜ ਇੱਕ ਤੱਕ ਵਾਇਰਸ ਦਾ ਕਰਕੇ ਲੇਕ ਦੇ ਵਿੱਚ ਤੁਸੀਂ ਹੁਣ ਨੂੰ ਤਾਂ 50 ਵੋਟਾਂ ਦੇਖਣੀਆਂ। ਅੱਛਾ ਜੀ। ਹਾਂਜੀ, ਤੇ ਅੱਜ ਵੀ ਦੇਖ ਰਹੇ ਹੋ ਬਹੁਤ ਵੋਟਾਂ ਹੈ, ਐਸੀ ਗੱਲ ਨਹੀਂ, ਪਰ ਜਿਹੜੀ ਅੱਗੇ ਨੂੰ ਥੋੜਾ ਜਿਹਾ ਫਿਰ ਉਸ ਕਰਕੇ ਥੋੜਾ ਘੱਟ ਸੰਕੋਚ ਵੀ ਕਰਦੇ ਆ ਲੋਕ, ਤੇ ਕੁਝ ਪਹਿਲਾਂ ਪਾਬੰਦੀਆਂ ਵੀ ਲੱਗੀਆਂ ਹੋਈਆਂ ਸੀ। ਹਾਂਜੀ, ਪਹਿਲਾਂ ਪਾਬੰਦੀਆਂ ਲੱਗੀਆਂ ਹੋਈਆਂ ਸੀ। ਅੱਛਾ, ਇਹਦੇ ਨਾਲ ਮੁੱਖ ਧੰਦਾ ਜਿਸ ਤਰ੍ਹਾਂ ਤੁਸੀਂ ਦੱਸੇ ਖੇਤੀਬਾੜੀ ਆ, ਵਾਈਨਰੀਜ਼ ਹੈ, ਤੇ ਆਮ ਲੋਕ ਜਿਹੜੇ ਅਸੀਂ ਦੇਖਦੇ ਆ ਇੱਥੇ, ਮੇਰਾ ਵਾਲਾ 5-7 ਹਜ਼ਾਰ ਦੀ ਆਬਾਦੀ ਦਾ ਸ਼ਹਿਰ ਚੋਣੀ ਹੈ ਜੀ। ਹਾਂਜੀ, ਡਿਗਰੀ ਹੋਊਗੀ। ਤੇ ਆਮ ਲੋਕ ਫਿਰ ਸਾਰੇ ਖੇਤੀਬਾੜੀ ਨਾਲ ਹੀ ਕੰਮ ਕਰਦੇ ਆ, ਜਾਂ ਜਿਹੜੇ ਨਵੀਂ ਪਨੀਰੀ ਆ ਕੋਈ ਹੋਰ ਵੀ ਕੰਮ ਕਰਦੀ ਹੈ ਜੀ? ਹੋਰ ਵੀ ਕੰਮ ਕਰਦੇ ਜੀ, ਜਿਵੇਂ ਕੋਈ ਪੈਕਿੰਗ ਹਾਊਸ ਕੰਮ ਕਰਦਾ, ਤੇ ਜਾਂ ਪੈਕਿੰਗ ਹਾਊਸ ਦੇ ਵਰਕਰ ਹੋਟਲਾਂ ਦੇ ਵਿੱਚ ਬਹੁਤ ਕੰਮ ਕਰਦੇ ਆਪਣੇ ਪੰਜਾਬੀ ਹੋਟਲ ਤੇ ਬਹੁਤ ਆਈ। ਅੱਛਾ ਜੀ। ਤੇ ਟੂਰਿਸਟ ਬਹੁਤ ਆਉਂਦੇ ਆ। ਹਾਂਜੀ, ਟੂਰਿਸਟ ਬਹੁਤ ਆਉਂਦੇ ਆ, ਉਹਨਾਂ ਦੇ ਵਿੱਚ ਵੀ ਕੰਮ ਮਿਲ ਜਾਂਦਾ। ਬਾਕੀ ਜਿਹੜੀਆਂ ਵੱਡੀਆਂ ਵਾਈਨਰੀਆਂ ਇੱਥੇ ਅੰਗੂਰ ਜਿਹੜੇ ਲੱਗੇ ਹੋਏ ਆ, ਉਹਨਾਂ ਦੇ ਵਿੱਚ ਕੰਮ ਬਹੁਤ ਈਜ਼ੀਲੀ ਮਿਲ ਜਾਂਦਾ। ਆਪਣੇ ਮੁੰਡੇ ਡਰਾਈਵਰ ਵੀ ਆ ਤੇ ਲੇਬਰ ਵੀ ਆ, ਸਾਰਾ ਕੁਝ ਹੀ ਆ। ਚੱਲ ਸਾਹਿਬ ਹੁਣ ਇਹ ਗੱਲ ਜ਼ਰੂਰ ਦੱਸਿਓ, ਪਸੋਈਅਸ ਮੈਂ ਨਹੀਂ ਸੀ ਸੁਣਿਆ ਜਦੋਂ ਤੱਕ ਪੰਜਾਬ 'ਚ ਸੀ। ਠੀਕ ਹੈ ਜੀ, ਇਹ ਮੈਂ ਸੱਚ ਕਹਿਣਾ। ਹਾਂਜੀ। ਉਹਦੇ ਤੋਂ ਬਾਅਦ ਹੋ ਸਕਦਾ ਕਿ ਜਦੋਂ ਅਸੀਂ ਇੱਥੇ ਨੂੰ ਤੁਰਨਾ ਵੀ ਸੀ, ਉਦੋਂ ਕੈਨੇਡਾ ਦੇ ਵਿੱਚ ਰਹਿੰਦੇ ਕੁਝ ਲੋਕ ਵੀ ਕਹਿੰਦੇ ਸੀ ਭਾਈ ਇਹ ਕਿੱਥੇ ਕਾ। ਹੁਣ ਤੁਸੀਂ ਇਹ ਦੱਸਿਓ ਥੋੜਾ ਜਿਹਾ ਕਿ ਇਹ ਜੇ ਆਪਾਂ ਕੈਲਗਰੀ ਵਾਲੇ ਪਾਸੇ ਆਉਣਾ ਹੋਵੇ, ਵੈਨਕੂਵਰ ਵਾਲੇ ਪਾਸੇ ਆਉਣਾ ਹੋਵੇ ਤਾਂ ਕਿੱਦਾਂ ਆਇਆ ਜਾ ਸਕਦਾ? 에ਅਰਪੋਰਟ ਕਿੱਥੇ ਕੁ ਪੈਂਦਾ? ਮੰਨ ਲਓ ਕਿਸੇ ਦੇ ਰਿਸ਼ਤੇਦਾਰ ਇੱਥੇ ਹੈ ਨਹੀਂ, ਕੀ ਇੱਥੇ ਕੋਈ ਹੋਟਲ ਵੀ ਹੈਗੇ ਆ? ਜੇ ਕੋਈ ਇੰਨੀ ਖੂਬਸੂਰਤ ਥਾਂ ਨੂੰ ਦੇਖ ਕੇ ਕਿਸੇ ਦਾ ਘੁੰਮਣ ਨੂੰ ਜੀ ਕਰੇ, ਉਹ 1 ਦਿਨ ਲਈ ਆਵੇ, 2 ਦਿਨ ਲਈ ਆਵੇ, ਜਾਂ 3 ਦਿਨ ਵੀ ਇੱਥੇ ਘੁੰਮਿਆ ਜਾ ਸਕਦਾ? ਉਹ ਸਾਰੀ ਚੀਜ਼ ਮਾੜੀ ਜੀ ਕਲੀਅਰ ਜ਼ਰੂਰ ਕਰੇ। ਬਿਲਕੁਲ ਜੀ, ਬਹੁਤ ਜ਼ਿਆਦਾ ਹੋਟਲ ਆ, ਕੋਈ ਤੁਹਾਨੂੰ ਰਹਿਣ ਦੀ ਪ੍ਰੋਬਲਮ ਨਹੀਂ। ਸਸਤੇ ਹੋਟਲ ਤੋਂ ਲੈ ਕੇ ਮਹਿੰਗੇ ਹੋਟਲਾਂ ਤੱਕ ਹੋਟਲ ਹੈਗੇ ਆ, ਜਿਹੇ ਚ ਮਰਜ਼ੀ ਤੁਸੀਂ ਜਾ ਸਕਦੇ ਹੋ। ਬਾਕੀ ਜੇ 에ਅਰਪੋਰਟ ਦੀ ਸਹੂਲਤ ਹੈ ਜੀ, ਪੈਂਟੈਕਟਨ ਵੀ 에ਅਰਪੋਰਟ ਹੈਗਾ, ਉਹਦੇ ਤੋਂ ਲੋਕਲ ਕੈਨੇਡਾ ਦੀਆਂ ਡੋਮੈਸਟਿਕ ਫਲਾਈਟਸ ਹੈ। ਕਲੋਨੇ ਤੋਂ ਵੀ ਹਲੇ ਕਲੋਨੇ ਤੋਂ ਜੀ ਹੈਗੀਆਂ, ਆਪਣੇ ਜਿਵੇਂ ਮੈਕਸੀਕੋ ਨੂੰ ਜਾਣ ਵਾਲੀਆਂ ਫਲਾਈਟਾਂ ਉਹ ਹੈਗੀਆਂ। ਹਾਂਜੀ, ਤੇ ਬਾਕੀ ਉੱਥੋਂ ਕੋਈ ਤੁਹਾਨੂੰ ਕਲੋਨੇ ਤੋਂ ਫਲਾਈਟਾਂ ਜਿਵੇਂ ਵੈਨਕੂਵਰ ਨੂੰ, ਟੋਰਾਂਟੋ ਨੂੰ, ਸਭ ਕੋਈ ਪ੍ਰੋਬਲਮ ਨਹੀਂ ਹੈਗੀ ਜਾਣ ਦੀ। ਜੇ ਆਪਾਂ ਇਦਾਂ ਸਮਝਣਾ ਹੋਵੇ ਕਿ ਰਾਜਪੁਰਾ ਕਿੱਥੇ ਕੁ ਪੈਂਦਾ ਜੀ, ਚੰਡੀਗੜ੍ਹੋਂ ਇੰਨੀ ਕੁ ਦੂਰ ਪੈਂਦਾ, ਪਟਿਆਲੇੋਂ ਇੰਨੀ ਕੁ ਦੂਰ ਪੈਂਦਾ, ਖੰਨਿਓਂ ਇੰਨੀ ਕੁ ਦੂਰ ਪੈਂਦਾ, ਉਹ ਪਰਲੇ ਪਾਸੇ ਜਿਹੜਾ ਸ਼ਾਹਬਾਦ ਆ ਉੱਥੋਂ ਇੰਨੀ ਦੂਰ ਪੈਂਦਾ, ਇਦਾਂ ਸਮਝਾਇਓ ਕਿ ਕੈਲਗਰੀ ਤੋਂ ਕਿੰਨੇ ਕੁ ਚਿਰ ਲੱਗਦਾ ਇੱਧਰੋਂ? ਕੈਲਗਰੀ ਤੋਂ ਜੇ ਆਪਾਂ ਬਾਈ ਰੋਡ ਆਉਣਾ ਹੋਵੇ ਤਾਂ ਜੀ ਤੁਹਾਨੂੰ ਲੱਗ ਜਾਣਗੇ 8 ਘੰਟੇ। 8 ਘੰਟੇ ਬਾਈ ਰੋਡ। ਠੀਕ ਹੈ ਜੀ। ਤੇ ਵੈਨਕੂਵਰ ਤੋਂ ਆਉਣਾ ਹੋਵੇ ਤਾਂ 4 ਘੰਟੇ। ਅੱਧ। ਹਾਂਜੀ, ਅੱਧ। ਤੇ ਜੇ ਇੱਥੋਂ ਆਪਾਂ ਕਲੋਨੇ ਨੂੰ ਜਾਣਾ ਹੋਵੇ ਤਾਂ ਸਮਝ ਲਓ ਸੋਈਅਸ ਤੋਂ 2 ਘੰਟੇ ਕਲੋਨਾ 에ਅਰਪੋਰਟ ਦੇ ਲੱਗ ਜਾਣਗੇ। ਅੱਛਾ, ਕਈ ਵਾਰੀ ਨਾ ਕਈ ਗਲਤਫਹਿਮੀਆਂ ਬੈਨੀਪਾਲ ਸਾਹਿਬ ਪੈਦਾ ਹੋ ਜਾਂਦੀਆਂ। ਭਾਜੀ ਹੋਰੀ ਤਾਂ ਚਾਹਲ ਸਾਹਿਬ ਆ ਗਿਆ 37 ਸਾਲ ਪਹਿਲਾਂ। ਜੀ। ਚਾਹਲ ਸਾਹਿਬ ਉਦੋਂ ਫਾਰਮ ਖਰੀਦਣਾ ਸ਼ਾਇਦ ਸੌਖਾ ਹੋਵੇ, ਪਰ ਜੇ ਹੁਣ ਕੋਈ ਬੰਦਾ ਆਖੇ ਕਿ ਯਾਰ ਵਧੀਆ ਸੋਹਣੀ ਸੁਨੱਖੀ ਜ਼ਿੰਦਗੀ ਹੈ, ਬਹੁਤ ਤੇਜ਼ ਜ਼ਿੰਦਗੀ ਹੈ ਨਹੀਂਗੀ, ਹੁਣ ਕੋਈ ਕੰਮ ਥੋੜਾ ਜਿਹਾ ਔਖਾ ਤਾਂ ਨਹੀਂ ਹੋ ਗਿਆ? ਔਖਾ ਕਿਵੇਂ? ਬਹੁਤ ਔਖਾ, ਮਹਿੰਗਾ ਹੋ ਗਿਆ ਜੀ। ਮਹਿੰਗਾ ਹੋ ਗਿਆ। ਆਮ ਤੌਰ ਤੇ ਜਿਹਦੇ ਵਿੱਚ ਕ੍ਰੌਪ ਹੋਈ ਹੈ, ਮੰਨ ਲਓ ਵੀ ਅੰਗੂਰ ਲੱਗੇ ਹੋਏ ਨੇ, ਚੈਰੀ ਲੱਗੀ ਹੋਈ ਹੈ, ਐਪਲ ਲੱਗੇ ਨੇ, ਕੋਈ ਵੀ ਫਰੂਟ ਲੱਗਾ, ਆਮ ਤੌਰ ਤੇ ਜੇ ਆਪਾਂ ਉਹਨੂੰ ਔਸਤਨ ਦੇਖੀਏ ਕਿੰਨੇ ਕੁ ਦਾ ਏਕੜ ਹੈ ਜੀ ਹੁਣ? ਉਹ ਜੀ ਤੁਸੀਂ 2 ਲੱਖ ਤੋਂ ਲੈ ਕੇ ਤਾਂ 2,25,30,000 ਤੱਕ ਕਹਿ ਸਕਦੇ ਹੋ। 2 ਤੋਂ ਸਵਾ 2 ਲੱਖ ਦਾ 1 ਏਕੜ ਡਾਲਰ ਕਿੱਲੇ ਦਾ। ਹਾਂਜੀ, ਜਿਹੜੀ ਵਾਲੀ ਜ਼ਮੀਨ ਆ, ਵਧੀਆ ਜ਼ਮੀਨ ਆ। ਤੇ ਜੇ ਤੁਸੀਂ ਫਰੂਟ ਵਾਲਾ ਫਾਰਮ ਕਹੋ ਤਾਂ ਉਹ ਹੋ ਸਕਦਾ 15 ਲੱਖ ਦਾ, ਜਾਂ 15 ਤੋਂ 2 ਦੇ ਵਿੱਚ ਡਿਪੈਂਡ ਆ, ਉਹ ਵੀ ਕਿਸੇ ਦਾ ਫਾਰਮ ਹੈ। ਅੱਛਾ ਜੀ। ਤੇ ਜਿਨ੍ਹਾਂ ਵੇਲਿਆਂ ਦੇ ਵਿੱਚ ਤੁਸੀਂ ਗੱਲ ਕਰਦੇ ਹੋ 86-87 ਜਦੋਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ, ਉਦੋਂ ਕੀ ਭਾਪੰਤਾ ਸੀ? ਉਦੋਂ ਜੀ 10 ਏਕੜ ਦਾ, ਜੇ ਤੁਸੀਂ ਆਪਾਂ 10 ਏਕੜ ਦੀ ਕੰਪੇਅਰ ਕਰ ਦਿੰਦੇ ਆ, ਉਹਦੇ ਵਿੱਚ ਉਹ 2 ਲੱਖ ਦਾ 2.5 ਲੱਖ ਦਾ ਮਿਲਦਾ ਸਾਰਾ ਹੀ ਫਾਰਮ। ਜਿਹੜਾ ਹੁਣ 10 ਗੁਣਾ ਮਹਿੰਗੀ ਹੋ ਗਿਆ, ਹੁਣ ਏਕੜ ਵੀ ਨਹੀਂ ਆਉਣਾ ਵਿੱਚ ਇਹ ਘਰ। ਅੱਛਾ, ਵਿੱਚ ਘਰ, ਪਰ ਘਰ ਤੱਕ ਵੀ ਹੁਣ ਵੀ ਹੁੰਦਾ ਹੀ ਹੈ ਜੀ ਫਾਰਮ 'ਚ। ਉਹ ਤਾਂ ਲਗਭਗ ਸਿਮਿਲਰ ਜੇ ਕੰਮ। ਅੱਛਾ, ਹੁਣ ਇਹ ਦੱਸਿਓ, ਜਿਸ ਤਰ੍ਹਾਂ ਆਪਾਂ ਗੱਲ ਪਹਿਲਾਂ ਵੀ ਕਰ ਰਹੇ ਸੀ ਕਿ ਖੇਤੀ ਨੂੰ ਹੁਣ ਕੋਈ ਲਾਹੇਵੰਦ ਧੰਦਾ ਕਿਤੇ ਵੀ ਨਹੀਂ ਸਮਝਦਾ। ਹਾਂਜੀ।
ਇੱਥੇ ਕੋਈ ਬੀਮਾ ਬੂਮਾ ਹੋ ਜਾਂਦਾ ਜੀ? ਹੋ ਜਾਂਦਾ ਜੀ, ਹਾਂਜੀ ਕਰਾਪ ਇੰਸ਼ੋਰੈਂਸ ਮਿਲ ਜਾਂਦਾ ਤੁਹਾਨੂੰ। ਨਹੀਂ ਸਾਰਿਆਂ ਦਾ ਹੋ ਜਾਂਦਾ, ਸਰਕਾਰ ਕਰਾਉਂਦੀ ਕਿ ਆਪ ਕਰਨਾ? ਆਪ ਨਹੀਂ, ਸਾਰਿਆਂ ਦਾ ਹੋ ਜਾਂਦਾ। ਉਹ ਗਵਰਨਮੈਂਟ ਅਦਾਰਾ ਜੀ ਜਿਹੜਾ ਕਰਾਪ ਇੰਸ਼ੋਰੈਂਸ ਵਾਲਾ। ਪੈਸੇ ਦਿੰਦੇ ਹੋ? ਹਾਂਜੀ, ਪੈਸੇ ਦੇਣੇ ਪੈਂਦੇ ਆ ਤੁਹਾਨੂੰ ਤੇ ਉਹਨੂੰ ਤੁਹਾਨੂੰ ਕਰਾਪ ਦਾ ਇੰਸ਼ੋਰੈਂਸ ਉਹ ਦੇ ਦਿੰਦੇ ਆ। ਜਿਹੇ ਜੀ ਥੋੜੀ ਪ੍ਰੋਡਕਸ਼ਨ ਆ ਉਹ ਥੋੜੀ ਪ੍ਰੋਡਕਸ਼ਨ ਦੇਖਦੇ ਆ, ਜਿਵੇਂ ਪਿਛਲੇ 3 ਸਾਲ ਦੀ 5 ਸਾਲ ਦੀ ਜਿਹੇ ਜੀ ਥੋੜੀ ਫਸਲ ਜਾ ਰਹੀ ਆ ਉਸ ਹਿਸਾਬ ਦੇ ਨਾਲ ਤੁਹਾਡਾ ਉਹ ਬੀਮਾ ਕਰਦਾ। ਇੱਕ ਸਵਾਲ ਆ ਹੁਣ ਇੱਥੇ, ਇੱਕ ਸਵਾਲ ਇੱਥੇ ਕਰਨਾ ਜੀ। ਭਾਰਤ 'ਚ ਨਾ ਫਸਲ ਬੀਮਾ ਯੋਜਨਾ ਇੱਕ ਕੇਂਦਰ ਸਰਕਾਰ ਨੇ ਸ਼ੁਰੂ ਕੀਤੀ, ਪੰਜਾਬ ਵਾਲਿਆਂ ਨੇ ਲਾਗੂ ਨਹੀਂ ਕੀਤੀ। ਉਹਨਾਂ ਨੇ ਕਿਹਾ ਪਤਾ ਕੀ, ਉਹ ਕਹਿੰਦੇ ਕਿ ਇਹ ਉਹਦੇ ਵਿੱਚ ਸੀਗਾ ਕਿ ਜੇ ਸੋਕਾ ਪੈ ਗਿਆ ਇੰਨੇ % ਫਸਲ ਤਬਾਹ ਹੋ ਗਈ ਤਾਂ ਬੀਮਾ ਮਿਲਣਾ, ਜੇ ਇੰਨਾ ਹੜ੍ਹ ਆ ਗਿਆ ਤਾਂ ਮਿਲਣਾ। ਹੁਣ ਪੰਜਾਬ 'ਚ ਨਾ ਬਹੁਤਾ ਸੋਕਾ ਪੈਂਦਾ ਸੀ, ਨਾ ਬਹੁਤਾ ਹੜ੍ਹ ਆਉਂਦਾ ਸੀ, ਇਸ ਕਰਕੇ ਪੰਜਾਬ ਵਾਲੇ ਕਹਿੰਦੇ ਲਾਗੂ ਹੀ ਨਹੀਂ ਕਰਨੀ। ਹੁਣ ਇੱਥੇ ਜਾਣੀ ਇਦਾਂ ਤਾਂ ਨਹੀਂ ਹੁੰਦੀ ਕਿ ਉਹ ਬੀਮਾ ਯੋਜਨਾ ਜਿਹੜੀ ਆ ਤੁਹਾਨੂੰ ਕੋਈ ਸਮੱਸਿਆ ਮੰਨ ਲਓ ਕਿ ਉਸ ਬੀਮੇ ਦੇ ਵਿੱਚ ਕੋਈ ਕੀੜਾ ਲੱਗ ਗਿਆ, ਕਿਸੇ ਫਸਲ ਨੂੰ ਤਬਾਹ ਹੋ ਗਈ ਤਾਂ ਵੀ ਪੈਸੇ ਮਿਲਦੇ ਆ? ਕੀੜੇ ਦੇ ਨਹੀਂ ਹੈਗੇ ਜੀ, ਉਹ ਤੁਹਾਡਾ ਕਰਾਪ ਇੰਸ਼ੋਰੈਂਸ ਮੇਨ ਕਵਰ ਕਰਦਾ ਜਿਵੇਂ ਗੜੇ ਪੈ ਗਏ, ਕੁਦਰਤੀ ਆਫਤ ਨੂੰ ਕਵਰ ਕਰਦਾ, ਜਾਂ ਫਰੋਸਟ ਪਿਆ, ਕੋਰਾ ਪੈ ਗਿਆ ਤੁਹਾਡੀ ਫਸਲ ਮਰ ਗਈ, ਉਹਦਾ ਵੀ ਇੰਸ਼ੋਰੈਂਸ ਹੈਗਾ ਜੀ। ਜਾਂ ਤੁਹਾਡੇ ਦਰਖਤਾਂ ਨੂੰ ਜਾਂ ਅੰਗੂਰਾਂ ਦੇ ਪਲਾਂਟਾਂ ਨੂੰ ਉਹ ਵਿੰਟਰ ਹਾਰਡ ਆ ਗਈ, ਵਿੰਟਰ ਜ਼ਿਆਦਾ ਕੋਲਡ ਹੋ ਗਈ ਤੇ ਉਹ ਮਰ ਗਏ, ਉਹਨਾਂ ਦੇ ਵਿੱਚੋਂ ਬੂਟੇ ਮਰ ਗਏ ਜੀ, ਉਹਦਾ ਵੀ ਬੀਮਾ ਹੈਗਾ। ਅੱਛਾ, ਕਿੰਨੇ ਕੁ ਪੈਸੇ ਲੱਗਦੇ ਬੀਮਾ ਕਰਾਉਣ ਤੇ ਅੰਦਾਜ਼ਨ? ਬੀਮਾ ਠੀਕ ਹੈ ਜੀ, ਕੋਈ ਬਹੁਤ ਜ਼ਿਆਦਾ ਪੈਸੇ ਜਾਨੀ ਅਫੋਰਡ ਕਰ ਸਕਦਾ ਬੰਦਾ। ਹਾਂਜੀ, ਪੈਸੇ ਮਿਲ ਵੀ ਚੋਖੇ ਜਾਂਦੇ ਨੇ, ਜਿੰਨੀ ਕਾਸਟ ਆ ਤੁਹਾਡੀ ਉਸ ਹਿਸਾਬ ਨਾਲ। ਅੱਗੇ ਨਾਲੋਂ ਬਹੁਤ ਹਾਰਡ ਹੈ ਜੀ ਜਿਹੜਾ ਬੀਮਾ ਏਜੰਟ ਦੀ ਬੀਮਾ, ਜਿਵੇਂ ਤੁਸੀਂ ਕਹਿੰਦੇ ਹੋ ਪਹਿਲਾਂ ਏਜੰਟ ਦੀ ਪਹਿਲਾਂ ਨਾਲੋਂ ਹੁਣ ਹਾਰਡ ਹੋਈ ਜਾਂਦਾ ਇੱਥੇ ਵੀ। ਪਰ ਇੱਕ ਤਾਂ ਗੱਲ ਮੰਨਣੀ ਆ ਪੰਜਾਬ ਵਾਲਿਓ, ਇਹ ਤੁਹਾਡੇ ਵਾਸਤੇ ਵੀ ਇੱਕ ਚੈਲੰਜ ਵਾਲੀ ਗੱਲ ਹੈ ਤੇ ਸਰਕਾਰਾਂ ਨੂੰ ਇੱਥੇ ਜਵਾਬ ਦੇ ਬਣਾਉਣ ਵਾਲੀ ਗੱਲ ਵੀ ਹੈ ਜੀ, ਕਿ ਜੇਕਰ ਕੈਨੇਡਾ ਦੇ ਵਿੱਚ ਸਰਕਾਰਾਂ ਕੁਦਰਤੀ ਆਫਤ ਦਾ ਬੀਮਾ ਕਰਦੀਆਂ ਨੇ, ਉੱਥੇ ਗਰਦੌਰੀ ਕਰਦੀਆਂ ਨੇ, ਪਰ 3 ਰੁਪਏ ਵੀ ਦੇ ਦਿੰਦੇ ਨੇ, ਇੱਕ ਵਾਰੀ ਏਕੜ ਦੇ 7 ਰੁਪਏ ਵੀ ਦੇ ਦਿੰਦੇ ਨੇ ਨੁਕਸਾਨ ਹੋਏ ਦੇ। ਹਾਂਜੀ, ਵੱਡਾ ਹੁਣ ਐਡਾ ਚੱਕ ਕਿੱਥੇ ਜਮ੍ਹਾਂ ਕਰਾਊ ਬੰਦਾ? ਹੁਣ ਜਦੋਂ ਇੱਥੇ ਤੁਸੀਂ ਦੱਸ ਰਹੇ ਹੋ, ਇਹਦਾ ਮਤਲਬ ਕਿਸਾਨੀ ਨੂੰ ਬਚਾਉਣ ਵਾਸਤੇ ਇਹ ਬੀਮਾ ਯੋਜਨਾਵਾਂ ਨੇ। ਬਿਲਕੁਲ, ਕਿ ਜੇਕਰ ਕੁਦਰਤੀ ਆਫਤ ਆ ਗਈ, ਕਿਉਂਕਿ ਕੋਈ ਨਹੀਂ ਪਤਾ ਹੁਣ ਬੀਤੇ ਦਿਨੀ ਕੈਲਗਰੀ ਵਿੱਚ ਕਿੰਨੀ ਗੜੇਮਾਰੀ ਹੋਈ ਹੈ। ਜੇ ਹੁਣ ਉੱਥੇ ਕੋਈ ਇਸ ਤਰ੍ਹਾਂ ਦੀਆਂ ਫਸਲਾਂ ਹੁੰਦੀਆਂ, ਜੇ ਘਰ ਤਬਾਹ ਹੋ ਗਏ, ਜੇ ਕਾਰਾਂ ਦੇ ਸ਼ੀਸ਼ੇ ਟੁੱਟ ਗਏ, ਕਾਰਾਂ ਟੁੱਟ ਗਈਆਂ, ਇਹਦਾ ਮਤਲਬ ਫਸਲ ਨੇ ਕਿਹੜਾ ਰਹਿਣਾ ਸੀ? ਬਿਲਕੁਲ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਸ ਗੱਲ ਪੱਖੋਂ, ਕਿਉਂਕਿ ਖੇਤੀ ਪ੍ਰਧਾਨ ਸੂਬਾ ਹੈ ਪੰਜਾਬ, ਉੱਥੇ ਤਾਂ ਮੈਨੂੰ ਲੱਗਦਾ ਉੱਥੋਂ ਦੇ ਮਾਡਲ ਨੂੰ ਤਾਂ ਬਾਕੀ ਦੁਨੀਆ ਦੇ ਮੁਲਕਾਂ ਨੂੰ ਅਪਣਾਉਣਾ ਚਾਹੀਦਾ ਸੀ ਕਿ ਦੇਖੋ ਉਹ ਖੇਤੀ ਕਰਦੇ, ਗੱਡਵੀਂ ਕਰਦੇ ਆ, ਤੇ ਅਸੀਂ ਵੀ ਲਗਭਗ ਉਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਪ੍ਰਣਾਲੀਆਂ ਅਪਣਾਈਏ। ਇਹ ਇੱਕ ਵਧੀਆ ਚੀਜ਼ ਹੈ ਕਿ ਜੇਕਰ ਕੱਲ੍ਹ ਨੂੰ ਗੜੇਮਾਰੀ ਪੈਂਦੀ ਹੈ, ਕੋਰਾ ਪੈ ਜਾਂਦਾ, ਤਾਂ ਉਹਦਾ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਹਾਂ ਸਾਡੀ ਬਾਂਹ ਬੀਮਾ ਯੋਜਨਾ ਕਰਕੇ ਫੜੀ ਜਾਣੀ ਆ, ਅਸੀਂ ਬਚਤ ਹੋ ਜਾਏਗੀ। ਅੱਛਾ, ਇੱਕ ਮੈਂ ਦੇਖਿਆ ਤੁਹਾਡੇ ਖੇਤਾਂ ਵਿੱਚ ਵੀ ਜਦੋਂ ਚੱਕਰ ਮਾਰਿਆ ਸੀ, ਕੋਈ ਪੱਖੇ ਜਿਹੇ ਲੱਗੇ ਹੋਏ ਨੇ ਵੱਡੇ, ਉਹ ਕੀ ਹੈ ਜੀ? ਉਹ ਪੱਖੇ ਜੀ ਜਦੋਂ ਅਰਲੀ ਆਪਣੇ ਫੁੱਲ ਨਿਕਲਦੇ ਇੱਥੇ, ਜਿਵੇਂ ਹੁਣ ਮਾਰਚ ਅਪ੍ਰੈਲ ਤੋਂ ਇਹ ਸਟਾਰਟ ਹੋ ਜਾਂਦੇ ਆ, ਜਦੋਂ ਸਰੋਂ ਦੇ ਫੁੱਲ ਨਿਕਲਦੇ, ਮੰਨ ਲਓ ਬਲੌਸਮ ਹੋਣ ਲੱਗਦੀ ਹੈ ਜੀ, ਬਲੌਸਮ ਹੋਣ ਲੱਗਦੀ ਹੈ, ਉਸ ਟਾਈਮ ਦੇ ਉੱਤੇ ਟੈਂਪਰੇਚਰ ਲੋ ਹੁੰਦਾ। ਜੇ ਹੁਣ ਰਾਤ ਨੂੰ -1 ਹੋ ਗਿਆ, ਜਿਹੜਾ ਇਹ ਅਬਾਊਟ ਜਦੋਂ ਕੋਰਾ ਪੈਂਦਾ ਉਹ 0 ਤੋਂ -1 ਤੇ ਸਟਾਰਟ ਹੋ ਜਾਂਦਾ, ਮਾਈਨਸ ਇਦੋਂ ਵੱਧ ਵੀ ਹੋ ਸਕਦੀ ਹੈ, 4-5 ਤੇ ਵੀ ਜਾ ਸਕਦੀ ਹੈ ਜੀ। ਫਿਰ ਉਹ ਜਿਹੜੇ ਪੱਖੇ ਆ ਉਹਨਾਂ ਨੂੰ ਚਲਾ ਦਿੱਤਾ ਜਾਂਦਾ ਜੀ, ਉਹ ਜਿੰਨੇ ਉਹ ਟੈਂਪਰੇਚਰ ਸੈੱਟ ਆ ਉਹਨਾਂ ਦੇ। ਅੱਛਾ ਜੀ। ਤੇ ਜੇ ਨਹੀਂ ਵੀ ਸੈੱਟ ਤਾਂ ਮੈਨੂਅਲੀ ਬੰਦੇ ਜਾ ਕੇ ਉਹਨੂੰ ਚਲਾ ਕਰ ਸਕਦੇ ਆ। ਤੇ ਉਹ ਅੱਛਾ ਜੀ, ਉਹ ਆਟੋਮੈਟਿਕ ਚੱਲ ਪੈਣੇ ਨੇ, ਫਿਰ ਆਟੋਮੈਟਿਕ ਚੱਲ ਪੈਂਦੀ ਹੈ, ਉਹ ਟੈਂਪਰੇਚਰ ਸੈੱਟ ਕਰਤਾ ਦੀ ਸਰਕਾਰ ਨੇ ਲਾ ਕੇ ਦਿੱਤੇ ਆ? ਨਹੀਂ, ਉਹ ਆਪ ਲਾਏ। ਮਹਿੰਗੇ ਲੱਗਦੇ ਆ? ਮਹਿੰਗੇ ਲੱਗਦੇ ਆ। ਕਿੰਨੇ ਕੁ ਮਹਿੰਗੇ ਲੱਗਦੇ ਆ? ਜੇ ਹੁਣ ਆਪਾਂ ਅੱਜ 10 ਏਕੜਾਂ ਨੂੰ ਕਵਰ ਕਰਨ ਨੂੰ ਉਹ ਪੱਖਾ ਲਾਈਏ, ਉਹਨੂੰ ਇੱਕ ਪੱਖਾ 10 ਏਕੜ ਜ਼ਮੀਨ ਨੂੰ ਕਵਰ ਕਰ ਦਿੰਦਾ, ਇੱਕ ਪੱਖਾ। ਅੱਛਾ, ਉਹਦੀ ਕੀਮਤ ਅਬਾਊਟ ਇਸ ਟਾਈਮ ਦੇ ਉੱਤੇ ਉਹਦੀ ਕੀਮਤ ਅਬਾਊਟ $50,000 ਹੈ। 25 ਲੱਖ ਦਾ? ਲਓ ਜੀ, 25 ਲੱਖ ਦਾ ਪੱਖਾ ਵੀ ਹੈਗਾ ਕੈਨੇਡਾ 'ਚ, ਅੱਜ ਪਤਾ ਲੱਗ ਗਿਆ ਜੀ। ਅੱਛਾ, ਚਲੋ। ਨਹੀਂ, ਕਿਉਂਕਿ ਮੈਂ ਵੇਖਿਆ ਸੀ, ਮੈਂ ਕਿਹਾ ਮੈਨੂੰ ਕਿਉਰਿਓਸਿਟੀ ਸੀ ਵੀ ਚਹਿਲ ਸਾਹਿਬ ਨੂੰ ਪੁੱਛਾਂਗੇ ਕਿ ਉਹ ਪੱਖਾ ਕਿਉਂ ਲਾਇਆ, ਕਈ ਪੱਖੇ ਲੱਗੇ ਪਏ ਜੀ ਖੇਤਾਂ 'ਚ। ਇਹਦਾ ਮਤਲਬ ਅਸੀਂ ਹੁਣ ਗਿਣਦੇ ਜਾਵਾਂਗੇ ਕਿੰਨੇ 50,000 ਨੇ। ਮੈਨੂੰ ਤਾਂ ਐ ਵੀ ਲੱਗਾ ਕਿ ਉਹ ਸ਼ਾਇਦ ਬੀਜ ਬਣਾਉਂਦੇ ਉਹ ਤੋਂ। ਨਹੀਂ, ਵੱਡਾ ਪੱਖਾ ਚੱਲਦਾ ਪਾਣ ਵਾਲਾ। ਅੱਛਾ ਜੀ, ਫਿਰ ਉਹ ਕੀ ਕਰਦਾ ਜੀ? ਉਹ ਫਿਰ ਜਦੋਂ ਹਵਾ ਚੱਲਦੀ ਆ, ਉਹ ਚਾਰੇ ਪਾਸੇ ਘੁੰਮਦਾ। ਅੱਛਾ ਜੀ। ਪੱਖਾ ਤੇ ਉਹ ਹਵਾ ਮਾਰਦਾ, ਹਵਾ ਦੇ ਨਾਲ ਫਿਰ ਕੋਰਾ ਜ਼ਮੀਨ ਦੇ ਉੱਤੇ ਟਿਕਦਾ ਨਹੀਂ, ਜੰਮਣ ਨਹੀਂ ਦਿੰਦਾ ਤੇ ਉਹ ਫਸਲ ਉਹ ਫੁੱਲਾਂ ਦੀ ਬਚਤ ਹੋ ਜਾਂਦੀ। ਫੁੱਲ ਜਿਹੜਾ ਉਹ ਮਰਨਾ ਹੁੰਦਾ ਉਹ ਬਚ ਜਾਂਦਾ। ਇਹਦਾ ਮਤਲਬ ਉਹ ਠੰਡ ਤੋਂ ਬਚਾ ਲੈਂਦਾ ਉਹ। ਤੇ ਜੇ ਹੋ ਜੇ ਜ਼ਿਆਦਾ ਕੋਲਡ, ਜਿਵੇਂ ਆਪਾਂ ਕਹਿ ਦਈਏ 10-12 ਮਾਈਨਸ ਹੋ ਗਿਆ, ਤੇ ਜਿਹੜੇ ਪੱਖੇ ਆ ਜੀ ਇਹਦੇ ਵੀ ਹਵਾ ਦਾ ਹਿਸਾਬ ਰਹਿੰਦਾ, ਤਾਂ ਵੀ ਨਾ ਉਹਦੇ ਉੱਪਰ ਹਾਟ 에ਅਰ ਹੈਗੀ ਆ, ਗਰਮ ਹਵਾ, ਜਿੱਥੇ ਪੱਖਾ ਚੱਲਦਾ ਉਹਦੇ ਉੱਪਰ। ਅੱਛਾ ਜੀ। ਪਰ ਹੁਣ ਟੈਂਪਰੇਚਰ ਹੀ ਮਾਈਨਸ 'ਚ ਹੋਇਆ ਪਿਆ ਤਾਂ ਉੱਤੇ ਵੀ ਠੰਡੀ ਹਵਾ ਹੋਣੀ ਹੈ? ਨਹੀਂ, ਜ਼ਰੂਰੀ ਨਹੀਂ ਹੈ ਜੀ ਉਹ। ਅੱਛਾ ਜੀ। ਹਾਂਜੀ, ਉੱਤੇ ਕਈ ਵਾਰੀ ਉਹਨੇ ਉੱਚੀ ਥਾਂ ਦੇ ਉੱਤੇ ਉਹਦਾ ਟੈਂਪਰੇਚਰ ਦਾ ਫਰਕ ਹੋ ਸਕਦਾ।
ਅੱਛਾ ਜੀ। ਹਾਂਜੀ, ਫਿਰ ਉਹ ਹਵਾ ਜਾਣੀ ਕੋਲਡ ਹਵਾ ਨਹੀਂ ਮਾਰਦਾ, ਫਿਰ ਉਹ ਉਹਨੂੰ ਗਰਮ ਕਰ ਦਿੰਦਾ ਜੋ ਚੱਲਦਾ ਤੁਹਾਡੇ ਫਸਲ ਬਚਾ ਲੈਂਦਾ ਫਸਲ ਨੂੰ। ਹਾਂਜੀ, ਤੁਹਾਡੇ ਫਾਰਮ ਦੇ ਟੈਂਪਰੇਚਰ ਨੂੰ 3-4 ਡਿਗਰੀ ਅਪ ਕਰ ਦਿੰਦਾ। ਅੱਛਾ ਚਾਹਲ ਸਾਹਿਬ, ਇੱਕ ਸਵਾਲ ਆ ਇੱਥੇ। ਬੈਨੀਪਾਲ ਸਾਹਿਬ, ਸ਼ਾਇਦ ਤੁਹਾਨੂੰ ਵੀ ਚੇਤਾ ਹੋਊਗਾ ਜਦੋਂ ਪੰਜਾਬ ਦੇ ਵਿੱਚ ਗਰਮੀਆਂ ਨੂੰ ਮੋਟਰ ਚਲਾਉਣ ਜਾਣਾ, ਜੀ ਉਦੋਂ ਘੁੱਗੂ ਵਾਲਾ ਇੰਤਜ਼ਾਮ ਬਹੁਤਾ ਨਹੀਂ ਸੀ ਹੁੰਦਾ ਨਾ, ਆਟੋਮੈਟਿਕ ਨਹੀਂ ਸੀ ਹੁੰਦੇ ਬਹੁਤੇ। ਨਹੀਂ, ਸਾਡੇ ਵੇਲਿਆਂ 'ਚ ਤਾਂ ਆ ਗਏ ਸੀ। ਤੁਹਾਡੇ ਵੇਲੇ 'ਚ ਆ ਗਏ ਹੋਣੇ ਆ, ਕਿਤੇ ਬਾਹਰੋਂ ਲੈ ਜਾਂਦਾ ਹੋਣਾ ਤੁਸੀਂ, ਉਹ ਤਾਂ ਹੈ ਤਾਂ ਪੁਰਾਣੇ ਬੰਦੇ ਹੋ, ਹੈਨਾ। ਚਲੋ ਇਹ ਤਾਂ ਮੰਨ ਲੈਨੇ, ਪਰ ਤੁਸੀਂ ਫਿਰ ਗੱਲ ਸੁਣੋ, ਫਿਰ ਮੇਰੀ ਗੱਲ ਮੰਨਣੀ ਪਿਆ ਕਰੋ ਜੇ ਤੁਹਾਡੇ ਵੇਲੇ 'ਚ ਨਹੀਂ ਸੀ ਤਾਂ। ਹੁਣ ਦੱਸਿਓ ਚਾਹਲ ਸਾਹਿਬ ਕਿ ਸਾਨੂੰ ਪੰਜਾਬ 'ਚ ਬੈਠੇ ਨੂੰ ਹੁੰਦਾ ਯਾਰ ਉੱਥੇ ਮੱਛਰ ਆ ਗਿਆ, ਮੱਛਰ ਲੜਦਾ, ਇਹ ਉਹ ਹੁੰਦਾ, ਇੱਥੇ ਥੋੜੋ ਖੇਤਾਂ 'ਚ ਮੱਛਰ ਹੋਣਾ, ਕਦੀ ਵੀ ਨਹੀਂ ਹੋਇਆ ਹੋਣਾ ਮੱਛਰ ਤਾਂ। ਨਹੀਂ, ਮੱਛਰ ਹੋ ਜਾਂਦਾ ਜੀ। ਜੇ ਤੁਸੀਂ ਆਹ ਸਾਲ ਦੇ ਵਿੱਚ ਦੇਖੋ, ਹੁਣ ਜੇ ਤੁਸੀਂ ਫਾਰਮ ਦੇ ਵਿੱਚ ਜਾਓ ਨਾ ਜਾਂ ਕੰਮ ਕਰੋ, ਜਾਂ ਤੁਸੀਂ ਉੱਥੇ ਕੋਈ ਵੀ ਦੇਖੋ, ਤਾਂ ਮੱਛਰ ਜ਼ਿਆਦਾ। ਨਹੀਂ, ਧੱਫੜ ਪਾਤੇ ਰਾਤੀ ਮੇਰੇ ਉਹਨੇ ਤੇ ਬਾਹਰ ਜੇ ਗਏ ਤਾਂ ਉਹ ਮੱਛਰ ਇਸ ਕਰਕੇ ਆ ਵੀ ਕਿਉਂਕਿ ਮੀਂਹ ਥੋੜੇ ਜ਼ਿਆਦੇ ਆ। ਮੀਂਹ ਵੀ ਆ, ਪਲੱਸ ਹੁਣ ਜਿਵੇਂ ਹੁਣ ਚੈਰੀ ਆ, ਫਰੂਟ ਪੱਕਾ, ਮਿਠਾਸ ਆ ਜੀ, ਤਾਂ ਉਹਦੇ ਉੱਤੇ ਆਉਣਾ। ਅੱਛਾ ਚਾਹਲ ਸਾਹਿਬ, ਇੱਕ ਹੋਰ ਬਹੁਤ ਵੱਡਾ ਸਵਾਲ ਹੈ। ਆਪਾਂ ਆਮ ਤੌਰ ਦੇ ਉੱਤੇ ਇੱਥੋਂ ਦੇ ਜਿਹੜੇ ਲੋਕ ਨੇ, ਕੈਨੇਡੀਅਨ ਲੋਕ ਨੇ, ਆਪਾਂ ਉਹਨਾਂ ਦੇ ਕੋਲੇ ਆਣ ਕੇ ਕੰਮ ਕਰਦੇ ਹੁੰਦੇ ਸੀ। ਹਾਂਜੀ, ਮੈਂ ਹੁਣ ਦੇਖਿਆ ਤੁਹਾਡੇ ਜਾਂ ਬਾਕੀ ਗਿੱਲ ਸਾਹਿਬ ਦੇ ਫਾਰਮ ਦੇ ਉੱਤੇ, ਜਾਂ ਜਿੰਨੇ ਵੀ ਅਸੋਈਅਸ ਦੇ ਵਿੱਚ ਆਪਣੇ ਪੰਜਾਬੀਆਂ ਦੇ ਫਾਰਮ ਨੇ, ਉਹਨਾਂ ਦੇ ਫਾਰਮਾਂ ਦੇ ਉੱਤੇ ਕੈਨੇਡੀਅਨ ਲੋਕ ਵੀ ਕੰਮ ਕਰਦੇ ਆ, ਗੋਰੇ ਵੀ ਕੰਮ ਕਰਦੇ ਆ। ਤੇ ਤੁਸੀਂ ਇਹ ਵੀ ਦੱਸਿਆ ਸੀ ਕਿ ਉਹ ਖਾਸ ਪ੍ਰੋਵਿੰਸ ਦੇ ਲੋਕ ਨੇ, ਕਿਊਬਿਕ ਦੇ ਲੋਕ ਨੇ। ਬਹੁਤ ਆਉਂਦੇ ਆ ਜੀ। ਹੁਣ ਕੀ ਕਾਰਨ ਆ ਵੀ ਉਹ ਲੋਕ ਐਡੀ ਦੂਰ, ਕਿਉਂਕਿ ਪੈਂਡਾ ਸੁਖਨਾ ਬਾਬਾ, ਕੌਣ ਲੋਕ ਨੇ ਉਹ ਜਿਹੜੇ ਤੁਹਾਡੇ ਕੋਲੇ ਆ ਕੇ ਮਜ਼ਦੂਰੀ ਕਰਦੇ ਆ? ਉਹ ਜੀ ਦੇਖੋ ਨਾ, ਜਦੋਂ ਜਿਹੜੇ ਯੰਗ ਲੋਕ ਨੇ ਕਿਊਬਿਕ ਦੇ ਵਿੱਚ, ਇੱਕ ਤਾਂ ਫਿਰ ਉਹਨਾਂ ਦੇ ਹੌਲੀਡੇ ਹੋ ਜਾਂਦੇ ਜੀ, ਕਿਉਂ ਕਿਊਬਿਕ ਵੀ ਠੰਡਾ। ਨਹੀਂ, ਤੁਸੀਂ ਸਾਨੂੰ ਪੰਜਾਬੀਆਂ ਨਵੀਂ ਗੱਲ ਦੱਸਦੀ, ਕੰਮ ਕਰਕੇ ਹੌਲੀਡੇ ਕਿੱਦਾਂ ਹੋ ਜੂ? ਨਹੀਂ, ਬਹੁਤ ਲੋਕ ਆਉਂਦੇ ਨੇ, ਕਹਿਣ ਆਉਂਦੇ ਨੇ ਕਿ ਅਸੀਂ ਹੌਲੀਡੇ ਕਰਨ ਚੱਲੇ ਆ, ਪਰ ਉਹ ਲਗਾਤਾਰ ਕੰਮ ਹੀ ਕਰੀ ਜਾਂਦੇ ਨੇ ਉੱਥੇ ਜਾ ਕੇ ਵੀ। ਇਹ ਦੇਖੋ ਜੀ, ਉਹਨਾਂ ਨੂੰ ਤੁਸੀਂ ਦੇਖੋਗੇ ਉਹ ਦੁਪਹਿਰ ਤੱਕ ਕੰਮ ਕਰਦੇ ਆ, ਜਾਂ 10-11 ਵਜੇ ਤੱਕ, ਜਿੰਨੇ ਵਜੇ ਤੱਕ ਚੈਰੀ ਟੁੱਟਦੀ ਆ, ਡਿਪੈਂਡ ਦਾ ਗਰਮੀ ਤੇ ਡਿਪੈਂਡ ਹੁੰਦੀ ਆ। ਉਦੋਂ ਬਾਅਦ ਉਹਨਾਂ ਨੇ ਬੀਚ ਤੇ ਵੀ ਆ ਵੜਨਾ ਜੀ, ਤੇ ਉਹਨਾਂ ਨੇ ਆਪਦਾ ਉਹਦਾ ਇੰਜੋਇਮੈਂਟ ਵੀ ਕਰਨਾ, ਮਨੋਰੰਜਨ ਕਰ ਲੈਂਦੇ ਆ ਆਪਣਾ। ਯਾਨੀ ਉਹਦੇ ਵਿੱਚੋਂ ਬਹੁਤੇ ਨੌਜਵਾਨ ਹੁੰਦੇ ਆ, ਬਹੁਤ ਨੌਜਵਾਨ ਹੁੰਦੇ। ਉਹ ਘਰਾਂ 'ਚੋਂ ਮਾੜੇ ਹੁੰਦੇ ਤਾਂ ਕੰਮ ਕਰਦੇ ਆ? ਇਹ ਜ਼ਰੂਰੀ ਨਹੀਂ ਹੈ ਜੀ ਵੀ ਉਹ ਮਾੜੇ ਹੀ ਹੋਣਗੇ, ਜਾਂ ਜਾਂਦੀ ਉਹਨਾਂ ਨੂੰ ਉਹਨਾਂ ਨੂੰ ਵਿਚਾਰਿਆਂ ਨੂੰ ਕੋਈ ਇਹੋ ਜਿਹੀ ਗੱਲ ਨਹੀਂ ਹੈ ਵੀ ਇਹ ਕੋਈ ਬਈ ਖੇਤੀ ਦੇ ਯਾਰ ਇਹ ਤਾਂ ਕਿਤਾਬ ਇੰਨਾ ਵਧੀਆ ਨਹੀਂ ਹੈ, ਇਹ 'ਚ ਕੰਮ ਨਹੀਂ ਆਪਾਂ ਕਰਨਾ ਨਾ। ਅੱਛਾ ਚਾਹਲ ਸਾਹਿਬ, ਇੱਥੇ ਇੱਕ ਹੋਰ ਬੜੀ ਇੰਪੋਰਟੈਂਟ ਗੱਲ ਆ। ਉਹ ਇੰਪੋਰਟੈਂਟ ਗੱਲ ਇਹ ਆ ਕਿ ਇਸ ਵੇਲੇ ਜੋ ਹਾਲਾਤ ਬਣੇ ਹੋ ਆ, ਸਾਨੂੰ ਲੱਗਦਾ ਹੁੰਦਾ ਕਿ ਪੰਜਾਬ ਦੇ ਵਿੱਚ ਨਾ ਜਿਹੜੇ ਖਾਸ ਤੌਰ ਦੇ ਉੱਤੇ ਕਿਰਤੀ ਵਰਗ ਦੇ ਲੋਕ ਨੇ, ਆਰਥਿਕ ਤੌਰ ਤੇ ਕਮਜ਼ੋਰ ਲੋਕ ਨੇ, ਕਿ ਉਹਨਾਂ ਦੇ ਰਹਿਣ ਦੇ ਹਾਲਾਤ ਬਹੁਤੇ ਚੰਗੇ ਨਹੀਂ। ਪਰ ਇੱਥੇ ਵੀ ਮੈਂ ਦੇਖਿਆ ਸੀ ਕਿ ਜਿਹੜੇ ਉਹ ਲੋਕ ਕੰਮ ਕਰਨ ਆਉਂਦੇ, ਉਹਨਾਂ ਨੇ ਬਾਗ ਦੇ ਵਿੱਚ, ਤੁਹਾਡੇ ਖੇਤਾਂ ਦੇ ਵਿੱਚ ਟੈਂਟ ਲਾਏ ਹੋਆ। ਟੈਂਟ ਲਾਏ ਹੋਇਆ, ਹਾਂਜੀ। ਉਹ ਵੀ ਬਹੁਤੇ ਚੰਗੇ ਹਾਲਾਤਾਂ ਨਹੀਂ ਹੁੰਦੇ ਨਾ, ਜਿਹੜੀ ਮਿਹਨਤ ਕਰਦੇ ਆ, ਤਾਂ ਵੀ ਥੋੜੇ ਮਾੜੇ ਤਾਂ ਨਹੀਂ ਕਹਿ ਸਕਦੇ, ਪਰ ਕੈਨੇਡੀਅਨ ਹਾਲਾਤਾਂ ਦੇ ਅਕੋਰਡਿੰਗ ਤਾਂ ਨਹੀਂ ਹੁੰਦੇ ਉਹ। ਨਹੀਂ, ਉਹਦੇ ਤੁਸੀਂ ਸਹੀ ਹੈ ਜੀ ਗੱਲ, ਇਹ ਉਵੇਂ ਨਹੀਂ ਹੁੰਦੇ, ਪਰ ਉਹਨਾਂ ਦਾ ਫਿਰ ਉਹਨਾਂ ਦਾ ਲਾਈਫ ਸਟਾਈਲ ਉਹ ਬਣਾ ਲੈਂਦੇ ਜੀ ਉਵੇਂ। ਉਹ ਟੈਂਟਾਂ ਦੇ ਵਿੱਚ ਕੈਂਪਿੰਗ ਲਈ ਤਾਂ ਲੋਕ ਆਮ ਉਹਦੇ ਵਿੱਚ ਵੀ ਮਨੋਰੰਜਨ ਕਰਦੇ ਆ, ਉਹਦੇ ਵਿੱਚ ਵੀ। ਜਾਨੀ ਕਹਿਣ ਦਾ ਭਾਵ ਆ, ਤੁਸੀਂ ਕਿਤੋਂ ਵੀ ਲੱਭ ਸਕਦੇ, ਕਿਤੋਂ ਵੀ ਲੱਭ, ਜ਼ਰੂਰੀ ਨਹੀਂ ਬਹੁਤ ਵੱਡੀ ਕੋਠੀ ਹੋਵੇ, ਬਹੁਤ ਵੱਡੀ ਗੱਡੀ ਹੋਵੇ। ਦੇਖਿਆ ਬਹੁਤ ਵੱਡੇ ਅਮੀਰ ਬੰਦੇ ਕੈਂਪਿੰਗ ਕਰਨ ਜਾਂਦੇ ਨੇ। ਠੀਕ ਹੈ ਜੀ, ਉਹ ਹਰੇਕ ਵੀਕਐਂਡ ਤੇ ਕਹਿਣਗੇ ਜੀ ਅਸੀਂ ਕੈਂਪਿੰਗ ਕਰਨ ਚੱਲੇ ਆ। ਕੈਂਪਿੰਗ ਕਰਨ ਚੱਲੇ। ਹੁਣ ਦੇਖੋ, ਕੈਂਪਿੰਗ ਕਰਨ ਦਾ ਮਤਲਬ ਹੋ ਸਕਦਾ, ਕਿਉਂਕਿ ਕੈਨੇਡਾ ਵਾਲੇ ਤਾਂ ਲਗਭਗ ਸਾਰੇ ਜਾਣਦੇ ਆ, ਹੋ ਸਕਦਾ ਪੰਜਾਬ ਦੇ ਵਿੱਚ ਬਹੁਤ ਗਿਣਤੀ ਲੋਕਾਂ ਨੂੰ ਪਤਾ ਹੋਵੇ, ਪਰ ਹੋ ਸਕਦਾ ਕੁਝ ਕੁ ਵਾਸਤੇ ਇਹ ਗੱਲ ਨਵੀਂ ਹੋਵੇ ਜੀ। ਵੱਡੇ ਘਰਾਂ ਵਿੱਚ ਰਹਿਣ ਵਾਲੇ ਬਹੁਤ ਸਾਰੇ ਲੋਕ, ਉਹ ਕਿਸੇ ਨਾ ਕਿਸੇ ਦਿਨ ਛੁੱਟੀ ਵਾਲੇ ਦਿਨ ਤੁਰਦੇ ਆ ਘਰੋਂ, ਆਪਣੀ ਕਾਰ ਲੈ ਕੇ, ਪਿਕਅਪ ਟਰੱਕ ਲੈ ਕੇ, ਵੈਨ ਲੈ ਕੇ, ਆਪਣਾ ਟੈਂਟ ਰੱਖਦੇ ਆ, 4 ਕੁਰਸੀਆਂ ਰੱਖਦੇ ਆ, ਤੇ ਨਾਲ ਮਾੜਾ ਮੋਟਾ ਖਾਣ ਪੀਣ ਵਾਲਾ ਸਮਾਨ ਰੱਖਦੇ ਆ। ਜੰਗਲ 'ਚ ਆ ਕੇ ਮੰਗਲ ਲਾਉਂਦੇ ਆ, ਨਾ ਇੱਧਰ ਆਬਾਦੀ ਨਾ ਇੱਧਰ ਆਬਾਦੀ, ਵਿਚਾਲੇ ਲਿਆ ਕੇ ਜੰਗਲ ਦੇ ਕਾਰ ਖੜਾ ਲੈਣੀ ਹੈ, ਉੱਥੇ ਅੱਗ ਬਾਲ ਕੇ ਚਾਹ ਬਣਾਉਣੀ ਹੈ, ਅੱਗ ਦੇ ਉੱਤੇ ਹੀ ਆਪਣਾ ਉਹਨਾਂ ਨੇ ਬਿਲਕੁਲ ਪੰਜਾਬ ਵਾਂਗੂ ਧੂਣੀ ਲਾ ਕੇ ਰਾਤ ਨੂੰ ਸੇਕਣਾ ਹੈ, ਤੇ ਉਹ ਕੈਂਪਿੰਗ ਕਰਨ ਜਾਂਦੇ ਨੇ। ਇਹਦਾ ਮਤਲਬ ਉਹ ਉਹਨਾਂ ਦੀ ਇੰਜੋਇਮੈਂਟ ਹੈ, ਉਹਨਾਂ ਦੀ ਦੇਖੋ ਖੁਸ਼ੀ ਤੁਸੀਂ ਕਿਸੇ ਵੀ ਚੀਜ਼ 'ਚੋਂ ਲੱਭ ਸਕਦੇ ਹੋ। ਅੱਜ ਤੁਸੀਂ ਦੇਖ ਲਓ, ਕਹਿੰਦੇ ਜੀ ਨਹੀਂ ਮੈਂ ਪਾਣੀ 'ਚ ਨਹੀਂ ਵੜਨਾ, ਹੁਣ ਅੱਜ ਅਸੀਂ ਕਿਹਾ ਵੀ ਨਹੀਂ ਆਪਾਂ ਯਾਰ ਪਾਣੀ 'ਚ ਜਾਣਾ ਹੈ। ਦੇਖੋ ਹੁਣ ਕਿੰਨੀ ਖੁਸ਼ੀ ਹੋ ਰਹੀ ਹੈ, ਮਹਿਸੂਸ ਕਰ ਰਹੇ ਹੋ ਨਾ? ਨਹੀਂ, ਮਹਿਸੂਸ ਕਰ ਰਿਹਾ ਬੈਨੀਪਾਲ ਸਾਹਿਬ। ਆਟਾ, ਹਾਂ, ਹੁਣ ਮੈਂ ਆਟੇ ਤੇ ਆਉਣਾ। ਹਾਂਜੀ, ਘਰੇ ਰੋਟੀ ਪੱਕਦੀ ਜੀ? ਬਿਲਕੁਲ। ਦਾਲ ਬਣਦੀ? ਹਾਂਜੀ। ਆਟਾ ਕਿੱਥੋਂ ਲਿਆਉਂਦੇ ਹੋ? ਆਟਾ ਇੱਥੇ ਆਪਣੇ ਇੱਥੇ ਵੀ ਮਿਲ ਜਾਂਦਾ, ਓਲੀਵਰ ਵੀ ਸਟੋਰ ਦੁਕਾਨ ਤੇ? ਹਾਂਜੀ, ਦੁਕਾਨ ਤੇ। ਕੀ ਬਾਤਾਂ। ਅੱਛਾ, ਆਟਾ ਅੱਜਕੱਲ ਬਾਕੀ ਗੋਰਿਆਂ ਦੇ ਸਟੋਰ ਦੇ ਵਿੱਚ ਵੀ ਆਪਣੀ ਸਾਰੀ ਗਰੋਸਰੀ ਆ ਗਈ ਹੈ ਜੀ। ਅੱਛਾ, ਇੱਕ ਗੱਲ ਦੱਸਿਓ ਹੁਣ ਮੈਨੂੰ ਚਾਹਲ ਸਾਹਿਬ, ਮੈਨੂੰ ਹੁਣ ਆ ਗਿਆ ਹੀ ਚੇਤਾ। ਹਾਂਜੀ। ਹੁਣ ਜਿਹੜੇ ਸਾਡੇ ਨਿਆਣੇ ਉੱਥੋਂ ਪੜ੍ਹਨ ਆਉਂਦੇ ਆ ਨਾ, ਹਾਂਜੀ, ਉਹਨਾਂ ਨੂੰ ਲੱਗਦਾ ਹੁੰਦਾ ਕਿ ਭਾਈ ਪੁਰਾਣੇ ਬੰਦੇ ਤਾਂ 40 ਸੈੱਟ ਹੋ ਗਏ। ਹਾਂਜੀ। ਸਾਰਿਆਂ ਨੂੰ ਨਹੀਂ ਲੱਗਦਾ, ਪਰ ਕਈਆਂ ਨੂੰ ਲੱਗਦਾ ਕਿ ਉਹ ਬੰਦੇ ਉਦੋਂ ਵਧੀਆ ਸਮਾਂ ਸੀਗਾ, ਕੋਈ ਐਡਾ ਹਾਰਡ ਨਹੀਂ ਸੀ, ਨਾ ਅੰਗਰੇਜ਼ੀ ਦਾ ਪੇਪਰ ਦੇਣਾ ਪੈਂਦਾ ਸੀ, ਨਾ ਜਮਾਤਾਂ ਲਾਉਣੀਆਂ ਪੈਂਦੀਆਂ ਸੀ। ਆਣ ਕੇ ਕੰਮ ਸ਼ੁਰੂ ਕਰ ਦਿੱਤਾ, 4 ਪੈਸੇ ਬਣੇ, ਹੌਲੀ ਹੌਲੀ ਫਾਰਮ ਖਰੀਦ ਲਿਆ, ਜਾਂ ਫੈਕਟਰੀ ਦੇ ਵਿੱਚ ਵੱਡੀ ਪੋਸਟ ਤੇ ਚਲਾ ਗਿਆ। ਤੁਹਾਨੂੰ ਕੀ ਲੱਗਦਾ 37 ਸਾਲ ਪਹਿਲਾਂ ਜਦੋਂ ਚਾਹਲ ਸਾਹਿਬ ਕੈਨੇਡਾ ਦੀ ਧਰਤੀ ਦੇ ਉੱਤੇ ਉਤਰੇ, ਉਹਨਾਂ ਦੇ ਲਈ ਜ਼ਿੰਦਗੀ ਸਖਤ ਸੀ, ਜਾਂ ਅੱਜ ਦੇ ਜਿਹੜੇ ਬੱਚੇ ਆ ਰਹੇ ਨੇ, ਪੜ੍ਹਨਾ ਵੀ ਪੈਂਦਾ, ਕੰਮ ਵੀ ਕਰਨਾ ਪੈਂਦਾ, ਫੀਸਾਂ ਵੀ ਦੇਣੀਆਂ ਪੈਂਦੀਆਂ, ਅੰਗਰੇਜ਼ੀ ਦਾ ਇਮਤਿਹਾਨ ਵੀ ਪਾਸ ਕਰਨਾ ਪੈਂਦਾ, ਜਾਂ ਉਹਨਾਂ ਦਾ ਕੰਮ ਔਖਾ? ਇਹ
ਦੋਨੇ ਚੀਜ਼ਾਂ ਹੀ ਹੋ ਸਕਦੀਆਂ ਜੀ। ਮੈਂ ਕਹਾਂਗਾ ਉਦੋਂ ਵੀ ਉਹ ਵੀ ਬੜਾ ਔਖਾ ਸੀ ਤੇ ਇਹਨਾਂ ਲਈ ਵੀ ਬਹੁਤ ਔਖਾ, ਈਜ਼ੀ ਨਹੀਂ ਹੈ ਜੀ। ਹਾਂਜੀ, ਇਹਨਾਂ ਨੂੰ ਮਿਹਨਤ ਵੀ ਬਹੁਤ ਕਰਨੀ ਪੈਂਦੀ ਆ, ਪੜ੍ਹਨਾ ਵੀ ਪੈਂਦਾ। ਬਾਕੀ ਇੱਕ ਜੇ ਹੁਣ ਕੋਈ ਬੰਦਾ ਸਿੰਗਲ ਵਿਚਾਰਾ ਆਉਂਦਾ, ਸਟੂਡੈਂਟ ਆਉਂਦਾ, ਤਾਂ ਉਹਨੇ ਘਰ ਦਾ ਰੈਂਟ ਵੀ ਦੇਣਾ, ਨਾਲ ਸਕੂਲ ਵੀ ਜਾਣਾ, ਨਾਲ ਪੜ੍ਹਨਾ ਵੀ ਆ। ਬਾਕੀ ਵੀ ਦੇਖੋ ਜੀ ਪੰਜਾਬੀ ਕਮਿਊਨਿਟੀ ਵੀ ਆਪਣੀ ਜੀ ਕਈਆਂ ਥਾਵਾਂ ਤੇ ਤਾਂ ਬੜਾ ਈਜ਼ੀ ਆ, ਜਾਣੀ ਹਰੇਕ ਬੰਦਾ ਸਟੂਡੈਂਟ ਦੀ ਹੈਲਪ ਕਰ ਦਿੰਦਾ ਜੀ। ਇੱਥੇ ਕੀ ਹਾਲਾਤ ਹੈ ਜੀ? ਬਹੁਤ ਵਧੀਆ ਜੀ, ਕਰਦੇ ਆ ਜੀ ਜਿਹੜੇ ਸਟੂਡੈਂਟ ਆ ਉਹਨਾਂ ਦੀ ਮਦਦ? ਹਾਂਜੀ ਕਰਦੇ ਆ। ਅੱਛਾ, ਕਈ ਜਿਹੜੇ ਵੱਡੀਆਂ ਕਮਿਊਨਿਟੀਆਂ ਨੇ, ਜਿਵੇਂ ਆਪਾਂ ਸਰੀ ਦੀ ਗੱਲ ਕਰ ਲਈਏ, ਬਰੈਂਪਟਨ ਦੀ ਗੱਲ ਕਰ ਲਈਏ, ਟੋਰਾਂਟੋ ਦੀ ਗੱਲ ਕਰ ਲਈਏ, ਵੈਨਕੂਵਰ ਦੀ ਗੱਲ ਕਰ ਲਈਏ, ਉੱਥੇ ਭਾਈਚਾਰਾ ਬਹੁਤ ਵੱਡੀ ਗਿਣਤੀ ਵਿੱਚ ਹੈ। ਕੈਲਗਰੀ, ਐਡਮਿੰਟਨ 'ਚ ਵੀ ਸੇਮ ਹੀ ਆ, ਬਿਲਕੁਲ। ਮੌਂਟਰੀਅਲ ਦੇ ਵਿੱਚ ਵੀ ਕਾਫੀ ਭਾਈਚਾਰਾ ਹੈ। ਇੱਥੇ ਇੱਕ ਦੂਸਰੇ ਵਿਅਕਤੀ ਦੀ ਭਾਈਚਾਰਾ ਮਦਦ ਕਰਦਾ ਜਾਂ ਕਹਿੰਦਾ ਯਾਰ ਜਿਹਦਾ ਫੋਨ ਲਗਾਤਾਰ 2 ਦਿਨ ਆ ਗਿਆ ਕਿਤੇ ਕੋਈ ਕੰਮ ਨਾ ਕਹਿ ਦੇਵੇ? ਕੀ ਹਾਲ ਹੈ ਜੀ? ਨਹੀਂ ਜੀ, ਮਦਦ ਕਰਦੇ ਆ ਜੀ। ਪੈਸਾ ਪੂਸੇ ਲੈ ਕੇ ਮੁੱਕਰ ਵੀ ਜਾਂਦੇ ਲੋਕ? ਮੈਂ ਤਾਂ ਆਹ ਤਾਂ ਹੁਣ ਗੱਲ ਗੋਲ ਹੀ ਕਰਨ ਲੱਗੇ। ਮੈਂ ਨਹੀਂ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਅੱਛਾ, ਬਹੁਤ ਘੱਟ ਹੀ ਹੋਊਗਾ ਜੀ। ਚਾਲ ਸਾਹਿਬ, ਚਲੋ ਇੱਕ ਗੱਲ ਹੋਰ ਮੈਨੂੰ ਦੱਸਿਓ ਕਿ ਭਾਈਚਾਰਾ ਹੈਗਾ ਸੁੱਖ ਨਾਲ, ਤੁਸੀਂ ਦੱਸਿਆ 400 ਪਰਿਵਾਰ ਆ ਤਕਰੀਬਨ, ਹੈ ਨਾ? ਇਹ ਇਕੱਲਾ ਸੋਈਐਸ ਦੇ ਵਿੱਚ ਆ ਕਿ ਤੁਸੀਂ ਓਲੀਵਰ ਵੀ ਨਾਲ ਜੋੜਿਆ? ਨਾਲ ਜੋੜਿਆ। ਉਹ 400 ਪਰਿਵਾਰ ਜਿਹੜੇ ਆ, ਤੁਸੀਂ ਇੱਕ ਦੂਜੇ ਨਾਲ ਕਿਵੇਂ ਮਿਲਦੇ ਵਰਤਦੇ ਹੋ? ਕੋਈ ਸਾਂਝਾ ਥਾਂ, ਕੋਈ ਗੁਰੂ ਘਰ, ਕੋਈ ਮੰਦਿਰ, ਕੋਈ ਮਸਜਿਦ, ਕੋਈ ਸਾਲ ਦਾ ਕੋਈ ਪ੍ਰੋਗਰਾਮ ਹੁੰਦਾ ਹੋਵੇ, ਕਿੱਥੇ ਪਰਿਵਾਰਾਂ ਨੂੰ ਜੁੜਨ ਦਾ ਮੌਕਾ ਮਿਲਦਾ ਜੀ? ਪਰਿਵਾਰ ਗੁਰਦੁਆਰਾ ਸਾਹਿਬ ਹੀ ਹੈ ਜੀ ਮੇਨ ਤੱਕ ਜੀ। ਜਿਹੜੇ ਪੰਜਾਬੀ ਸੋਈਐਸ ਤੇ ਓਲੀਵਰ ਦਾ ਵੱਖੋ ਵੱਖਰਾ ਜੀ? ਨਹੀਂ ਜੀ, ਇੱਕੋ ਗੁਰਦੁਆਰਾ ਓਲੀਵਰ ਦੇ ਵਿੱਚ ਹੈ ਸਾਰਾ ਇਕੱਠਾ ਹੀ। ਅੱਛਾ, ਸੈਂਟਰ ਦੇ ਬਣਾ ਲਿਆ, ਉੱਥੇ ਬਣਾ ਲਿਆ, ਓਲੀਵਰ ਬਣਾ ਲਿਆ। ਵੀ ਚਲੋ ਉਦੋਂ ਸੋਈਐਸ ਦੇ ਵਿੱਚ ਪੰਜਾਬੀਆਂ ਦੀ ਆਬਾਦੀ ਥੋੜੀ ਘੱਟ ਹੋਊਗੀ, ਉੱਥੇ ਜ਼ਿਆਦਾ ਹੋਊਗੀ ਉਸ ਟਾਈਮ ਦੇ ਉੱਤੇ। ਮੈਨੂੰ ਮੈਂ ਉਮੀਦ ਹੈ ਜਿੱਥੇ ਤੱਕ ਬਾਕੀ ਗੁਰੂ ਘਰ ਤਾਂ ਜਿੱਥੇ ਮਰਜ਼ੀ ਦੁਨੀਆ ਚਲੇ ਜਾਊ ਸਾਰਾ ਸਾਂਝਾ ਹੀ। ਚਾਲ ਸਾਹਿਬ, ਮੈਂ ਬ੍ਰੇਕ ਲਾਉਣ ਲੱਗਿਆ। ਬੈਨੀਪਾਲ ਸਾਹਿਬ, ਇੱਕ ਸੁਣਨ ਵਾਲੀ ਗੱਲ, ਮੈਂ ਤੁਹਾਡੇ ਵੱਲ ਇਸ਼ਾਰਾ ਤਾਂ ਕਰਦਾ ਕਿਉਂਕਿ ਤੁਸੀਂ ਸ਼ਹਿਰ ਚੋਂ ਆਏ। ਇਰਸ਼ਾਦ। ਉਹ ਗੱਲ ਇਹ ਹੈ, ਹੁਣ ਗੁਰੂ ਘਰ ਬਣਿਆ, ਉਧਰ ਓਲੀਵਰ ਆ, ਇੱਧਰ ਸੋਈਐਸ ਆ, ਵੋਟਾਂ ਤਾਂ ਪੈਂਦੀਆਂ ਹੋਣੀਆਂ। ਮੈਂ ਪਿਛਲੀ ਵਾਰੀ ਪੁੱਛਿਆ ਸੀ, ਮੈਂ ਤਾਂ ਪੁੱਛਦਾ ਉਹਨਾਂ ਬਾਰ-ਬਾਰ ਸਵਾਲ, ਇਸ ਕਰਕੇ ਕਿ ਸਾਰਿਆਂ ਨੂੰ ਪਤਾ ਲੱਗ ਜਾਵੇ ਭਾਈ ਕੈਨੇਡਾ ਦੇ ਵਿੱਚ ਜਾਂ ਦੁਨੀਆ ਦੇ ਕਿਸੇ ਖਿੱਤੇ 'ਚ ਇਦਾਂ ਦਾ ਗੁਰੂ ਘਰ ਵੀ ਹੈਗਾ। ਕਿੰਨੀ ਵਾਰੀ ਲੜਾਈ ਝਗੜਾ ਹੋਇਆ, ਕਿੰਨੀ ਵਾਰੀ ਪ੍ਰਧਾਨਗੀ ਰੌਲਾ ਪਿਆ, ਕਿੰਨੀ ਵਾਰੀ ਵੋਟਾਂ ਪਈਆਂ? ਨਹੀਂ ਜੀ, ਕੋਈ ਵਾਰੀ ਵੋਟ ਨਹੀਂ ਪਈ ਜੀ, ਇੱਕ ਵਾਰੀ ਵੀ ਨਹੀਂ ਪਈ ਹੈਗੀ। ਤੇ ਕੋਈ ਲੜਾਈ ਨਹੀਂ ਹੈ, ਕੋਈ ਨਹੀਂ ਹੈਗਾ ਮੈਂਬਰ ਜਾਣੀ ਉਹ ਤਾਂ ਉੱਥੇ ਤਾਂ ਤੁਸੀਂ ਕਿਸੇ ਨੂੰ ਕਹਿ ਦਿਓ ਵੀ ਲਓ ਜੀ ਮੈਨੂੰ ਮੈਮਰੀ ਦੇ ਦਿਓ, ਤਾਂ ਉਹਨਾਂ ਕਹਿਣਗੇ ਲੈ ਤੁਸੀਂ ਬਣ ਜਾਓਗੇ। ਹੱਥ ਵਾਨਾਂ ਦੇ ਆ, ਕੋਈ ਗੱਲ ਨਹੀਂ ਵੀ ਤੁਸੀਂ ਸੇਵਾ ਹੀ ਕਰਨੀ ਹੈ। ਨਾਲੇ ਬਾਟ ਸਾਹਿਬ ਗੱਲ ਇਹ ਹੈ, ਸੇਵਾ ਕਿਤੇ ਜੇ ਕਰਨੀ ਹੈ ਕਿਸੇ ਗੁਰਦੁਆਰਾ, ਮੰਦਿਰ, ਮਸਜਿਦ ਜਾਂ ਕਿਸੇ ਵੀ ਧਾਰਮਿਕ ਸਥਾਨ ਤੇ, ਉਹ ਕੋਈ ਪ੍ਰਧਾਨਗੀ ਵਾਲਾ ਜਾਂ ਸਕੱਤਰ ਵਾਲਾ ਜਾਂ ਖਜ਼ਾਨਚੀ ਵਾਲਾ ਹੀ ਥੋੜੀ ਟੈਗ ਲੱਗਿਆ ਜ਼ਰੂਰੀ ਹੈ। ਨਹੀਂ ਦੇਖੋ, ਸੇਵਾ ਕਰਨ ਤੋਂ ਦੱਸੋ ਕਿਹੜਾ ਕਿਤੋਂ ਰੋਕਦਾ? ਹਾਂ, ਚੌਧਰ ਕਰਨ ਦੀ ਗੱਲ ਵੱਖਰੀ ਹੋ ਸਕਦੀ। ਬੈਨੀਪਾਲ ਸਾਹਿਬ ਦੇਖੋ, ਮੈਂ ਸਵਾਲ ਤਾਂ ਪੁੱਛ ਲਿਆ, ਮੈਂ ਆਪਣੇ ਸ਼ਬਦ ਵਾਪਸ ਰਿਹਾ, ਕਿਹੜਾ ਕਦੇ ਕਿਤੇ ਲੜਾਈ ਹੋਈ ਹੈ? ਹੁੰਦੀ ਨਹੀਂ ਕਦੇ। ਕਿਹੜਾ ਪੈਂਦੀਆਂ ਕਿਤੇ? ਹਾਂ, ਕਦੇ ਵੋਟਾਂ ਪੈਂਦੀਆਂ ਨਹੀਂ, ਕਦੇ ਪ੍ਰਚਾਰ ਪੋਸਟਰ ਲੱਗਦੇ ਕਿਤੇ ਨਾ, ਕਦੇ ਪੋਸਟਰ ਤਾਂ ਲੱਗਦੇ ਨਾ। ਇਸ ਕਰਕੇ ਮੈਨੂੰ ਪੁੱਛਣਾ ਪੈ ਗਿਆ। ਮੈਂ ਕਿਹਾ ਸਾਰੇ ਦਰਸ਼ਕਾਂ ਨੂੰ ਪਤਾ ਲੱਗ ਜੇ ਕਿ ਭਾਈ ਗੁਰੂ ਘਰ ਇਦਾਂ ਵੀ ਚੱਲਦੇ ਆ, ਗੁਰੂ ਘਰ 'ਚ ਸੇਵਾ ਇਦਾਂ ਵੀ ਹੁੰਦੀ ਹੈ। ਪੋਸਟਰ ਨਹੀਂ ਲੱਗਦੇ, ਸਮਾਨ ਵੀ ਨਹੀਂ ਖਿਲਾਇਆ ਪੜਾ ਆ ਜਾਂਦਾ ਵੋਟਾਂ 'ਚ। ਨਹੀਂ ਖਿਲਾਇਆ। ਚਲੋ, ਮੈਨੂੰ ਇਸ ਗੱਲ ਦੇ ਵਿੱਚ ਮੈਂ ਬਿਲਕੁਲ ਨਹੀਂ ਆਉਂਦਾ ਕਿਉਂਕਿ ਗੁਰੂ ਘਰ ਦਾ ਮਸਲਾ। ਕਿਉਂ ਨਹੀਂ? ਕਿਉਂਕਿ ਤੁਸੀਂ ਆਏ ਹੋ ਪੰਜਾਬ ਤੋਂ ਜੀ। ਅੱਛਾ, ਚਲੋ ਗੱਲ ਸੁਣੋ ਚਾਲ ਸਾਹਿਬ, ਇੱਥੇ ਮੈਨੂੰ ਇੱਕ ਗੱਲ ਦੱਸਿਓ। 400 ਪਰਿਵਾਰ ਆ ਗੁਰੂ ਘਰ ਦੇ ਵਿੱਚ, ਜਦੋਂ ਸਮਾਗਮ ਕੋਈ ਹੁੰਦਾ ਤਾਂ ਫਿਰ ਕੋਈ ਉੱਥੇ ਜਾ ਕੇ ਤਾਂ ਆਪਾਂ ਜੇਬਾਂ 'ਚ ਹੱਥ ਪਾ ਕੇ ਖੜਦੇ ਹੋਣੇ ਆ ਕਿ ਭਾਈ ਆਪਾਂ ਮੈਂਬਰ ਆ, ਪ੍ਰਧਾਨ ਆ, ਜਾਂ ਆਪਾਂ ਤਾਂ ਫਾਰਮ ਹਾਊਸ ਦੇ ਮਾਲਕ ਆ, ਜਾਂ ਉੱਥੇ ਕੋਈ ਲੰਗਰ ਪ੍ਰਸ਼ਾਦੇ ਦੀ ਸੇਵਾ ਕੋਈ ਬੀਬੀਆਂ ਥੋੜ੍ਹਾ ਕਰਦੇ ਹੋਣੇ? ਸਾਰੀਆਂ ਬੀਬੀਆਂ ਕਰਦੀਆਂ। ਬਿਲਕੁਲ। ਇਹ ਕਿਵੇਂ ਹੋ ਸਕਦਾ? ਕਰਦੀਆਂ ਜੀ। ਸੂਟਾਂ ਵਾਲੀ ਦੁਕਾਨ ਤੁਸੀਂ ਕਹਿੰਦੇ ਪਿਛਲੇ ਰਿਸਰੀ ਆ ਤਾਂ ਬੀਬੀਆਂ ਸੇਵਾ ਕਰਦੀਆਂ, ਤਾਂ ਬੀਬੀਆਂ ਨਾਲ ਫਿਰ ਬੇਇਨਸਾਫੀ। ਇੱਥੇ ਕੋਈ ਸੂਟਾਂ ਵਾਲੀ ਦੁਕਾਨ ਨਹੀਂ। ਦੇਖੋ, ਮੈਂ ਨਾ ਬੈਨੀਪਾਲ ਸਾਹਿਬ ਇਹ ਗਲਤ ਗੱਲ, ਪਿਛਲੀ ਵਾਰੀ ਠੋਕ ਵਜਾ ਕੇ ਗੱਲ ਕਹੀ ਸੀ ਤੁਹਾਡੇ ਨਾਲ। ਸੂਟਾਂ ਦੀ ਦੁਕਾਨ ਹੈਗੀ ਛੋਟੀ ਜਿਹੜੀ, ਉਹ ਨਹੀਂ। ਇਹ ਗਲਤ ਗੱਲ ਨਹੀਂ। ਇਹ ਕਿਸੇ ਨੂੰ ਭਾਈਚਾਰੇ ਨੂੰ ਤੁਸੀਂ ਗੱਲ ਭਾਈਚਾਰਾ ਕਰੋ ਇਕੱਠਾ, ਅਸੀਂ ਮੰਗ ਪੱਤਰ ਦੇ ਕੇ ਜਾਣਾ ਬੀਬੀਆਂ ਵੱਲੋਂ ਕਿ ਇੱਥੇ ਸੂਟਾਂ ਦੀ ਵੱਡੀ ਦੁਕਾਨ ਖੋਲੀ ਜਾਵੇ। ਪਰ ਜੀ ਅੱਜ ਕੱਲ੍ਹ ਤੁਹਾਨੂੰ ਪਿਛਲੀ ਆਨਲਾਈਨ ਹੋ ਜਾਂਦਾ ਜੀ, ਆਨਲਾਈਨ ਹੋ ਜਾਂਦਾ ਅੱਜ ਕੱਲ੍ਹ। ਉਹ ਪਹਿਲਾਂ ਉਹ ਸਾਰਾ ਕੋਈ ਪਰਿਸਥਿਤੀਆਂ ਹੀ ਬਦਲ ਗਈਆਂ ਨੇ ਜੀ। ਅੱਛਾ, ਚਾਲ ਸਾਹਿਬ, ਗੁਰੂ ਘਰ ਦਾ ਫਿਰ ਦੱਸਿਓ ਕਿ ਉੱਥੇ ਸੇਵਾ ਕੌਣ ਕਰਦਾ ਹੈ, ਕਿਵੇਂ ਜਦੋਂ ਸਮਾਗਮ ਹੁੰਦੇ ਆ? ਦੇਖੋ ਜੀ, ਕੋਈ ਵੀ ਕਿਸੇ ਨੇ ਲੰਗਰ ਕਰਾਉਣਾ ਜਾਂ ਹੋਰ ਕਰਨਾ, ਕੋਈ ਸਮਾਗਮ, ਉਹਨਾਂ ਦੇ ਰਿਸ਼ਤੇਦਾਰ ਜਾਂ ਉਹਨਾਂ ਨੇ ਜਾਣਨ ਵਾਲੇ ਬੰਦੇ, ਜਾਣਨ ਵਾਲੀਆਂ ਬੀਬੀਆਂ, ਉਹ ਫੋਨ ਕਰ ਲੈਂਦੇ ਆ ਉਹਨਾਂ ਨੂੰ, ਉਹ ਆ ਕੇ ਸਾਰੀ ਸੇਵਾ ਕਰਾਉਂਦੇ ਆ ਜੀ। ਬਿਲਕੁਲ। ਅੱਛਾ, ਕਦੀ ਆਮ ਤੌਰ ਤੇ ਨਾ ਬੈਨੀਪਾਲ ਸਾਹਿਬ, ਜਦੋਂ ਕੈਨੇਡਾ ਦੀ ਗੱਲ ਹੁੰਦੀ ਆ ਤਾਂ ਆਮ ਤੌਰ ਤੇ ਹੁੰਦਾ ਯਾਰ ਉੱਥੇ ਕਿੱਥੇ ਟਾਈਮ ਆ ਜਿਹੜੇ 15-20 ਦਿਨ ਛੁੱਟੀ ਆਈਦਾ ਪੰਜਾਬ, ਉਦੋਂ ਹੀ ਟਾਈਮ ਹੁੰਦਾ। ਇੱਥੇ ਵੀ ਫਿਰ ਕਿਸੇ ਕੋਲ ਟਾਈਮ ਹੀ ਨਹੀਂ ਹੋਣਾ, ਕਿਸੇ ਕੋਲ ਖੜਨ ਦਾ, ਕਿਸੇ ਦੇ ਘਰੇ ਜਾਣ ਦਾ। ਜੇ ਜਾਣਾ ਤਾਂ 5 ਵਾਰੀ ਟੈਲੀਫੋਨ ਕਰਕੇ ਪੁੱਛਣਾ ਪੈਂਦਾ ਹੋਣਾ ਕਿ ਮਾਹੌਲ ਹੋਰ ਆ? ਨਹੀਂ, ਇੱਥੇ ਮਾਹੌਲ ਉਹਦੇ ਨਾਲ ਤਾਂ ਫਰਕ ਹੈ ਜੀ। ਕਿੰਨਾ ਕੁ? ਬਹੁਤ ਫਰਕ ਹੋਊਗਾ। ਕਿਵੇਂ? ਜਿਵੇਂ ਹੁਣ ਆਪਾਂ ਇੱਥੇ ਹੁਣ ਤੁਸੀਂ ਜਿਹਨੂੰ ਮਰਜ਼ੀ ਫੋਨ ਕਰ ਲਓ, ਇਹਦੀ ਗੱਲ ਨਹੀਂ, ਜਿੰਨਾ ਮਰਜ਼ੀ ਬਿਜੀ ਆ ਤਾਂ ਮਿਲੂਗਾ ਤਾਂ ਸਹੀ। ਮਿਲੂਗਾ ਤਾਂ ਸਹੀ। ਇਹ ਗੱਲ ਤਾਂ ਆਪਾਂ ਅਸੀਂ ਹਾਮੀ ਭਰ ਸਕਦੇ ਹਾਂ। ਅਸੀਂ ਕਿਸੇ ਨੂੰ ਫੋਨ ਵੀ ਨਹੀਂ ਕੀਤਾ। ਸਰੀ ਤੁਰਨ ਵੇਲੇ ਅਸੀਂ ਸਟੂਡੀਓ ਦੇ ਬਾਹਰ ਕਹਿ ਦਿੱਤਾ ਕਿ ਅਸੀਂ ਭਾਈ ਆ ਰਹੇ ਹਾਂ ਓਕਨਾਗਨ ਵੈਲੀ ਨੂੰ। ਅਸੀਂ ਸੋਈਐਸ ਦਾ ਜ਼ਿਕਰ ਵੀ ਨਹੀਂ ਕੀਤਾ। ਮੈਨੂੰ ਲੱਗਦਾ ਕਿ ਜਿੰਨੇ ਕੁ ਦਰਸ਼ਕ ਮੁਹੱਬਤ ਕਰਦੇ ਆ ਪ੍ਰਾਈਮ ਏਸ਼ੀਆ ਨੂੰ, ਉਹਨਾਂ ਵਿੱਚੋਂ ਬਹੁਤ ਸਾਰਿਆਂ ਨੇ ਤਾਂ ਸਾਡੀ ਫੇਸਬੁੱਕ ਪੇਜ ਤੇ ਹੀ ਦੱਸ ਦਿੱਤਾ ਕਿ ਆ ਰਹੇ ਹੋ ਤਾਂ ਦੱਸੋ ਕਲੋਨੇ ਆ ਰਹੇ ਹੋ, ਪੰਟਿੰਗਟਨ ਆ ਰਹੇ ਹੋ,
ਜਾਂ ਕਿਸੇ ਹੋਰ ਸ਼ਹਿਰ ਵਾਲਿਆਂ ਨੂੰ, ਸੋਹੀਐਸ ਵਾਲਿਆਂ ਨੂੰ ਕਿਤੇ ਕਿਤੇ ਨਾ ਮਾੜੀ ਮੋੜੀ ਭਿਣਕ ਲੱਗ ਗਈ। ਕੋਈ ਅਸੀਂ ਕਹਿੰਦਾ ਸੀ ਪਟਵਾਰੀ ਸਾਹਿਬ ਕੋਲ ਚੱਲੇ ਆ ਜੀ, ਉਹ ਪਟਵਾਰੀ ਸਾਹਿਬ ਦਾ ਲੋਕਾਂ ਨੂੰ ਪਤਾ ਲੱਗ ਚੁੱਕਿਆ ਸੀ ਕਿ ਸੋਹੀਐਸ ਰਹਿੰਦੇ ਆ। ਸੋ ਲਗਭਗ ਬਹੁਤ ਸਾਰੇ ਦਰਸ਼ਕ ਸੀ ਜਿਨ੍ਹਾਂ ਨੇ ਫੋਨ ਕਰਕੇ ਆਪਾਂ ਜਦੋਂ ਪਹਿਲਾਂ ਵੀ ਇੱਕ ਪ੍ਰੋਗਰਾਮ ਕੱਲ੍ਹ ਦਾ ਕਰ ਰਹੇ ਸੀ, ਕੱਲ੍ਹ ਦੇਖੋ ਤੇ ਕਿੰਨੇ ਦਰਸ਼ਕ ਆਪਣੇ ਆਪ ਆ ਗਏ। ਸੋ ਇਸ ਗੱਲ ਵਾਸਤੇ ਤੁਹਾਡੀ ਫਰਾਖ ਦਿਲੀ ਦੇ ਵਾਸਤੇ ਸਮਾਂ ਤਾਂ WhatsApp ਸਾਰਿਆਂ ਕੋਲੇ ਹੁੰਦਾ। ਤੁਹਾਡਾ ਪਹਿਲਾਂ ਧੰਨਵਾਦ ਕਰਦੇ ਹਾਂ ਸਾਰਿਆਂ ਦਾ। 24 ਘੰਟੇ ਨੇ ਸਾਰਿਆਂ ਕੋਲੇ ਜੀ। ਕਈ ਕਹਿਣਗੇ ਯਾਰ ਮੇਰਾ ਟਾਈਮ ਨਹੀਂ ਲੱਗਦਾ, ਕਈ ਕਹਿਣਗੇ ਮੇਰੇ ਕੋਲ ਟਾਈਮ ਵਾਧੂਗਾ, ਤੇ ਅਸੀਂ ਉਹਨਾਂ ਘੰਟਿਆਂ ਨੂੰ ਉਸ ਸਮੇਂ ਨੂੰ ਮੈਨੇਜ ਕਿਵੇਂ ਕਰਦੇ ਹਾਂ, ਡਿਪੈਂਡ ਇਸ ਚੀਜ਼ ਤੇ ਕਰਦਾ। ਹਾਂਜੀ। ਅੱਛਾ ਚਾਲ ਸਾਹਿਬ, ਹੁਣ ਇੱਕ ਗੱਲ ਮੈਨੂੰ ਹੋਰ ਦੱਸਿਓ। ਮੈਨੀਪਾਲ ਸਾਹਿਬ, ਮੈਨੂੰ ਉਹ ਗੱਲ ਨਾ ਖਾਸ ਤੌਰ 'ਤੇ ਚੇਤੇ ਆਉਂਦੀ ਆ, ਇੱਥੇ ਜਿਹੜੇ ਨੇ ਦੂਸਰੇ ਭਾਈਚਾਰਿਆਂ ਦੇ ਲੋਕ ਆ, ਆਪਾਂ ਗੋਰੇ ਕਹਿ ਦੀਦਾ, ਹਾਂਜੀ, ਤਾਂ ਉਹ ਜਿਹੜੇ ਲੋਕ ਨੇ ਉਹ ਮੈਂ ਦੇਖਿਆ ਸੀ ਕਿ ਇੱਕ ਵੱਡੇ ਸਾਈਕਲ ਤੇ ਆਪ ਹੋਣਗੇ, 2 ਨਿਆਣਿਆਂ ਨੂੰ ਛੋਟੇ ਸਾਈਕਲ ਲੈ ਕੇ ਦਿੱਤੇ ਆ। ਉਹ ਜਾਣੀ ਕੋਸ਼ਿਸ਼ ਕਰਦੇ ਆ ਕਿ ਅਸੀਂ ਉਹਨਾਂ ਨੂੰ ਸਾਈਕਲ ਦੇ ਉੱਤੇ ਜਾਣੀ ਵਰਜਿਸ਼ ਕਰਾਈਏ, ਉਹਨਾਂ ਨੂੰ ਘੁਮਾਈਏ। ਜੇ ਕੋਈ ਬੱਚਾ ਬਹੁਤਾ ਛੋਟਾ ਹੈ ਉਹਨੂੰ ਟਰਾਲੀ ਦੇ ਵਿੱਚ ਮੂਹਰੇ ਬਿਠਾਇਆ ਤੇ ਉਹਨੂੰ ਲੈ ਕੇ ਵੀ ਆਪ ਭੱਜੀ ਜਾਂਦੇ ਆ, ਜਾਣੀ ਕਿ ਬੱਚੇ ਨੂੰ ਘਰ ਤੋਂ ਬਾਹਰ ਲਿਆਉਂਦੇ ਆ, ਕੋਈ ਉਹਨੂੰ ਸਵਿਮਿੰਗ ਕਰਾਈ ਜਾਂਦਾ। ਆਪਣਾ ਭਾਈਚਾਰਾ ਵੀ ਉਧਰ ਨੂੰ ਤੁਰਦਾ ਹੈ, ਕਿਉਂਕਿ ਸਾਨੂੰ ਤਾਂ 15 ਸਾਲ ਕਰੋ ਬਹੁਤ ਤੇਰੇ ਸੱਟ ਲੱਗ ਜੂਗੀ, ਉਹ ਤੇਰੇ ਪੈਰ ਤੇ ਕੁਝ ਲੱਗ ਜੂਗਾ, ਨਿਕਲ ਨਹੀਂ ਦਿੱਤਾ ਸੀ। ਹੈਗੇ ਆ ਕਰਦਾ ਆਪਣਾ ਭਾਈਚਾਰਾ ਜ਼ਰੂਰ ਹੈ ਜੀ, ਪਰ ਉਹਨਾਂ ਜਨਾਂ ਨਹੀਂ। ਕਾਰਨ ਕੀ ਹੈ? ਹੁਣ ਦੇਖੋ ਪਤਾ ਨਹੀਂ ਇਹਦਾ ਜ਼ਿਆਦਾ ਵੀ ਬਿਜੀ ਆ ਜਾਂ ਤੁਹਾਡੀ ਇਹ ਵੀ ਗੱਲ ਪੱਕੀ ਆ। ਸਾਡੀਆਂ ਕਦਰਾਂ ਕੀਮਤਾਂ ਕੁਝ ਹੋਰ ਤਰ੍ਹਾਂ ਦੀਆਂ। ਹਾਂਜੀ, ਇੱਕ ਇਹ ਵੀ ਆਪਣੀ ਕਮਿਊਨਿਟੀ ਦੇ ਵਿੱਚ ਖਾਸ ਕਰਕੇ ਹੋਊਗਾ। ਆਪਾਂ ਪੰਜਾਬੀ ਆਪਾਂ ਬਹੁਤ ਡਰ ਜਾਂਦੇ ਆ ਜੀ ਬੱਚੇ ਦੇ ਸੱਟ ਨਾ ਲੱਗ ਜੀ, ਸੱਟ ਨਾ ਲੱਗ ਜਾਏ। ਆਪਾਂ ਇਹਨੂੰ ਸਕੀ ਲੈ ਕੇ ਜਾਵਾਂਗੇ, ਹੋਰ ਨਾ ਇਹਦੀ ਲੱਤ ਟੁੱਟ ਜੀ ਉੱਤੇ ਡੰਗਣਾ ਪਵੇ। ਇਹ ਸਵਿਮਿੰਗ ਲੈ ਕੇ ਜਾਵਾਂਗੇ, ਯਾਰ ਲੇਕ ਬਹੁਤ ਡੂੰਘੀ ਆ ਤੇ ਇਹਦਾ ਕਿਤੇ ਡੁੱਬ ਨਾ ਜਾਵੇ ਜੀ। ਪਹਿਲਾਂ ਉਹਨੂੰ ਲੈਸਨ ਦਬਾਓ, ਸਿਖਾਓ, ਇਹੋ ਜਿਹੀ ਗੱਲ ਨਹੀਂ। ਬੱਚੇ ਤਾਂ ਬਹੁਤ ਛੇਤੀ ਸਿੱਖ ਜਾਂਦੇ। ਮੈਂ ਜਿਹੜੀ WhatsApp ਇਹਨਾਂ ਨੇ ਹੁਣੇ ਗੱਲ ਕੀਤੀ ਹੈ, ਮੈਂ ਸਰੀ ਇੱਕ ਵਾਰੀ ਬੱਚਿਆਂ ਨੂੰ ਲੈ ਕੇ ਗਿਆ ਸਵਿਮਿੰਗ ਪੂਲ 'ਚ ਜੀ, ਤੇ ਮੈਂ ਉੱਥੇ ਦੇਖਿਆ ਤੇ ਜਿਹੜੀ ਉੱਥੇ ਸਵਿਮਿੰਗ ਟ੍ਰੇਨਰ ਸੀ, ਮੈਂ ਉਹਨੂੰ ਪੁੱਛਿਆ, ਉਹਨੇ ਇੱਕ ਬੱਚਾ ਛੋਟਾ ਜਿਹਾ ਆਪਣੀ ਛਾਤੀ ਤੇ ਪਾਇਆ ਤੇ ਪੁੱਠੀ ਤੈਰੇ ਉਹਦੇ। ਹਾਂਜੀ। ਜਦੋਂ ਉਹ ਵਾਪਸ ਆਈ ਟ੍ਰੇਨਰ, ਮੈਂ ਉਹਨੂੰ ਪੁੱਛਿਆ ਕਿ ਕਿੰਨੀ ਦੇਰ ਦਾ ਸੀ ਬੱਚਾ, ਕਹਿੰਦੀ 1 ਹਫ਼ਤੇ ਦਾ। 1 ਹਫ਼ਤੇ ਦਾ? 1 ਹਫ਼ਤੇ ਦਾ। 1 ਹਫ਼ਤੇ ਦੇ ਬੱਚੇ ਨੂੰ ਉਹਦੀ ਮਾਂ ਤੇ ਉਹਦਾ ਬਾਪ ਤੇ ਬਾਕੀ ਉਹਦੇ ਭੈਣ ਭਰਾ ਗੋਰਿਆਂ ਦਾ ਬੱਚਾ ਸੀ, ਉਹਨੂੰ ਨਾਲ ਲੈ ਕੇ ਆਏ। ਉਹ ਜਿਹੜੀ ਟ੍ਰੇਨਰ ਸੀ ਉਹ ਆਪਣੀ ਛਾਤੀ ਤੇ ਪਾ ਕੇ ਉਹਨੂੰ ਪਾਣੀ ਦੇ ਵਿੱਚ, ਉਹ ਕਹਿੰਦੇ ਆਪਣੇ ਆਪ ਦੇ ਵਿੱਚ ਇੱਕ ਤਾਂ ਇਹ ਬਹੁਤ ਜ਼ਬਰਦਸਤ ਐਕਸਰਸਾਈਜ਼ ਹੈ, ਤੇ ਇੱਕ ਬੱਚੇ ਨੂੰ ਜਿੰਨਾ ਇਹਨੇ ਤੇਜ਼ ਤਰਾਰ ਹੋ ਜਾਣਾ, ਇਹ ਜਿੰਨਾ ਵਧੀਆ ਸਵਿਮਰ ਵੱਡਾ ਹੋ ਕੇ ਬਣ ਸਕਦਾ, ਉਹਦੀ ਕਿਸੇ ਤੋਂ ਰੀਸ ਨਹੀਂ ਹੋਣੀ। ਰੀਸ। ਪਰ ਅਸੀਂ ਡਾਕਟਰ ਕੋਲ ਕਿਸੇ ਕੋਲ ਜਾਇਓ, ਉਹ ਕਈ ਵਾਰੀ ਕੱਪੜੇ ਚੱਕ ਕੇ ਗਿਣ ਲੱਗ ਜਾਂਦਾ। ਕਈ ਵਾਰੀ 5 4 ਕੱਪੜੇ ਸਾਡੇ ਬੱਚਿਆਂ ਦੇ ਆਮ ਪਾਏ ਹੁੰਦੇ ਨੇ। ਬੀਬੀ ਸਾਰੇ ਹੀ ਪਾ ਲਿਆ ਆ। ਠੰਡ ਦਾ ਦਿਨ ਸੀ, ਠੰਡ ਦਾ ਮੌਸਮ ਵੀ ਦਸੰਬਰ ਮਹੀਨੇ ਦੀ ਮੈਂ ਗੱਲ ਕਰ ਰਿਹਾ, ਕਿਉਂਕਿ ਸਾਡੀ ਤੇ ਉਹਨਾਂ ਦੇ ਰਹਿਣ ਸਹਿਣ ਦੇ ਵਿੱਚ ਜਾਂ ਉਹਨਾਂ ਦੀਆਂ ਤੇ ਸਾਡੀਆਂ ਕਦਰਾਂ ਕੀਮਤਾਂ ਦੇ ਵਿੱਚ, ਸਾਡੇ ਸੱਭਿਆਚਾਰ ਦੇ ਵਿੱਚ ਬਹੁਤ ਸਾਰਾ ਫਰਕ ਹੈ। ਹਾਂਜੀ, ਇਹਦਾ ਇਹ ਵੀ ਕਾਰਨ ਹੈ। ਹਾਂ ਬਿਲਕੁਲ ਮੈਨੀਪਾਲ ਸਾਹਿਬ, ਮੈਂ ਨਾ ਜਦੋਂ ਨਿਊਜ਼ੀਲੈਂਡ ਗਿਆ ਸੀ, ਉੱਥੇ ਇੱਕ ਬਹੁਤ ਛੋਟਾ ਬੱਚਾ, ਉਹਦੇ ਪਰਿਵਾਰ ਵਾਲੇ ਵੀ ਖੜੇ ਹੋਣਗੇ, ਮੇਰੇ ਤੋਂ ਤਾਂ ਨਹੀਂ ਪਛਾਣੇ ਗਏ। ਉਹ ਜਿਹੜੀ ਟ੍ਰੇਨਰ ਸੀ ਨਾ ਬੀਬੀ, ਉਹ ਉਹਨੂੰ ਨਾ ਮਾੜਾ ਜਿਹਾ ਇੱਦਾਂ ਛੱਡ ਦੇਵੇ, ਪਤਾ ਸੀ ਕਿ ਉਹਨੂੰ ਤੈਰਨਾ ਨਹੀਂ ਆਉਂਦਾ, ਪਰ ਉਹ ਹੱਥ ਪੈਰ ਮਾਰਦਾ ਸੀ ਬੱਚਾ। ਉਹ ਦਿਨਾਂ ਦਾ ਤਾਂ ਨਹੀਂ ਸੀ, ਮਹੀਨਿਆਂ ਦਾ ਸੀਗਾ, ਪਰ ਉਹ ਹੱਥ ਪੈਰ ਮਾਰਦਾ ਸੀ। ਮੈਂ ਫਿਰ ਉਹਨੂੰ ਹੌਲੀ ਜਿਹੀ ਪੁੱਛਿਆ, ਉਹ ਕਹਿੰਦੀ ਕਿ ਇਹਨੂੰ ਇਦਾਂ ਹੀ ਸਰਵਾਈਵ ਕਰਨਾ ਆਉਣਾ। ਜੇ ਕਹੀਏ ਨਾ ਕਿ ਇਹਨੂੰ ਕਿਤੇ ਟੀਕਾ ਲਾ ਕੇ ਇਹਨੂੰ ਸਵਿਮਿੰਗ ਆਈ ਨਹੀਂ, ਇਦਾਂ ਨਹੀਂ ਆਉਣੀ। ਤਾਂ ਅਸੀਂ ਤਾਂ ਕਈ ਵਾਰੀ ਹੁੰਦਾ ਕਿ ਫਲਾਨਿਆਂ ਨੇ ਦੱਸਿਆ, ਅਸੀਂ ਤਾਂ ਰੂੰ ਦਾ ਗਿੱਲਾ ਕਰਕੇ 5-4 ਮਹੀਨੇ ਨਾਣਾ ਸਾਫ਼ ਕਰੀ ਜਾਈਦਾ ਵਾਲੇ ਪਾਸੇ। ਮੈਨੀਪਾਲ ਸਾਹਿਬ, ਕਈ ਵਾਰੀ ਇਹ ਵੀ ਹੁੰਦਾ, ਚਾਲ ਸਾਹਿਬ ਸ਼ਾਇਦ ਸ਼ਾਦੀ ਭਰਨਗੇ, ਕਿਉਂਕਿ 37 ਸਾਲ ਹੀ ਹੋਏ। ਇੱਕ ਪੈਂਡਾ ਜਿਹੜਾ ਜਵਾਨ ਹੁਣ ਤੱਕ ਇਹਨਾਂ ਨੇ ਪੰਜਾਬ 'ਚ ਹੰਡਾਇਆ, ਉਹ ਕਈ ਵਾਰੀ ਨਿੱਕਾ ਨਿਆਣਾ ਰੋਂਦਾ ਹੋਊਗਾ, ਸਿਆਲ ਹੋਊਗਾ, ਇਹਦੇ ਨਾਲ ਇੱਕ ਝੱਗਾ ਹੋਰ ਪਾ ਦਿਓ, ਇਹਦੇ ਇੱਕ ਕੋਟੀ ਹੋਰ ਪਾ ਦਿਓ, ਨਿਆਣਾ ਕਿੱਥੇ ਰੋਣੋਂ ਹਟੂ। ਜਦੋਂ ਡਾਕਟਰ ਦੇ ਉਹ ਕਹਿੰਦਾ ਬੀਬੀ 3 ਤੈਆਂ ਲਾ ਦਿਓ ਇਹਦੀਆਂ, ਇਹਨੂੰ ਕੱਪੜੇ ਇਹਨੇ ਪਾਏ ਹੁੰਦਾ, ਸਾਹ ਹੀ ਔਖਾ ਆਉਂਦਾ ਹੋਣਾ। ਚਾਲ ਸਾਹਿਬ ਇੱਥੇ ਤਾਂ ਨਹੀਂ ਹੁੰਦੀ ਇਦਾਂ? ਇਹ ਆਪਣੇ ਹੁੰਦੀ ਹੋਊਗੀ, ਪੱਕੀ ਗੱਲ ਹੁੰਦੀ ਹੋਊਗੀ। ਇੱਥੇ ਵੀ ਵੱਧ ਇਹ ਵੀ ਹੈਗਾ ਵੀ ਆਪਾਂ ਤਾਂ ਉਹਨੂੰ ਚਲੋ ਢਕਣ ਦੀ ਕੋਸ਼ਿਸ਼ ਕਰੀਦੀ, ਨਿੱਘ ਦੇਣ ਦੀ ਕੋਸ਼ਿਸ਼ ਕਰੀਦੀ ਆ, ਪਰ ਕਈ ਵਾਰੀ ਔਖਾ ਹੋ ਜਾਂਦਾ। ਚੱਲ ਸਾਹਿਬ, ਹੁਣ ਆਪਾਂ ਫਿਰ ਸੋਹੀਐਸ ਵੱਲ ਨੂੰ ਆਈਏ, ਕਿਉਂਕਿ ਸਮਾਂ ਲਗਭਗ ਸਮਾਪਤੀ ਵੱਲ ਨੂੰ ਲਗਾਤਾਰ ਵੱਧ ਗਿਆ। ਇੱਥੇ ਜਿਸ ਤਰ੍ਹਾਂ ਆਪਾਂ ਦੱਸਦੇ ਹਾਂ ਕਿ ਆਹ ਵੀ ਖੂਬਸੂਰਤੀ ਆ, ਆਹ ਵੀ ਖੂਬਸੂਰਤੀ ਆ। ਤੁਸੀਂ ਕੰਮ ਕਰਨ ਵਾਸਤੇ ਆਏ, ਆਪਾਂ ਲਗਭਗ ਸਾਰੀ ਪੰਜਾਬੀ ਇੱਥੇ ਕੰਮ ਕਰਨਾ, ਅਸੀਂ ਹੁਣ ਕੰਮ ਦੇ ਰਹੇ ਹਾਂ। ਹਾਂਜੀ, ਕੰਮ ਦੇਣ ਵਾਲੇ ਹੋ ਗਏ। ਹਾਂਜੀ, ਸਮੱਸਿਆਵਾਂ ਵੀ ਕੁਝ ਤਾਂ ਹੋਣਗੀਆਂ ਜੀ। ਸਮੱਸਿਆ ਤਾਂ ਹੈਗੀਆਂ ਜੀ। ਕਿਹੜੀਆਂ ਨੇ ਜੀ ਆਪਾਂ ਗੱਲ ਕਰੀਏ? ਜ਼ਿਆਦਾ ਹੁਣ ਤੁਸੀਂ ਕਹੋ ਲੇਬਰ ਦੀ ਸਮੱਸਿਆ ਵੀ ਕਈ ਵਾਰੀ ਆ ਜਾਂਦੀ ਆ। ਅੱਛਾ ਜੀ। ਆਪਣੇ ਵਿੱਚ ਇੱਕ ਲੇਬਰ ਰੇਟ ਵੀ ਬਹੁਤ ਵੱਧ ਗਈ ਆ। ਅੱਛਾ ਜੀ। ਹਾਂਜੀ, ਕਿਉਂਕਿ ਤੁਹਾਨੂੰ ਪਤਾ ਫਾਰਮ ਦੇ ਜੇ ਵੀ ਉਹਦੀ ਲੇਬਰ ਦਾ ਕਾਫੀ ਜ਼ਿਆਦਾ ਅੱਗੇ ਨੂੰ ਪੇ ਵੀ ਦੇਣੀ ਪੈਂਦੀ ਆ। ਬਾਕੀ ਲੇਬਰ ਮਿਲਦੀ ਘੱਟ ਆ ਜੀ। ਹੁਣ ਜ਼ਿਆਦਾ ਫਾਰਮਰ ਇੱਥੇ ਬਹੁਤ ਜ਼ਿਆਦਾ ਮੈਕਸੀਕੋ ਤੋਂ ਵਰਕਰ ਆਉਂਦੇ ਨੇ ਜੀ। ਉਹ ਸੀਜ਼ਨਲੀ ਵਰਕਰ ਆਉਂਦੇ ਨੇ ਇੱਥੇ, ਫਿਰ ਕੰਮ ਕਰਦੇ ਨੇ ਮੈਕਸੀਕੋ ਨੂੰ। ਸੀਜ਼ਨਲ ਹੁੰਦਾ ਕੰਮ? ਸੀਜ਼ਨਲ ਕੰਮ। ਅੱਛਾ, ਮੈਨੂੰ ਇਹ ਦੱਸੋ, ਜਦੋਂ ਅਸੀਂ ਐਬਸਪੋਰਟ ਸਾਡੇ ਨੇੜੇ ਹੈ ਜੀ, ਉੱਥੇ ਬੈਰੀ ਤੋੜਨ ਦੇ ਵਾਸਤੇ ਬਹੁਤ ਸਾਰੇ ਸੀਜ਼ਨਲ ਵਰਕਰ ਵੀ ਆਉਂਦੇ ਆ। ਹਾਂਜੀ, ਤੇ ਉਹਨਾਂ ਨੇ ਉਸ ਬੈਰੀ ਨੂੰ ਤੋੜਨ ਦੇ ਵਾਸਤੇ ਬਹੁਤ ਸਾਰੀਆਂ ਮਸ਼ੀਨਾਂ ਵੀ ਲਿਆਂਦੀਆਂ ਹੋਈਆਂ। ਹਾਂਜੀ,
ਕਿ ਇਹ ਜਿਹੜੀ ਚੈਰੀ ਹੈ, ਐਪਲ ਨੇ ਜਾਂ ਹੋਰ ਫਰੂਟ ਆ, ਕੋਈ ਇੱਥੇ ਵੀ ਕੁਝ ਮਸ਼ੀਨਾਂ ਹੈਗੀਆਂ ਜੀ? ਨਹੀਂ ਜੀ, ਜੇ ਆਪਾਂ ਫਰੂਟ ਤੋੜਨਾ, ਜਿਵੇਂ ਚੈਰੀ ਆ, ਐਪਲ ਆ, ਪੀਚਸ ਆ, ਕੋਈ ਵੀ ਇਹ ਤੋੜਨਾ, ਇਹ ਤਾਂ ਹੱਥੀਂ ਤੋੜਨਾ ਪੈਣਾ। ਅੱਛਾ, ਹੱਥੀਂ ਹੈ ਕੰਮ? ਇੱਕ ਮਸ਼ੀਨਾਂ ਹੈਗੀਆਂ ਜਿਹੜੇ ਅੰਗੂਰ ਤੋਂ ਵਾਈਨ ਵਾਲੇ ਅੰਗੂਰ ਤੋੜਨ ਨੂੰ। ਅੱਛਾ, ਉਹਦੇ ਲਈ ਮਸ਼ੀਨਾਂ ਹੈਗੀਆਂ, ਜਿਹੜੀਆਂ ਵੱਡੀਆਂ ਵਾਈਨਰੀਆਂ ਉਹਨਾਂ ਕੋਲ ਮਸ਼ੀਨਾਂ ਹੈਗੀਆਂ। ਪਰ ਇੱਕ ਹੀ ਖੂਬਸੂਰਤੀ ਇਹਨਾਂ ਦੀ ਇਹ ਹੈ ਜੀ, ਇਹ ਜਿਹੜੀ ਹੱਥੀਂ ਤੋੜੇ ਹੋਏ ਗ੍ਰੇਪਸ ਵੱਧ ਰੇਟ ਮਿਲਦਾ? ਉਹਦਾ ਵੱਧ ਰੇਟ ਮਿਲਦਾ, ਤੇ ਇੱਕ ਉਹਦੀ ਵਾਈਨ ਨੂੰ ਇਹ ਚੰਗਾ ਸਮਝਦੇ ਆ ਵੀ ਇਹਦੀ ਕੁਆਲਿਟੀ ਦੂਜੀ ਵਾਈਨ ਦੇ ਨਾਲੋਂ, ਕਿਉਂਕਿ ਜਦੋਂ ਮਸ਼ੀਨ ਨਾਲ ਤੁਸੀਂ ਉਹ ਤੋੜਦੇ ਹੋ ਨਾ ਉਹਨੂੰ ਫਸਲ ਕੱਚਾ ਪੱਕਾ ਵਿੱਚ ਹੀ ਹੈ ਜੀ? ਉਹ ਕੱਚਾ ਪੱਕਾ ਵਿੱਚ ਇੱਕ ਉਹਦਾ ਜੂਸ ਉਦੋਂ ਹੀ ਨਿਕਲਿਆ ਆਉਂਦਾ। ਅੱਛਾ, ਉਹ ਹਾਂਜੀ ਭੰਨ ਵਾਲਾ ਦਿੰਦੀ ਆ, ਭੰਨ ਵਾਲਾ ਦਿੰਦੀ ਆ। ਬਹੁਤ ਜੈਂਟਲ ਮਸ਼ੀਨਾਂ ਆ ਗਈਆਂ ਹੁਣ, ਬਹੁਤ ਵਧੀਆ, ਜਿਵੇਂ ਆਪਣੇ ਕੰਬਾਈਨਾਂ ਆ ਗਈਆਂ ਇੰਡੀਆ ਦੇ ਵਿੱਚ, ਇੱਥੇ ਵੀ ਬਹੁਤ ਵਧੀਆ ਆ ਗਈਆਂ ਤੋੜਨ ਵਾਲੀਆਂ। ਪਰ ਫਿਰ ਵੀ ਜਿਹੜੀ ਹੱਥੀਂ ਜਿਹੜੀ ਤੋੜਨ ਦਾ ਹੈਗਾ ਵਾ ਉਹ ਜ਼ਿਆਦਾ ਉਹਦੀ ਪ੍ਰੀਮੀਅਮ ਵਾਈਨ ਆ ਜਿਹੜੀ ਉਹ ਹੱਥੀਂ ਤੋੜੀ ਜਾਂਦੀ ਹੈ। ਅੱਛਾ, ਹੁਣ ਕਿਹੜੀ ਫਸਲ ਪਿਛਲੇ ਸਮੇਂ ਦੇ ਵਿੱਚ ਕੋਈ ਫਸਲ ਇਦਾਂ ਦੀ ਵੀ ਜਿਹੜੀ ਲਗਾਤਾਰ ਘਾਟੇ ਜਾਂਦੀ ਹੋਵੇ, ਤੁਸੀਂ ਉਹ ਪੁੱਟ ਦਿੱਤੀ ਹੋਵੇ, ਕੋਈ ਨਵਾਂ ਬਾਗ ਲਾਇਆ ਹੋਵੇ? ਹਾਂਜੀ ਬਿਲਕੁਲ, ਜਿਵੇਂ ਹੁਣ ਤੁਸੀਂ ਐਪਲ ਹੀ ਕਹਿ ਲਓ, ਸਿਓ। ਹਾਂਜੀ, ਇਸ ਵਕਤ ਉਹਦਾ ਰੇਟ ਆ ਜਿਹੜੇ ਭਾਅ ਬਹੁਤ ਘੱਟ ਹੈ, ਥੱਲੇ ਲੱਗਾ ਹੈ, ਥੱਲੇ ਲੱਗਿਆ ਹੈ। ਪੱਟੀ ਜਾ ਰਹੇ ਨੇ ਜੀ ਲੋਕ? ਫਿਰ ਬਹੁਤ ਪੱਟੀ ਜਾ ਰਹੇ ਨੇ। ਅੱਜ ਜਦੋਂ ਹੁਣ ਓਲੀਵਰ ਸੂਇਸ ਆਪਾਂ ਡਰਾਈਵ ਕਰਦੇ ਸੀ, ਤੁਸੀਂ ਦੇਖਿਆ ਕਿੰਨੇ ਗ੍ਰੇਪ ਬਹੁਤ ਲੱਗੇ ਸੀ, ਤੇ ਚੈਰੀ ਸਾਰਾ, ਇਹ ਪਹਿਲਾਂ ਸਾਰੇ ਫਾਰਮ ਦੂਜੇ ਹੀ ਹੁੰਦੇ ਸੀ। ਅੱਛਾ, ਪਹਿਲਾਂ ਐਪਲ ਸੀ ਸਾਰੇ ਉੱਥੇ? ਬਹੁਤ ਜ਼ਿਆਦਾ ਐਪਲ ਤੇ ਹੋ ਸੀਗੇ ਜੀ। ਹੁਣ ਮੋਸਟਲੀ ਜਿਹੜੇ ਵਧੀਆ ਥਾਵਾਂ ਉਹ ਸਾਰੇ ਉਹ ਸਭ ਫਰੂਟ ਪੱਟਿਆ ਗਿਆ ਤੇ ਅੰਗੂਰ ਲੱਗੇ, ਵਾਈਨ ਵਾਲੇ ਅੰਗੂਰ ਲੱਗੇ। ਬੈਨੀਪਾਲ ਸਾਹਿਬ ਡਿਮਾਂਡ ਵਾਲੀ ਹੈ। ਬੈਨੀਪਾਲ ਸਾਹਿਬ ਦੇਖੋ, ਮੈਂ ਚਹਿਲ ਸਾਹਿਬ ਨੂੰ ਕਹਿੰਦਾ ਤੁਸੀਂ ਜਦ ਤੇ ਅੰਦਾਜ਼ਾ ਇਹ ਲਾਓ, ਅਸੀਂ ਤੁਹਾਡੇ ਤੋਂ ਐ ਉਂਗਲੀ ਨਾਲ ਪੁੱਛਣਾ ਅਮਰੀਕਾ ਕਿੱਧਰ ਹੈ। ਆਹ ਸਾਹਮਣੇ ਜੀ, ਹੁਣ ਆਪਾਂ ਬਿਲਕੁਲ ਬਾਰਡਰ ਦੇ ਨੇੜੇ ਹਾਂ। ਬਿਲਕੁਲ ਬਾਰਡਰ ਦੇ ਨੇੜੇ ਆ ਜੀ। ਇਸ ਵੇਲੇ ਅਸੀਂ ਜਿੱਥੇ ਕਿਸ਼ਤੀ ਸਾਡੀ ਤੈਰ ਰਹੀ ਹੈ ਉਹ ਹੈਗਾ ਕੈਨੇਡਾ, ਪਰ ਇੱਥੋਂ ਚੰਦ ਪਲਾਂ ਦੀ ਦੂਰੀ ਦੇ ਉੱਤੇ, ਜਾਣੀ ਉਹ ਪਰਲੇ ਪਾਸੇ ਨੂੰ ਜਿੱਧਰਲੇ ਪਾਸੇ ਇਸ ਵੇਲੇ ਕੈਮਰਾ ਹੈ, ਉਧਰਲੇ ਪਾਸੇ ਅਮਰੀਕਾ, ਜਾਣੀ ਇਹ ਕੈਨੇਡਾ ਵਾਲਾ ਪਾਣੀ ਜਿਹੜਾ ਹੈ ਉਹ ਅਮਰੀਕਾ ਦਾ ਪਾਣੀ ਬਣ ਜਾਂਦਾ ਹੈ ਥੋੜੀ ਦੂਰ ਜਾ ਕੇ। ਬੈਨੀਪਾਲ ਸਾਹਿਬ ਦੇਖੋ ਕਿੰਨਾ ਖੂਬਸੂਰਤ ਇਲਾਕਾ। ਮੈਨੂੰ ਲੱਗਦਾ ਕਿ ਪ੍ਰਾਈਮ ਏਸ਼ੀਆ ਟੀਵੀ ਦੇ ਜਿਹੜੇ ਆਪਣੇ ਪਰਿਵਾਰ ਦੇ ਮੈਂਬਰ ਨੇ, ਸਾਹਾਂ ਦੇ ਨੇੜੇ ਨੇ, ਦਿਲ ਦੇ ਨੇੜੇ ਨੇ, ਉਹ ਸਾਰਿਆਂ ਨੇ ਇਹ ਇਲਾਕਾ ਦੇਖਿਆ ਹੋਊਗਾ, ਕਿਉਂਕਿ ਸਾਰਿਆਂ ਦੇ ਲਈ ਸੰਭਵ ਨਹੀਂ ਹੈ ਕਿ ਇੱਥੇ ਉਹ ਪਹੁੰਚ ਸਕਣ। ਕੈਨੇਡਾ ਅਮਰੀਕਾ 'ਚ ਰਹਿੰਦਿਆਂ ਵੀ ਸੰਭਵ ਨਹੀਂ, ਕਿਉਂਕਿ ਸੰਸਾਰ ਵੱਡਾ ਹੈ, ਸਮਾਂ ਥੋੜਾ ਹੈ, ਸਾਧਨ ਥੋੜੇ ਨੇ। ਪਰ ਟਿੱਪਣੀਆਂ ਆਪਾਂ ਜ਼ਰੂਰ ਲਵਾਂਗੇ ਕਿ ਤੁਹਾਨੂੰ ਅਸੋਈਅਸ ਕਿੱਦਾਂ ਦਾ ਲੱਗਾ, ਇੱਥੋਂ ਦੀ ਪੰਜਾਬੀਅਤ ਕਿੱਦਾਂ ਦੀ ਲੱਗੀ। ਚਾਹਲ ਸਾਹਿਬ ਨੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਦੱਸੀਆਂ, ਭੋਰਾ ਦੱਬੀਆਂ ਵੀ ਹੋਣਗੀਆਂ, ਚਲੋ ਆਪਾਂ ਉਨੀ ਕੋਈ ਗੱਲ ਨਹੀਂ, ਸਾਰੇ ਦੱਬ ਲੈਂਦੇ ਆ। ਗੁੰਜਾਇਸ਼ ਹੋਣੀ ਚਾਹੀਦੀ, ਗੁੰਜਾਇਸ਼ ਚਾਹੀਦੀ ਹੈ ਨਾ। ਤੇ ਇਹਦੇ ਨਾਲ ਹੁਣ ਇੱਥੇ ਪੰਜਾਬੀਆਂ ਨੇ ਕਿੱਦਾਂ ਮਿਹਨਤਾਂ ਕੀਤੀਆਂ, ਪਰ ਅੱਜ ਉਹਨਾਂ ਸਕੋਪ ਜਿਹੜਾ ਉਹ ਨਹੀਂ ਰਿਹਾ। ਬਹੁਤ ਸਾਰੀਆਂ ਚੀਜ਼ਾਂ ਦੀ ਕੀਮਤ ਵੱਧ ਗਈ ਹੈ, ਪਰ ਅਸੀਂ ਇੱਕ ਗੱਲ ਦੀ ਇਹਨਾਂ ਤੋਂ ਉਮੀਦ ਸਾਰੇ ਅਸੋਈਅਸ ਦੇ ਭਾਈਚਾਰੇ ਤੋਂ ਜ਼ਰੂਰ ਕਰਦੇ ਹਾਂ ਕਿ ਤੁਸੀਂ ਭਾਈ ਇੱਥੇ ਮਿਲਵਰਤਨ ਇੱਦਾਂ ਹੀ ਬਣਾ ਕੇ ਰੱਖਿਓ, ਭਾਈਚਾਰਾ ਇੱਦਾਂ ਹੀ ਬਣਾ ਕੇ ਰੱਖਿਓ। ਅਸੀਂ ਉਮੀਦ ਤੇ ਅਰਦਾਸ ਤੇ ਆਸ ਸਾਰਾ ਕੁਝ ਕਰਦੇ ਹਾਂ ਕਿ ਜਿਹੜੀ ਨਵੀਂ ਪੀੜ੍ਹੀ ਇਹ ਕਹਿੰਦੇ ਕਿ ਖੇਤੀਬਾੜੀ 'ਚ ਸਾਡੇ ਪੁਰਾਣੇ ਕੰਮ ਦੇ ਨਾਲ ਜੁੜਦੇ ਆ। ਬੈਨੀਪਾਲ ਸਾਹਿਬ, ਜਦੋਂ ਪਰਿਵਾਰ ਦੇ ਵੱਡੇ ਜੀ ਦਾ ਕੰਮ ਅਗਲੀ ਪੀੜ੍ਹੀ ਸਾਂਭ ਲੈ, ਮੈਨੂੰ ਲੱਗਦਾ ਕਿ ਉਹਦੇ ਤੋਂ ਵੱਡੀ ਖੁਸ਼ੀ ਕੋਈ ਨਹੀਂ ਹੁੰਦੀ। ਬਿਲਕੁਲ ਬਾਠ ਸਾਹਿਬ, ਗੱਲਾਂ ਬਾਤਾਂ ਬਹੁਤ ਵਧੀਆ ਮੈਨੂੰ ਲੱਗਦਾ ਸਾਡੇ ਦਰਸ਼ਕਾਂ ਨੂੰ ਲੱਗੀਆਂ ਹੋਣਗੀਆਂ। ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਸਵਰਨ ਸਿੰਘ ਜੀ, ਗਿੱਲ ਸਾਹਿਬ, ਸੰਧੂ ਸਾਹਿਬ, ਜਿੰਨੇ ਵੀ ਆਪਣੇ ਮਹਿਮਾਨ ਨਵਾਜ਼ੀ ਜਿਨ੍ਹਾਂ ਨੇ ਵੀ ਕੀਤੀ, ਸਾਰਿਆਂ ਦਾ ਪਹਿਲੀ ਗੱਲ ਤਾਂ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ। ਤੇ ਦੂਸਰਾ, ਸਮਾਂ ਲਗਭਗ ਸਮਾਪਤ ਹੋ ਰਿਹਾ। ਧੰਨਵਾਦ ਜੀ ਤੁਹਾਡਾ ਵੀ ਬਹੁਤ ਵਧੀਆ ਜੀ, ਮੈਂ ਆਉਣ ਦਾ ਧੰਨਵਾਦ ਜੀ, ਸ਼ੁਕਰੀਆ ਜੀ। ਮੈਂ ਇੱਕ ਬੇਨਤੀ ਜ਼ਰੂਰ ਕਰਨੀ ਹੈ ਕਿ ਬਹੁਤ ਸਾਰੇ ਸੱਜਣਾਂ ਨੂੰ ਅਸੀਂ ਮਿਲ ਵੀ ਨਹੀਂ ਸਕੇ। ਇਹ ਵੀ ਬੇਨਤੀ ਕਰਨੀ ਹੈ ਕਿ ਬਹੁਤ ਸਾਰੇ ਸੱਜਣਾਂ ਨੂੰ ਅਸੀਂ ਸਨੇਹੇ ਵੀ ਨਹੀਂ ਪਹੁੰਚਾ ਸਕੇ, ਕਈ ਵਾਰੀ ਬਿਨਾਂ ਦੱਸੇ ਆਉਣਾ ਪੈਂਦਾ, ਪਰ ਤੁਸੀਂ ਵੀ ਸਾਡੇ ਉਨਾ ਹੀ ਨੇੜੇ ਹੋ, ਸਾਨੂੰ ਪਤਾ ਥਾ, ਆਪਣਾ ਜ਼ਰੂਰ ਦਿਓ। ਅਗਲੀ ਵਾਰੀ ਜਾਂ ਐਤਕੀ ਰਹਿੰਦੇ ਸਮੇਂ 'ਚ ਤੁਹਾਡੇ ਨਾਲ ਸੰਪਰਕ ਜ਼ਰੂਰ ਕਰਾਂਗੇ। ਧੰਨਵਾਦ ਜੀ, ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰਾਈਮ ਫੋਕਸ। ਤੁਹਾਨੂੰ ਕਿਵੇਂ ਦਾ ਲੱਗਿਆ? ਇੱਕ ਤਾਂ ਸਾਡੀ ਇਹ ਜ਼ਰੂਰ ਸਾਡੇ ਨਾਲ ਜ਼ਰੂਰ ਆਪਣੀ ਸਾਂਝ ਪਾਇਓ ਜੇਕਰ ਤੁਹਾਨੂੰ ਸਾਡੀ ਇਹ ਕੋਸ਼ਿਸ਼ ਜਿਹੜੀ ਅਸੀਂ ਵਿਲੱਖਣ ਕਰਨ ਦੀ ਕੋਸ਼ਿਸ਼ ਕੀਤੀ ਹੈ ਚੰਗੀ ਲੱਗੀ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਸਾਡੇ ਇਸ ਪ੍ਰੋਗਰਾਮ ਨੂੰ ਕਦੇ ਕਦਾਈ ਸਟੂਡੀਓ ਤੋਂ ਬਾਹਰ ਖਿੱਚ ਕੇ ਲਿਆਇਆ ਕਰਾਂਗੇ ਅਤੇ ਤੁਹਾਡੇ ਰੂਬਰੂ ਸਾਡਾ ਪ੍ਰੋਗਰਾਮ ਉੱਥੋਂ ਬਾਹਰੋਂ ਕਿਸੇ ਨਵੀਂ ਲੋਕੇਸ਼ਨ ਤੋਂ ਕਰਿਆ ਕਰਾਂਗੇ। ਇੱਕ ਤਾਂ ਅਸੀਂ ਤੁਹਾਡੇ ਤੋਂ ਟਿੱਪਣੀ ਚਾਹੁੰਦੇ ਹਾਂ ਇਹ, ਦੂਸਰੀ ਇਹ ਕਿ ਚਹਿਲ ਸਾਹਿਬ ਨੇ ਬਹੁਤ ਸਾਰੀਆਂ ਜਾਣਕਾਰੀਆਂ ਦਿੱਤੀਆਂ ਨੇ। ਇੱਕ ਸਫਲ ਕਿਸਾਨ ਨੇ ਤੇ ਸਫਲ ਇਹਨਾਂ ਨੇ ਕਾਰੋਬਾਰੀ ਵੀ ਨੇ, ਆਪਣੇ ਵਪਾਰ ਦੇ ਵਿੱਚ ਵੱਡੇ ਝੰਡੇ ਗੱਡੇ ਨੇ। ਸੋ ਇਹਨਾਂ ਦੀਆਂ ਗੱਲਾਂ ਵਿੱਚੋਂ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਹੋਵੇ ਕਿ ਪੰਜਾਬ ਦੇ ਵਿੱਚ ਰਹਿ ਕੇ ਅਸੀਂ ਹੋਰ ਉੱਤਮ ਖੇਤੀ ਕਿਵੇਂ ਕਰ ਸਕਦੇ ਹਾਂ, ਉਹ ਟਿੱਪਣੀਆਂ ਵੀ ਜ਼ਰੂਰ ਕਰਿਓ। ਤੇ ਇਹਦੇ ਨਾਲ ਹੀ ਸਮੇਂ ਦੀ ਸਮਾਪਤੀ ਹੈ। ਹੁਣ ਤੁਹਾਡੇ ਤੋਂ ਆਗਿਆ ਚਾਹਾਂਗਾ, ਪਰ ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜ਼ਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ੍ਰੀ ਅਕਾਲ, ਰੱਬ ਰਾਖਾ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ, ਤੁਹਾਡਾ ਆਪਣਾ, ਤੁਹਾਡੇ ਲਈ।